लाइव बटन ठीक है जी। बफरिंग रेडी ओके जी ओके। हेलो एवरीवन, सत श्री अकाल, नमस्ते। चढ़दी कला सारियां नूं, वाहिगुरू जी का खालसा, वाहिगुरू जी की फतेह। From We Support Our Farmers Group, my name is Simran Sandhu. I'm one of the admins. I'm joined today by Kiran Sandhu. She's also one of the admins and a very esteemed member of our group. आज ਆਪਾਂ ਇੱਕ ਪੈਨਲ ਡਿਸਕਸ਼ਨ ਕਰ ਰਹੇ ਹਾਂ ਆਤਮ ਪ੍ਰਗਾਸ ਸੋਸ਼ਲ ਵੈਲਫੇਅਰ ਕਾਉਂਸਲ ਦੇ ਨਾਲ, ਤੇ ਅਸੀਂ ਬੜੇ ਹੀ ਪ੍ਰਿਵਿਲੇਜਡ ਔਰ ਬੜੇ ਹੰਬਲਡ ਮਹਿਸੂਸ ਕਰ ਰਹੇ ਹਾਂ ਕਿ ਸਾਡੇ ਨਾਲ ਇੰਨੇ ਐਮੀਨੈਂਟ ਸਕਾਲਰਸ ਔਰ ਇੰਨੇ ਸਮਾਜ ਤੇ ਵੱਡੀਆਂ ਵੱਡੀਆਂ ਹਸਤੀਆਂ ਸਾਡੇ ਨਾਲ ਜੁੜੀਆਂ ਨੇ। ਸੋ ਟੂ ਲਿਟਲ ਬਿਟ ਆਫ ਅ ਬੈਕਗਰਾਉਂਡ, ਸਾਡਾ ਗਰੁੱਪ 6 ਮਹੀਨੇ ਪਹਿਲਾਂ ਤੋਂ ਸ਼ੁਰੂ ਹੋਇਆ ਸੀ, ਜਦੋਂ ਦੇ ਆਪਣੇ ਫਾਰਮਰਸ ਨੇ ਪ੍ਰੋਟੈਸਟ ਸ਼ੁਰੂ ਕੀਤੀ ਹੈ ਦਿੱਲੀ ਤੇ। ਐਂਡ ਇਟਸ ਵੈਰੀ ਸਟ੍ਰੇਂਜ ਕਿ ਆਪਾਂ ਕਹਿੰਦੇ ਹਾਂ ਜੀ ਬਾਰਡਰਾਂ ਤੇ ਬੈਠੇ ਨੇ, ਬਿਕੋਜ਼ ਆਪਣਾ ਹੀ ਦੇਸ਼ ਹੈ, ਆਪਣੇ ਹੀ ਲੋਕ ਨੇ, ਤੇ ਹੁਣ ਆਪਾਂ ਨੂੰ ਦਿੱਲੀ ਬਾਰਡਰ ਕਹਿਣਾ ਪੈ ਰਿਹਾ ਹੈਗਾ। ਸੋ ਬੜਾ ਅਫਸੋਸ ਵੀ ਹੁੰਦਾ ਹੈ, ਬੜਾ ਰੋਸ ਆਉਂਦਾ ਹੈ ਕਿ ਕੀ ਹੋ ਰਿਹਾ ਹੈ ਆਪਣੇ ਦੇਸ਼ ਦੇ ਵਿੱਚ। ਸੋ ਸਾਡੇ ਗਰੁੱਪ ਦੇ ਰਾਹੀਂ ਅਸੀਂ ਇਹ ਕੋਸ਼ਿਸ਼ ਕਰਦੇ ਹਾਂ ਕਿ ਥਰੂ ਸੋਸ਼ਲ ਐਂਡ ਡਿਜੀਟਲ ਮੀਡੀਆ ਜਿਹੜੇ ਆਪਣੇ ਵਿਊਅਰਸ ਬਾਹਰ ਬੈਠੇ ਨੇ, ਸਾਰਿਆਂ ਨੂੰ ਪਤਾ ਲੱਗੇ ਕਿ ਔਨ ਦ ਗਰਾਊਂਡ ਕੀ ਹੋ ਰਿਹਾ ਹੈ। ਐਂਡ ਨਾਟ ਜਸਟ ਦੈਟ, ਸਾਡਾ ਇਹ ਵੀ ਐਂਡੇਵਰ ਹੈ ਕਿ ਜਿਹੜੇ ਆਪਣੇ ਬਾਰਡਰਸ ਦੇ ਉੱਤੇ ਮੋਰ ਦੈਨ 494 ਆਪਣੇ ਜਿਹੜੇ ਫਾਰਮਰਸ ਨੇ ਉਹਨਾਂ ਨੇ ਸ਼ਹੀਦੀ ਪ੍ਰਾਪਤ ਕੀਤੀ ਹੈ, ਉਹਨਾਂ ਨੂੰ ਅਸੀਂ ਕਿਵੇਂ ਸਪੋਰਟ ਕਰ ਸਕਦੇ ਹਾਂ। ਐਂਡ ਇਨ ਡੂਇੰਗ ਦੈਟ ਸਾਡਾ ਸੰਪਰਕ ਹੋਇਆ ਹੈ ਆਤਮ ਪ੍ਰਗਾਸ ਸੋਸ਼ਲ ਵੈਲਫੇਅਰ ਕਾਉਂਸਲ ਦੇ ਨਾਲ। ਤੇ I would like to introduce our esteemed panel members to you. As I said before, we are very humbled, very privileged ਕਿ ਇਸ ਤਰ੍ਹਾਂ ਦੀ ਆਰਗੇਨਾਈਜੇਸ਼ਨ ਦੇ ਨਾਲ ਸਾਡਾ ਸੰਪਰਕ ਹੋਇਆ ਹੈ, who are doing such great work to support these bereaved farmers' families, not only to rehabilitate them, but also give them hope for a better future. It's not just about money, it's about giving them the self-confidence, the self-reliance to pick up themselves and lead a better life. So without further ado, I want to introduce our panelists. ਸਾਡੇ ਨਾਲ ਜੁੜੇ ਨੇ ਡਾਕਟਰ ਵਰਿੰਦਰਪਾਲ ਸਿੰਘ ਜੀ। ਉਹਨਾਂ ਨੂੰ ਕੌਣ ਨਹੀਂ ਜਾਣਦਾ ਹੈਗਾ। ਸਤਿ ਸ਼੍ਰੀ ਅਕਾਲ ਡਾਕਟਰ ਸਾਹਿਬ। he is a very very eminent soil scientist and he is also the winner of the Golden Jubilee Award for his research on soil nutrition, and we are very privileged sir ਕਿ ਤੁਸੀਂ ਸਾਡੇ ਨਾਲ ਜੁੜੇ ਹੋ। We've got Dr. Nichitar Singh ji, ex-vice chancellor of the university. We've got ਜਸਵੰਤ ਸਿੰਘ ਖਾਇਰਾ ਜੀ, ਜਿਹੜੇ ਕਿ ਅਕਾਲ ਅਕੈਡਮੀ ਤੇ ਮਸਤੂਆਣਾ ਗਰੁੱਪ ਆਫ ਕਾਲਜਸ ਦੇ ਨਾਲ ਜੁੜੇ ਹੋਏ ਨੇ ਔਰ ਬੜੇ ਸਾਲਾਂ ਤੋਂ ਉਹਨਾਂ ਦੇ ਨਾਲ ਕੰਮ ਕਰ ਰਹੇ ਨੇ। We've got Sukhwinder Singh, Dr. Sukhwinder Singh Saraan, who's also an eminent scientist. And I've got Dr. Kiran Sandhu, who is one of our co-admins. So without further ado, ਆਪਾਂ ਇਸ ਸਵਾਲ ਸ਼ੁਰੂ ਦਾ ਅਸੀਂ ਕਰਨ ਲੱਗੇ ਹਾਂ ਡਾਕਟਰ ਵਰਿੰਦਰਪਾਲ ਸਿੰਘ ਜੀ ਦੇ ਨਾਲ ਕਿ ਡਾਕਟਰ ਸਾਹਿਬ ਤੁਸੀਂ ਸਾਨੂੰ ਦੱਸੋ ਕਿ ਇਹ ਜਿਹੜੀ ਆਪਣੀ ਸੰਸਥਾ ਹੈ ਇਹਦਾ ਇਨਸੈਪਸ਼ਨ ਕਿੱਦਾਂ ਆਇਆ ਤੇ ਤੁਹਾਨੂੰ ਕਿਸ ਤਰ੍ਹਾਂ ਤੁਸੀਂ ਇਹਦੇ ਬਾਰੇ ਸੋਚਿਆ, ਇਹਦੇ ਬਾਰੇ ਜ਼ਰਾ ਦੱਸੋ ਕਿ ਤੁਹਾਡੀ ਜਰਨੀ ਕਿਸ ਤਰ੍ਹਾਂ ਰਹੀ ਹੈ ਇਹਦੀ ਸਟਾਰਟ ਇਵੋਲਵ ਹੋਣ ਦੇ ਵਿੱਚ। ਦੇਖੋ, ਬਚਪਨ ਤੋਂ ਹੀ ਮੈਨੂੰ ਆਪਣੇ ਪਰਿਵਾਰ ਦੇ ਵਿੱਚੋਂ ਸੰਸਕਾਰ ਮਿਲੇ ਕਿ ਕਹਿਣੀ ਤੇ ਕਥਨੀ ਦੇ ਉੱਤੇ ਪੂਰਾ ਉਤਰਨਾ ਬੜਾ ਜ਼ਰੂਰੀ ਹੈ। ਮਾਤਾ ਪਿਤਾ ਨੇ ਸੰਗਤ ਵਿੱਚ ਲੈ ਜਾਣਾ ਤੇ ਉੱਥੇ ਬਹੁਤ ਕੁਛ ਇਤਿਹਾਸ ਦਾ, ਗੁਰਬਾਣੀ ਦਾ, ਗੁਰਦੁਆਰਾ ਸਾਹਿਬ ਤੋਂ ਸੰਗਤ ਵਿੱਚ ਸੁਣਨ ਨੂੰ ਮਿਲਣਾ। ਯੂਨੀਵਰਸਿਟੀ ਦੇ ਵਿੱਚ ਪੜ੍ਹਾਈ ਕੀਤੀ ਤਾਂ ਬਹੁਤ ਚੰਗੇ ਅਧਿਆਪਕ ਮਿਲੇ, ਪ੍ਰੋਫੈਸਰ, ਜਿਨ੍ਹਾਂ ਦੇ ਨਾਲ ਮੈਂ ਆਪਣਾ ਵਿੱਦਿਆ ਦਾ, ਉੱਚ ਵਿੱਦਿਆ ਦਾ ਜੋ ਸਫ਼ਰ ਸੀ ਉਹ ਸ਼ੁਰੂ ਕੀਤਾ। ਉਹਨਾਂ ਦੇ ਵਿੱਚੋਂ ਵੀ ਬਹੁਤ ਕੁਛ ਮੈਨੂੰ ਸਿੱਖਣ ਨੂੰ ਮਿਲਿਆ। ਪਰ ਜਦੋਂ ਮੈਂ ਆਪਣੀ ਪੜ੍ਹਾਈ ਪੂਰੀ ਕਰਕੇ ਸਮਾਜ ਦੇ ਵਿੱਚ ਵਿਚਰਨਾ ਸ਼ੁਰੂ ਕੀਤਾ ਤੇ ਮੈਨੂੰ ਇੱਕ ਖਲਾਓ ਜਿਹਾ ਮਹਿਸੂਸ ਹੋਇਆ ਵੀ ਜੋ ਕੁਛ ਥਿਓਰੈਟੀਕਲੀ ਦੱਸਿਆ ਜਾਂਦਾ ਹੈ ਉਹ ਲੋਕ ਜੀਵਨ ਵਿੱਚ ਕਮਾਉਂਦੇ ਨਹੀਂ। ਥਾਂ ਥਾਂ ਤੇ ਭ੍ਰਿਸ਼ਟਾਚਾਰ ਦੇਖਣ ਨੂੰ ਮਿਲਿਆ। ਹਸਪਤਾਲ ਨੇ, ਵਿਦਿਅਕ ਅਦਾਰੇ ਨੇ, ਪ੍ਰਬੰਧਕੀ ਅਦਾਰੇ ਨੇ ਜਾਂ ਸਾਡੇ ਸਮਾਜ ਦੇ ਆਗੂ ਨੇ, ਮੈਨੂੰ ਬੜਾ ਐਕਸਪੋਜ਼ਰ ਮਿਲਿਆ ਔਰ ਮੈਂ ਜਿੱਥੇ ਜਿੱਥੇ ਵੀ ਜਾ ਕੇ ਦੇਖਿਆ ਤੇ ਮੈਨੂੰ ਅੰਦਰੋਂ ਕਹਿ ਲਓ ਇੱਕ ਘੁੱਟਣ ਜਿਹੀ ਮਹਿਸੂਸ ਹੋਈ ਕਿ ਇਹ ਅੰਦਰੋਂ ਹੋਰ ਤੇ ਬਾਹਰੋਂ ਹੋਰ ਵਾਲਾ ਢਾਂਚਾ ਤੇ ਸਮਾਜ ਨੂੰ ਕੁਝ ਰੋਲ ਮਾਡਲ ਚਾਹੀਦੇ ਨੇ। ਸੋ ਸਾਡਾ ਇਹੀ ਸੁਪਨਾ ਸੀ 2009 ਦੇ ਵਿੱਚ ਜਿਹੜਾ ਅਸੀਂ ਲਿਆ ਕਿ ਇੱਕ ਇਹੋ ਜਿਹਾ ਛੋਟਾ ਜਿਹਾ ਇੱਕ ਸੰਗਠਨ ਤਿਆਰ ਕਰੀਏ ਜਿਹਦਾ ਮਿਸ਼ਨ ਸਿਰਫ ਇਹ ਹੋਵੇ
ਕਿ ਅਸੀਂ ਟਰੂਥਫੁਲ ਹਿਊਮਨ ਬੀਇੰਗਸ ਪਹਿਲਾਂ ਆਪ ਬਣਨਾ ਹੈ ਤੇ ਫਿਰ ਦੂਸਰਿਆਂ ਨੂੰ ਬਣਾਉਣਾ ਹੈ, ਤੇ ਸਹਿਜੇ ਸਹਿਜੇ ਸਮਾਜ ਦੇ ਇੱਕ ਪੋਜ਼ਿਟਿਵਿਟੀ ਜਿਹੜੀ ਹੈ ਉਹਨੂੰ ਇੰਬਾਈਬ ਕਰਨ ਦੇ ਲਈ ਇੱਕ ਸੋਰਸ ਪੈਦਾ ਕਰਨਾ ਹੈ ਕਿ ਸਮਾਜ ਦੇ ਵਿੱਚ ਸਚਾਰ ਮਨੁੱਖ ਜਿਹਨੂੰ ਅਸੀਂ ਕਹਿ ਦਿੰਦੇ ਹਾਂ, ਇਹ ਸਾਡਾ ਇੱਕੋ ਇੱਕ ਆਬਜੈਕਟਿਵ ਸੀ ਉਸ ਵੇਲੇ ਕਿ ਅਸੀਂ ਉਸ ਨੂੰ ਪੂਰੀਆਂ ਕਰਨਾ। ਤੇ ਉਹਦੇ ਲਈ ਅਸੀਂ 2009 ਦੇ ਵਿੱਚ ਕੁਝ ਪ੍ਰੋਫੈਸਰਸ ਨੇ, ਕੁਝ ਹੋਰ ਸਮਾਜ ਦੀਆਂ ਪ੍ਰਮੁੱਖ ਸ਼ਖਸੀਅਤਾਂ ਨੇ ਰਲ ਕੇ ਇਸ ਕਾਰਜ ਨੂੰ ਆਰੰਭ ਕੀਤਾ ਕਿ ਸਚਾਰ ਮਨੁੱਖਾਂ ਦਾ ਕਾਫਲਾ ਤਿਆਰ ਕਰਨ ਦੇ ਲਈ ਅਸੀਂ ਇਸ ਸੰਗਠਨ ਦੀ ਆਰੰਭਤਾ ਕੀਤੀ। ਸੋ ਆਤਮ ਪ੍ਰਗਾਸ ਦਾ ਮਤਲਬ ਕੀ ਹੈਗਾ ਡਾਕਟਰ ਸਾਹਿਬ? ਇਹੀ ਆਤਮ ਪ੍ਰਗਾਸ? ਹਾਂ ਦੇਖੋ, ਸੱਚੇ ਮਨੁੱਖ ਨਹੀਂ, ਜਦੋਂ ਵੀ ਆਪਾਂ ਕੋਈ ਵੀ ਕੰਮ ਕਰਨਾ ਹੋਵੇ ਸਭ ਤੋਂ ਪਹਿਲਾਂ ਤਾਂ ਤੁਹਾਨੂੰ ਗਿਆਨ ਲੋੜੀਂਦਾ ਹੈ ਨਾ, ਗਿਆਨ, ਨੌਲੇਜ। ਹੁਣ ਗਿਆਨ ਦੋ ਤਰ੍ਹਾਂ ਦਾ ਹੁੰਦਾ, ਇੱਕ ਤਾਂ ਗਿਆਨ ਬਾਹਰੋਂ ਆਉਂਦਾ ਹੈ ਨਾ, ਐਕਸਟਰਨਲ ਨੌਲੇਜ, ਹਾਂਜੀ, ਤੇ ਇੱਕ ਹੁੰਦੀ ਹੈ ਅੰਦਰੋਂ ਕੋਈ ਚੀਜ਼ ਦਾ ਚਾਨਣ ਹੋਣਾ, ਉਹਨੂੰ ਆਪਾਂ ਕਹਿੰਦੇ ਆ ਐਨਲਾਈਟਨਡ ਸਾਊਲ, ਅੰਦਰੋਂ ਕੋਈ ਚਾਨਣ ਹੋਣਾ। ਹੁਣ ਜਦੋਂ ਬਾਹਰਲਾ ਗਿਆਨ ਹੁੰਦਾ ਹੈ ਉਹਦੇ ਵਿੱਚ ਕੀ ਹੈ ਕਿ ਬਾਹਰੋਂ ਸਾਨੂੰ ਸਕੂਲਾਂ 'ਚ, ਕਾਲਜਾਂ 'ਚ ਪੜ੍ਹਦੇ ਆ, ਪਰਿਵਾਰ ਵਿੱਚ ਵਿਚਰਦੇ ਆ, ਉੱਥੋਂ ਇਸ ਚੀਜ਼ ਸਮਝ ਆਉਂਦੀ ਹੈ ਕਿ ਪੜ੍ਹ ਲਿਖ ਕੇ ਚੰਗੀ ਨੌਕਰੀ ਲੈਣੀ ਹੈ, ਚੰਗੇ ਪੈਸੇ ਕਮਾਉਣੇ ਹੈ, ਚੰਗਾ ਮਾਣ ਲੈਣਾ ਹੈ ਨਾ, ਫਿਰ ਵੱਡੀ ਕਾਰ ਲੈਣੀ ਹੈ, ਫਿਰ ਵੱਡਾ ਘਰ ਲੈਣਾ ਹੈ ਨਾ। ਦਿਸ ਇਜ਼ ਵਾਟ ਸਾਨੂੰ ਸਾਰਾ ਆਲਾ ਦੁਆਲਾ ਦੱਸਦਾ ਹੈ ਨਾ, ਐਕਸਟਰਨਲ, ਸਾਡੇ ਟੀਚਰ, ਸਾਡੇ ਪਰਿਵਾਰ ਦੇ ਮੈਂਬਰ, ਸਾਡੇ ਵੱਡੇ, ਸਾਡੇ ਛੋਟੇ ਵੀ, ਤੂੰ ਕਿੱਥੇ ਨੌਕਰੀ ਕਰਦਾ ਹੈ, ਕਿੰਨੇ ਪੈਸੇ ਮਿਲਦੇ ਆ, ਕੀ ਤੇਰਾ ਸਟੇਟਸ ਹੈ, ਕਿੱਦਾਂ ਦਾ ਤੇਰਾ ਘਰ ਹੈ, ਇਹ ਗਿਆਨ ਸਾਨੂੰ ਬਾਹਰੋਂ ਹਾਸਲ ਹੁੰਦਾ ਹੈ। ਤੇ ਜਦੋਂ ਸਾਨੂੰ ਇਹ ਗਿਆਨ ਹਾਸਲ ਹੋ ਜਾਂਦਾ ਨਾ, ਫਿਰ ਅਸੀਂ ਜਿਹੜਾ ਕਿ ਚਾਨਣ ਦਾ ਸੋਮਾ ਉਹਦੇ ਕੋਲ ਜਾਂਦੇ ਆ, ਕਹਿ ਲਈਏ ਆਪਾਂ ਗੁਰੂ ਗ੍ਰੰਥ ਸਾਹਿਬ ਇੱਕ ਗਿਆਨ ਦਾ ਸੋਮਾ ਹੈ ਨਾ, ਉਹਨਾਂ ਕੋਲ ਜੇ ਆਪਾਂ ਜਾਂਦੇ ਆ ਤੇ ਉੱਥੇ ਜਾ ਕੇ ਵੀ ਅਸੀਂ ਫਿਰ ਪਤਾ ਕੀ ਕਰਦੇ ਆ, ਅਸੀਂ ਕਹਿੰਦੇ ਬਾਬਾ ਜੀ ਮੈਨੂੰ ਸੋਹਣੀ ਕਾਰ ਦੇ ਦੇ, ਮੈਨੂੰ ਸੋਹਣਾ ਘਰ ਦੇ ਦੇ, ਮੈਨੂੰ ਪੁੱਤਰ ਦੇ ਦੇ, ਮੈਨੂੰ ਪੋਤਰੀ ਦੇ ਦੇ, ਮੈਨੂੰ ਨੌਕਰੀ ਦੇ ਦੇ, ਮੇਰੀ ਤਰੱਕੀ ਕਰ ਦੇ। ਦਿਸ ਇਜ਼ ਵਾਟ ਅਸੀਂ ਕੁਝ ਹੋਰ ਹੀ ਕਰਨ ਲੱਗ ਪੈਂਦੇ ਆ। ਤੇ ਅਸਲ ਦੇ ਵਿੱਚ ਗੁਰਬਾਣੀ ਨੇ ਸਾਨੂੰ ਦੱਸਿਆ ਸੀ ਕਿ ਅੰਦਰਲਾ ਚਾਨਣ ਲੈਣਾ ਹੈ। ਬਿਲਕੁਲ, ਮੈਨੂੰ ਨਿਮਰਤਾ ਦੇ ਦੇ, ਮੈਨੂੰ ਮਿਠਾਸ ਦੇ ਦੇ, ਮੇਰੇ ਅੰਦਰ ਚੜ੍ਹਦੀ ਕਲਾ ਪੈਦਾ ਕਰ ਦੇ, ਉਤਸ਼ਾਹ ਪੈਦਾ ਕਰ ਦੇ, ਮੇਰੇ ਅੰਦਰ ਤਿਆਗ ਦਾ, ਕੁਰਬਾਨੀ ਦਾ ਜਜ਼ਬਾ ਪੈਦਾ ਕਰ ਦੇ। ਇਹ ਤਾਂ ਮੰਗਦੇ ਹੀ ਨਹੀਂ, ਕਿਉਂਕਿ ਗਿਆਨ ਸਾਰਾ ਬਾਹਰੋਂ ਆ ਰਿਹਾ ਹੁੰਦਾ ਹੈ। ਬਿਲਕੁਲ, ਜਿਹੜਾ ਪਦਾਰਥ ਦਾ ਗਿਆਨ ਹੈ ਉਹ ਤੁਹਾਨੂੰ ਪਦਾਰਥ ਵੱਲ ਖਿੱਚ ਦਿੰਦਾ। ਜਿਹੜਾ ਪਰਮਾਰਥ ਦਾ, ਜਿਹੜੀ ਜਿੱਥੋਂ ਗੁਣ ਗ੍ਰਹਿਣ ਕਰਨੇ ਸੀ, ਗੁਰੂ ਸਾਹਿਬ ਨੇ ਤਾਂ ਲਿਖ ਦਿੱਤਾ ਵੀ ਗੁਰਬਾਣੀ ਮੈਂ ਤੁਹਾਨੂੰ ਇਸ ਲਈ ਦੇ ਰਿਹਾ ਕਿ ਤੁਸੀਂ ਖੁਦ ਗੁਰਬਾਣੀਓ ਹੀ ਬਣ ਜਾਓ। ਗੁਰਬਾਣੀ ਬਣੀ ਹੈ, ਇਹ ਸਿਧਾਂਤ ਹੈ ਵੀ ਜੋ ਮੈਂ ਗੁਰਬਾਣੀ 'ਚ ਗੁਣ ਲਿਖੇ ਨੇ ਇਹ ਤੁਸੀਂ ਗ੍ਰਹਿਣ ਕਰਨੇ ਨੇ। ਪਰ ਇਹ ਕਦੋਂ ਗ੍ਰਹਿਣ ਹੁੰਦੇ ਨੇ? ਕਈ ਕੋਟ ਪਾਰ ਬ੍ਰਹਮ ਕੇ ਦਾਸ, ਜਿਹੜੇ ਉਹਦਾ ਸੇਵਕ ਬਣ ਜਾਂਦੇ ਨੇ। ਤਿੰਨ ਹੋਵਤ ਆਤਮ ਪ੍ਰਗਾਸ, ਉਹਨਾਂ ਦੇ ਅੰਦਰੋਂ ਫਿਰ ਚਾਨਣ ਹੁੰਦਾ ਹੈ। ਠੀਕ ਹੈ। ਇਹ ਮਨ ਵਿੱਚ ਬੜਾ ਇਹ ਪੰਕਤੀਆਂ ਸਟ੍ਰਾਈਕ ਕਰਦੀਆਂ ਰਹਿੰਦੀਆਂ ਸੀ ਬਚਪਨ ਤੋਂ ਹੀ ਵੀ ਇਹ ਪ੍ਰਮਾਤਮਾ ਦੇ ਦਾਸ ਹੋ ਕੇ ਹੀ ਗੱਲ ਬਣਦੀ ਹੈ, ਤੇ ਦਾਸ ਹੋ ਕੇ ਹੀ ਅੰਦਰੋਂ ਜਿਹੜਾ ਚਾਨਣ ਮਿਲਦਾ, ਜਿਹਦੇ ਵਿੱਚ ਚਾਹਤ ਪੈਦਾ ਹੁੰਦੀ ਹੈ ਚੰਗੇ ਗੁਣ ਗ੍ਰਹਿਣ ਕਰਨ ਦੀ। ਬਸ ਉਹ ਕਿਤੇ ਬੈਕ ਮਾਈਂਡ ਵਿੱਚ ਇਹ ਸ਼ਬਦ ਨੇ ਆਪਣਾ ਘਰ ਕੀਤਾ ਹੋਇਆ ਸੀਗਾ, ਤੇ ਫਿਰ ਅਸੀਂ ਜਦੋਂ ਸੰਗਠਨ ਬਣਾਇਆ ਤੇ ਸੋਚਿਆ ਇਹਦਾ ਨਾਮ ਵੀ ਆਤਮ ਪ੍ਰਗਾਸ ਹੀ ਰੱਖ ਲਈਏ। ਹਾਂਜੀ, ਬਹੁਤ ਐਪਟ ਨਾਮ ਹੈ। ਜਿਸ ਤਰ੍ਹਾਂ ਤੁਸੀਂ ਸਮਝਾਇਆ, ਬੜੀ ਇੰਸਪਾਇਰਿੰਗ, ਸਾਡੇ ਮਨ 'ਚ, ਮੇਰੇ ਮਨ 'ਚ ਬਹੁਤ ਫੀਲਿੰਗ ਆ ਰਹੀ ਹੈ ਕਿ ਆਪਾਂ ਬਿਲਕੁਲ ਇਸ ਤਰ੍ਹਾਂ ਸੋਚਦੇ ਹੀ ਨਹੀਂ, ਔਰ ਜਦੋਂ ਤੁਹਾਡੇ ਵਰਗਿਆਂ ਨੂੰ ਸੁਣੀਦਾ ਹੈ ਇੱਕਦਮ ਲੱਗਦਾ ਹੈ ਜਿਵੇਂ ਆਪਾਂ ਕਹਿੰਦੇ ਹਾਂ ਇੰਟਰੋਸਪੈਕਸ਼ਨ। ਉਹ ਆਈ ਥਿੰਕ ਆਮ ਹੋਪਿੰਗ ਕਿ ਜਿੰਨੇ ਵੀ ਆਪਣੇ ਵਿਊਅਰਸ ਵਾਚ ਕਰ ਰਹੇ ਨੇ, they are listening and they are going to imbibe this, ਕਿਉਂਕਿ this is something that we should hold on to। ਤੇ ਅਗਲਾ ਮੇਰਾ ਸਵਾਲ ਸੀਗਾ ਕਿ ਆਪਾਂ ਆਪਣੇ ਏਮਸ ਤੇ ਆਬਜੈਕਟਿਵਸ ਦੇ ਬਾਰੇ ਥੋੜਾ ਜਿਹਾ ਦੱਸੋ ਡਾਕਟਰ ਸਾਹਿਬ, ਤੇ ਵੀ ਕਿਸ ਤਰ੍ਹਾਂ, what is your plan, what is the blueprint ਜਿਹਦੇ ਦੇ ਉੱਤੇ ਤੁਸੀਂ ਕੰਮ ਕਰ ਰਹੇ? ਦੇਖੋ, ਸਾਡਾ ਜਿਹੜਾ ਬੇਸਿਕ ਆਬਜੈਕਟਿਵ ਹੈ, ਜਿੱਥੇ ਅਸੀਂ ਪੂਰਾ ਥਰਸਟ ਦਿੰਦੇ ਹਾਂ, ਸਾਡੀ ਕੋਈ ਵੀ ਮੀਟਿੰਗ, ਗੱਲਬਾਤ, ਪ੍ਰੋਗਰਾਮ, ਉਹਦੇ ਵਿੱਚ ਸਾਡਾ ਮੇਨ ਫੋਕਸ ਇਹ ਹੁੰਦਾ ਹੈ ਕਿ ਅਸੀਂ ਖੁਦ ਆਪਣੇ ਆਚਰਣ ਦੇ ਵਿੱਚ ਸੱਚ ਕੁੱਟ-ਕੁੱਟ ਕੇ ਭਰਨਾ ਹੈ, ਖੁਦ ਸਚਿਆਰ ਬਣਨਾ ਹੈ, ਤੇ ਦੂਸਰਿਆਂ ਨੂੰ ਬਣਨ ਦੇ ਲਈ ਮਾਹੌਲ ਦੇਣਾ ਹੈ ਸਚਿਆਰ ਬਣਨ ਦੇ। ਇਸ ਆਬਜੈਕਟਿਵ ਨੂੰ ਅਚੀਵ ਕਰਨ ਲਈ ਜਿਹੜੇ ਅਸੀਂ ਪ੍ਰਮੁੱਖ ਕੰਮ ਕਰ ਰਹੇ ਹਾਂ, ਉਹਦੇ ਵਿੱਚ ਸਭ ਤੋਂ ਪਹਿਲਾਂ ਤਾਂ ਇਹ ਸੀ ਕਿ ਹੁਣ ਇਹਦਾ ਮੋਡਸ ਆਪਰੈਂਡੀ ਕੀ ਹੋਵੇ, ਕਿਵੇਂ ਦੱਸਿਆ ਜਾਵੇ ਸਚਿਆਰ ਬਣਦਾ, ਕਿਹਨਾਂ ਨੂੰ ਦੱਸਿਆ ਜਾਵੇ ਕਿ ਸਚਿਆਰ ਬਣਦਾ ਹੈ। ਸੋ ਅਸੀਂ ਆਪਣੀ ਟਾਰਗੇਟਡ ਆਡੀਅנס ਲਈ ਛੋਟੇ ਬੱਚੇ ਜਿਹੜੇ ਨਰਸਰੀ ਦੇ ਵਿੱਚ ਹਜੇ ਆਪਣੀ ਕਿਤਾਬ ਦੇ ਉੱਤੇ ਹੱਥ ਰੱਖਣਾ ਸਿੱਖ ਰਹੇ ਹੁੰਦੇ ਨੇ, ਅਸੀਂ ਸੋਚਿਆ ਸਭ ਤੋਂ ਬੈਸਟ ਟਾਰਗੇਟਡ ਆਡੀਅנס ਇਹੀ ਹੋਣੀ ਚਾਹੀਦੀ ਹੈ ਕਿ ਜਦੋਂ ਅਜੇ ਉਹਨੂੰ ਕੁਝ ਵੀ ਨਹੀਂ ਪਤਾ ਇਸ ਸੰਸਾਰ ਦਾ, ਹੈ ਨਾ, ਉਸ ਵਕਤ ਉਹਦੇ ਮਾਈਂਡ ਦੇ ਵਿੱਚ ਇੱਕ ਡਾਇਰੈਕਸ਼ਨ ਉਹਨੂੰ ਦਿੱਤੀ ਜਾਵੇ।
ਸੋ ਉਹਦੇ ਵਾਸਤੇ ਅਸੀਂ ਕਿਤਾਬਾਂ ਲਿਖੀਆਂ। 2010 ਵਿੱਚ 12 ਕਿਤਾਬਾਂ ਪ੍ਰਕਾਸ਼ਿਤ ਹੋਈਆਂ ਛੋਟੇ ਬੱਚਿਆਂ ਵਾਸਤੇ, ਨਰਸਰੀ ਤੋਂ ਔਨਵਰਡ, ਛੋਟੇ ਪ੍ਰਾਇਮਰੀ ਕਲਾਸਿਸ ਵਾਸਤੇ। ਫਿਰ 2015 ਦੇ ਵਿੱਚ ਅਸੀਂ ਇੱਕ ਇੰਟਰਨੈਸ਼ਨਲ ਕਾਨਫਰੰਸ ਕੀਤੀ, ਉਹਦੇ ਚ 12 ਕਿਤਾਬਾਂ ਹੋਰ ਪ੍ਰਕਾਸ਼ਿਤ ਹੋਈਆਂ। ਸੋ ਇਹ 24 ਕਿਤਾਬਾਂ ਸਾਡੀਆਂ ਜਿਹੜੀਆਂ ਨੇ ਇਸ ਵੇਲੇ ਇੰਡੀਆ ਦੇ ਵਿੱਚ 300+ ਸਕੂਲਸ ਨੇ, ਅਬਾਊਟ ਡਜ਼ਨ ਸਕੂਲ ਸਾਡੇ ਭਾਰਤ ਤੋਂ ਬਾਹਰ ਵਿਦੇਸ਼ਾਂ ਦੇ ਵਿੱਚ ਨੇ ਜਿਹੜੇ ਇਹਨਾਂ ਨੂੰ ਆਪਣੇ ਸਿਲੇਬਸ ਦੇ ਵਿੱਚ ਵਰਤਦੇ ਨੇ। ਸੋ ਇਹ ਸਾਡਾ ਇੱਕ ਬਹੁਤ ਫੰਡਾਮੈਂਟਲ ਕੰਮ ਹੈ ਕਿ ਅਸੀਂ ਛੋਟੇ ਬੱਚਿਆਂ ਨੂੰ ਇਹੋ ਜਿਹਾ ਗਿਆਨ ਦਿੰਦੇ ਆ। ਇਹ ਗਿਆਨ ਕੋਈ ਧਾਰਮਿਕ ਗਿਆਨ ਨਹੀਂ ਹੈਗਾ, ਇਹ ਗਿਆਨ ਅਸੀਂ ਕਿੰਨੀਆਂ ਕਿਤਾਬਾਂ ਨੇ ਸਾਡੀਆਂ, ਇਹ ਜੋ ਪੰਜਾਬੀ, ਡਰਾਇੰਗ, ਆਰਟ, ਸੋਸ਼ਲ ਸਾਇੰਸ, ਹਿਸਟਰੀ, ਇਹਨਾਂ ਵਿਸ਼ਿਆਂ ਦੀਆਂ ਨੇ, ਬਟ ਇਹ ਮੋਰਲ ਵੈਲਿਊਜ਼ ਦੇ ਨਾਲ ਭਰਪੂਰ ਨੇ। ਵੈਲਿਊ ਬੇਸਡ ਐਜੂਕੇਸ਼ਨ ਹੈ ਇਹਨਾਂ ਦੇ ਵਿੱਚ, ਜਿਨ੍ਹਾਂ ਦੇ ਰਾਹੀਂ ਬੱਚੇ ਬਚਪਨ ਤੋਂ ਹੀ ਉਹਨਾਂ 'ਚ ਜਿਗਿਆਸਾ ਪ੍ਰਬਲ ਹੋਣ ਦਾ ਇੱਕ ਰਾਹ ਖੁੱਲਦਾ ਹੈ ਕਿ ਅਸੀਂ ਸੱਚੇ ਸੁੱਚੇ ਇਨਸਾਨ ਬਣਨਾ। ਸੋ ਸਾਡਾ ਪਹਿਲਾ ਬੇਸਿਕ ਕੰਮ ਤਾਂ ਅਸੀਂ ਐਕੈਡੈਮਿਕ ਕਾਰਜ ਕਰਦੇ ਹਾਂ ਕਿ ਬੱਚਿਆਂ ਦੇ ਲਈ ਅਸੀਂ ਕਿ ਵੈਲਿਊ ਬੇਸਡ ਐਜੂਕੇਸ਼ਨ ਦੇ ਲਈ 24 ਕਿਤਾਬਾਂ ਜਿਹੜੀਆਂ ਨੇ ਪ੍ਰਕਾਸ਼ਿਤ ਕੀਤੀਆਂ। ਉਸ ਤੋਂ ਬਾਅਦ ਸੈਕੰਡ ਸਾਡਾ ਹੈ ਕਿ ਅਸੀਂ ਜਿਨ੍ਹਾਂ ਅਧਿਆਪਕਾਂ ਨੇ ਬੱਚਿਆਂ ਨੂੰ ਇਹ ਕਿਤਾਬਾਂ ਪੜ੍ਹਾਉਣੀਆਂ ਨੇ, ਜਿਨ੍ਹਾਂ ਦੇ ਕੋਲੋਂ ਬੱਚਿਆਂ ਨੇ ਕੁਝ ਸਿੱਖਣਾ ਹੈ, ਉਹਨਾਂ ਅਧਿਆਪਕਾਂ ਦੇ ਰੈਗੂਲਰ ਟ੍ਰੇਨਿੰਗ ਕੋਰਸਸ, ਛੋਟੀਆਂ ਵਰਕਸ਼ਾਪਸ, ਮਿਲਣੀਆਂ, ਵੱਡੇ ਸਮਾਗਮ, ਇੰਟਰਨੈਸ਼ਨਲ ਲੈਵਲ ਦੀਆਂ 3 ਕਾਨਫਰੰਸ ਅਸੀਂ ਕੀਤੀਆਂ ਨੇ। ਸੋ ਅਬਾਊਟ more than 30,000 ਟੀਚਰਸ ਅਸੀਂ ਇੰਪਾਵਰ ਕੀਤੇ ਨੇ ਪਿਛਲੇ 10 ਸਾਲਾਂ ਦੇ ਵਿੱਚ। ਰਾਦਰ ਹੁਣ ਤਾਂ 12 ਤੋਂ ਉੱਪਰ ਹੋਣ ਵਾਲੇ ਨੇ, ਪਿਛਲੇ ਜਾਣੀ ਕਹਿ ਲਓ 12 ਸਾਲਾਂ ਦੇ ਵਿੱਚ ਅਸੀਂ ਇਹ ਕਾਰਜ ਕੀਤਾ। ਔਰ ਉਸ ਤੋਂ ਬਾਅਦ ਫਿਰ ਸਾਨੂੰ 2015 ਦੇ ਵਿੱਚ ਅਸੀਂ ਇੱਕ ਟੀਚਰਸ ਦੀ ਇੰਟਰਨੈਸ਼ਨਲ ਕਾਨਫਰੰਸ ਕੀਤੀ ਸੀ। ਉਹਦੇ ਤੇ ਸਾਨੂੰ ਟੀਚਰਸ ਨੇ ਬਹੁਤ ਜ਼ੋਰ ਦੇ ਕੇ ਕਿਹਾ ਕਿ ਸਾਡੇ ਸਟੂਡੈਂਟਸ ਨੂੰ ਵੀ ਤੁਸੀਂ ਡਾਇਰੈਕਟ ਇੰਟਰੈਕਟ ਕਰੋ। ਤੇ ਅਸੀਂ ਉਦੋਂ ਤੱਕ ਬੱਚਿਆਂ ਨਾਲ ਡਾਇਰੈਕਟ ਇੰਟਰੈਕਸ਼ਨ ਨਹੀਂ ਸੀ ਕਰਦੇ ਤੇ ਟੀਚਰਸ ਨੂੰ ਕਹਿੰਦੇ ਸੀ ਕਿ ਅਸੀਂ ਤੁਹਾਨੂੰ ਇੰਪਾਵਰ ਕਰਦੇ ਹਾਂ, ਤੁਸੀਂ ਬੱਚਿਆਂ ਨੂੰ ਕੰਮ ਕਰੋ। ਸੋ ਇੰਟਰਨੈਸ਼ਨਲ ਲੈਵਲ ਦੀ ਬਹੁਤ ਇੰਪੋਰਟੈਂਟ ਗੈਦਰਿੰਗ ਸੀ, ਪਿੰਗਲਵਾੜੇ ਹੋਈ ਇਹ ਅੰਮ੍ਰਿਤਸਰ, ਤੇ ਉਹਦੇ ਸਕੂਲਾਂ ਦੇ ਬਹੁਤ ਸਾਰੇ ਪ੍ਰਬੰਧਕ, ਮੈਨੇਜਮੈਂਟਸ ਉੱਥੇ ਬੈਠੀਆਂ ਤੇ ਉਹਨਾਂ ਨੇ ਕਿਹਾ ਵੀ ਨਹੀਂ, ਤੁਸੀਂ ਬੱਚਿਆਂ ਨੂੰ ਆਪ ਹੈਂਡਲ ਕਰਨਾ ਸ਼ੁਰੂ ਕਰੋ, ਅਸੀਂ ਤੁਹਾਨੂੰ ਸਟਾਫ ਚੰਗਾ ਦੇਵਾਂਗੇ। ਸੋ ਅਸੀਂ ਪਹਿਲੀ ਕਾਨਫਰੰਸ ਫਿਰ 2015 ਦੇ ਵਿੱਚ ਹੀ ਅਸੀਂ ਪਟਿਆਲੇ ਕੀਤੀ ਬੱਚਿਆਂ ਦੀ, ਜਿਹਦੇ ਵਿੱਚ ਸਕੂਲਾਂ ਵਾਲਿਆਂ ਨੂੰ ਕਿਹਾ ਕਿ ਸਾਨੂੰ ਆਪਣੇ ਆਊਟ ਪਰਫਾਰਮਿੰਗ ਸਟੂਡੈਂਟਸ ਤੋਂ, ਆਊਟ ਪਰਫਾਰਮਿੰਗ ਤੋਂ ਭਾਵ ਉਹ ਬੱਚੇ ਜਿਹੜੇ 80% ਤੋਂ ਵੱਧ ਨੰਬਰ ਸਕੋਰ ਕਰਦੇ ਹੋਣ ਤੇ ਉਹਦੇ ਨਾਲ ਚੰਗੇ ਬੁਲਾਰੇ ਹੋਣ, ਚੰਗੇ ਖਿਡਾਰੀ ਹੋਣ, ਚੰਗੇ ਕਲਾਕਾਰ ਹੋਣ, ਉਹਨਾਂ 'ਚ ਕੋਈ ਲੀਡਰਸ਼ਿਪ ਕੁਆਲਿਟੀ ਹੋਵੇ, ਉਹ ਰਾਈਟਰ ਹੋਣ, ਸਾਨੂੰ ਉਹ ਬੱਚੇ ਦੇਵੋ। ਸਾਨੂੰ ਲਗਭਗ 800 ਵਿਦਿਆਰਥੀ ਵੱਖ-ਵੱਖ ਸਕੂਲਾਂ ਨੇ, ਜਿਨ੍ਹਾਂ 'ਚ 400 ਲੜਕੀਆਂ ਸਨ ਤੇ 400 ਲੜਕੇ ਦਿੱਤੇ। ਅਸੀਂ ਉਹਨਾਂ ਦੀ ਛਾਨਣੀ ਮਾਰ ਕੇ ਅਸੀਂ ਉਹਦੇ ਵਿੱਚੋਂ 100 ਕੁੜੀਆਂ ਤੇ 100 ਮੁੰਡੇ ਕੱਢੇ ਤੇ ਉਹਨਾਂ ਦਾ ਅਸੀਂ ਪਟਿਆਲੇ ਦੇ ਵਿੱਚ ਪਹਿਲੀ ਵਰਕਸ਼ਾਪ ਆਰਗੇਨਾਈਜ਼ ਕੀਤੀ। ਇਟ ਵਾਜ਼ ਅ ਵੰਡਰਫੁਲ ਐਕਸਪੀਰੀਅੰਸ ਕਿ ਸਾਨੂੰ ਉਹ ਕਰੀਮ ਮਿਲੀ। ਜਿਹੜੇ ਬੱਚੇ ਕੱਲ ਦੇ ਹੈਲਮ ਆਫ ਅਫੇਅਰਸ ਤੇ ਆਉਣ ਵਾਲੇ ਨੇ, ਉਹ 4 ਦਿਨ ਦੀ ਵਰਕਸ਼ਾਪ ਵਿੱਚ ਬੱਚਿਆਂ ਨੇ ਬਹੁਤ ਜਜ਼ਬਾ ਦਿਖਾਇਆ ਕਿ ਬਹੁਤ ਸਵਾਲ ਕੀਤੇ। ਰਾਤ ਨੂੰ ਮਸਾਂ ਹੀ 3-4 ਘੰਟੇ ਬੱਚੇ ਸੌਂਦੇ ਸੀ ਔਰ ਲਗਾਤਾਰ ਕੁਐਸਚਨ ਦੀ ਬੰਬਾਰਟਮੈਂਟ ਸੀ। ਜਿਵੇਂ ਉਹਨਾਂ ਨੂੰ ਲੱਗਿਆ ਵੀ ਸਾਨੂੰ ਕੋਈ ਦੱਸਣ ਵਾਲਾ ਲੱਭ ਗਿਆ ਤੇ ਸਾਨੂੰ ਲੱਗਿਆ ਜਿਵੇਂ ਸਾਨੂੰ ਕੋਈ ਪੁੱਛਣ ਵਾਲਾ ਲੱਭ ਗਿਆ। ਤੇ ਨਾ ਉਹ ਬੱਚੇ ਸੌਂਦੇ ਸੀ ਨਾ ਸਾਡੀ ਟੀਮ, ਤੇ ਉਹ ਬੜਾ ਇੱਕ ਵਧੀਆ ਮਾਹੌਲ ਸੀਗਾ। ਉਸ ਤੋਂ ਬਾਅਦ ਅਸੀਂ ਇਹ ਕਾਰਜ ਵੀ ਆਪਣੇ ਮੈਂਡੇਟ ਦੇ ਵਿੱਚ ਬੜੇ ਜ਼ੋਰ ਨਾਲ ਕੀਤਾ ਕਿ ਜਿਹੜੇ ਇਹਨਾਂ ਸਕੂਲਾਂ ਤੇ ਕਾਲਜਾਂ ਦੇ ਆਊਟ ਪਰਫਾਰਮਿੰਗ ਸਟੂਡੈਂਟਸ ਨੇ, ਜਿਨ੍ਹਾਂ ਦੇ ਅੰਦਰ ਕੱਲ ਨੂੰ ਕੁਝ ਬਣਨ ਦੀ ਸਮਰੱਥਾ, ਜਿਹੜੇ ਕੱਲ ਦੇ ਹੈਲਮ ਆਫ ਅਫੇਅਰਸ ਤੇ ਆ ਸਕਦੇ ਆ, ਜਿਨ੍ਹਾਂ ਦੇ ਵਿੱਚੋਂ ਯੂਨੀਵਰਸਿਟੀਆਂ ਦੇ ਵਾਈਸ ਚਾਂਸਲਰ ਨਿਕਲਣੇ ਨੇ, ਜਿੱਥੋਂ ਸਾਡੇ ਦੇਸ਼ ਦੇ ਸਿੱਖਿਆ ਬੋਰਡ ਦੇ ਪ੍ਰਬੰਧਕ ਨਿਕਲਣੇ ਨੇ, ਜਿਨ੍ਹਾਂ ਦੇ ਵਿੱਚੋਂ ਸਾਡਾ ਮੁੱਖ ਮੰਤਰੀ ਬਣਨਾ, ਜਿਨ੍ਹਾਂ ਵਿੱਚ ਸਾਡਾ ਪ੍ਰਧਾਨ ਮੰਤਰੀ ਬਣਨਾ, ਜਿਨ੍ਹਾਂ ਚੋਂ ਸਾਡੇ ਸਾਇੰਸਦਾਨ ਬਣਦੇ ਨੇ, ਇਹਨਾਂ ਲੋਕਾਂ ਨੂੰ, ਇਹਨਾਂ ਬੱਚਿਆਂ ਨੂੰ ਜੇ ਜੀਵਨ ਦਾਨ ਦੇ ਦਈਏ ਤਾਂ ਭਵਿੱਖ ਦੇ ਵਿੱਚ ਇੱਕ ਬਹੁਤ ਖੁਸ਼ਹਾਲ ਸਮਾਜ ਦੀ ਸਿਰਜਣਾ ਦੀ ਆਸ ਕੀਤੀ ਜਾ ਸਕਦੀ ਹੈ। ਸੋ ਅਸੀਂ ਇਹਨਾਂ ਬੱਚਿਆਂ ਤੇ ਕੰਮ ਕਰਦੇ ਹਾਂ। ਸਾਡੇ ਕੋਲ 800 ਰਜਿਸਟਰਡ ਸਟੂਡੈਂਟਸ ਨੇ ਜਿਨ੍ਹਾਂ ਨੂੰ ਅਸੀਂ ਡੇਲੀ ਪੜ੍ਹਾਉਂਦੇ ਆ, ਡੇਲੀ ਰਿਪੋਰਟਸ ਉਹਨਾਂ ਦੀਆਂ ਚੈੱਕ ਕਰਦੇ ਆ। ਸੋ ਇਹ ਇੱਕ ਬਹੁਤ ਹੀ ਫੰਡਾਮੈਂਟਲ ਔਰ ਸਾਊਂਡ ਕੰਮ ਜਿਹੜਾ ਹੈ, ਜਦੋਂ ਸਾਨੂੰ ਬਹੁਤ ਸੰਤੁਸ਼ਟੀ ਮਿਲਦੀ ਹੈ ਬੱਚਿਆਂ ਦੇ ਨਾਲ ਗੱਲ ਕਰਕੇ, ਬੱਚਿਆਂ ਦੇ ਸਵਾਲਾਂ ਦੇ ਜਵਾਬ ਦੇ ਕੇ, ਬੱਚਿਆਂ ਨੂੰ ਦਿਸ਼ਾ ਦੇ ਕੇ, ਬੱਚਿਆਂ ਦੇ ਟਾਈਮ ਟੇਬਲ ਚੈੱਕ ਕਰਕੇ, ਅੱਜ ਬੱਚਾ ਕਿੰਨੇ ਵਜੇ ਉੱਠਿਆ ਸੀ, ਕਿੰਨੇ ਸਮੇਂ ਸੁੱਤਾ, ਕਿੰਨਾ ਸਮਾਂ ਉਹਨੇ ਮਾਤਾ ਪਿਤਾ ਨਾਲ ਘਰ ਵਿੱਚ ਕੰਮ ਕਰਾਇਆ, ਰਸੋਈ 'ਚ ਕੀਤਾ ਕਿ ਨਹੀਂ, ਖੇਡਿਆ ਕਿ ਨਹੀਂ, ਐਕਸਰਸਾਈਜ਼ ਉਹਨੇ ਲਈ ਕਿ ਨਹੀਂ, ਉਹਨੇ ਆਪਣੇ ਕਿਹੜੇ ਕੰਮ ਨੂੰ ਕਿਵੇਂ ਕੀਤਾ। ਸੋ ਇਹ ਸਾਡਾ ਇੱਕ ਬਹੁਤ ਵਧੀਆ ਕਾਰਜ ਹੈ ਜੋ ਅਸੀਂ ਮਹਿਸੂਸ, ਜਦੋਂ ਅਸੀਂ ਆਨੰਦ ਲੈਂਦੇ ਹਾਂ ਜਿਹੜੇ ਕੰਮ ਤੋਂ।
ਠੀਕ ਹੈ। ਇਸ ਤੋਂ ਬਾਅਦ ਸਾਡਾ ਇੱਕ ਚੌਥਾ ਪ੍ਰੋਜੈਕਟ ਹੈ ਜਿਹਦੇ ਵਿੱਚ ਅਸੀਂ ਕਿਸਾਨਾਂ ਨੂੰ ਜਿਹੜੀਆਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੀਆਂ ਸਸਟੇਨੇਬਲ ਐਗਰੀਕਲਚਰ ਦੇ ਲਈ ਇਨਵਾਇਰਨਮੈਂਟ ਕਹਿ ਲਓ ਰਿਸੋਰਸ ਕੰਜ਼ਰਵੇਸ਼ਨ ਟੈਕਨੋਲੋਜੀਜ਼ ਨੇ ਉਹ ਪ੍ਰਮੋਟ ਕਰਦੇ ਆ। ਕਿਸਾਨਾਂ ਦੇ ਵਿੱਚ ਘੱਟ ਦਵਾਈਆਂ ਦੀ ਵਰਤੋਂ ਹੋਵੇ, ਘੱਟ ਖਾਦਾਂ ਦੀ ਵਰਤੋਂ ਹੋਵੇ, ਉਹਨਾਂ ਦੇ ਅੰਦਰ ਇੱਕ ਸਿੰਸੈਰਿਟੀ ਆਵੇ ਕਿ ਅਸੀਂ ਪਾਣੀ ਨੂੰ ਕਿਵੇਂ ਵਰਤਣਾ ਹੈ, ਕੈਮੀਕਲਸ ਨੂੰ ਕਿਵੇਂ ਵਰਤਣਾ ਹੈ, ਵਾਤਾਵਰਨ ਖਰਾਬ ਨਹੀਂ ਕਰਨਾ। ਸੋ ਉਸ ਤੋਂ ਬਿਨਾਂ ਪਿੰਡਾਂ ਦੇ ਵਿੱਚ ਦਰਖਤ ਲਗਾਉਣੇ, ਪੋਲੀਥੀਨ ਦੀ ਵਰਤੋਂ ਘਟਾਉਣ ਦੇ ਲਈ ਉਹਨਾਂ ਨੂੰ ਪ੍ਰੇਰਿਤ ਕਰਨਾ, ਚਿੜੀਆਂ ਨੂੰ ਸੰਭਾਲਣ ਦੇ ਲਈ, ਸਾਡੇ ਜੋ ਇਕੋਸਿਸਟਮ ਹੈ ਉਹਦੀ ਡਿਸਟਰਬੈਂਸ ਨੂੰ ਰੋਕਣ ਦੇ ਲਈ ਇਹੋ ਜਿਹੀ ਅਵੇਅਰਨੈਸ ਅਸੀਂ ਕਰਦੇ ਹਾਂ। ਸੋ ਇਸ ਤੋਂ ਬਿਨਾਂ ਸਾਡਾ ਇੱਕ ਮਹੱਤਵਪੂਰਨ ਕੰਮ ਜਿਹੜਾ ਅਸੀਂ ਪਿਛਲੇ ਲਗਭਗ 3 ਸਾਲ ਤੋਂ ਲਗਾਤਾਰ ਕਰਦੇ ਆ ਰਹੇ ਹਾਂ ਕਿ ਇਹ ਸਾਰੇ ਕੰਮ ਕਰਦੇ ਹਾਂ, ਸਾਡੇ ਸੰਪਰਕ ਵਿੱਚ ਬਹੁਤ ਸਾਰੇ ਬੱਚੇ ਇਹੋ ਜਿਹੇ ਆ ਜਾਂਦੇ ਨੇ ਜਿਹੜੇ ਕਿ ਬਹੁਤ ਇੰਟੈਲੀਜੈਂਟ ਹੁੰਦੇ ਨੇ, ਪਰ ਘਰ ਵਿੱਚ ਮਾਤਾ ਪਿਤਾ ਸਮਰੱਥ ਨਹੀਂ ਹੁੰਦੇ ਬੱਚਿਆਂ ਨੂੰ ਪੜ੍ਹਾਉਣ ਦੇ ਲਈ। ਸੋ ਅਸੀਂ ਉਹਨਾਂ ਬੱਚਿਆਂ ਨੂੰ ਫਾਈਨੈਂਸ਼ੀਅਲੀ ਸਪੋਰਟ ਕਰਦੇ ਹਾਂ ਕਿ ਬੱਚਿਆਂ ਦੀ ਐਜੂਕੇਸ਼ਨ ਰੁਕੇ ਨਾ। ਫਿਰ ਏਦਾਂ ਹੀ ਕੁਝ ਫੈਮਿਲੀ ਸੰਪਰਕ ਵਿੱਚ ਆ ਜਾਂਦੀਆਂ ਨੇ ਜਿਨ੍ਹਾਂ ਨੂੰ ਘਰ ਵਿੱਚ ਦਵਾ ਦਾਰੂ ਬੂਟੀ ਦੀ ਲੋੜ ਹੁੰਦੀ ਹੈ ਤੇ ਉਹ ਪਰਿਵਾਰ ਅਫੋਰਡ ਨਹੀਂ ਕਰ ਸਕਦੇ, ਤਾਂ ਕੁਝ ਫੈਮਿਲੀਜ਼ ਅਸੀਂ ਉੱਦਾਂ ਦੀਆਂ ਵੀ ਸਪੋਰਟ ਕਰਦੇ ਹਾਂ। ਸੋ ਇਹ ਕੰਮ ਕਰਦਿਆਂ ਸਾਡਾ ਇਹ ਮੈਂਡੇਟ ਹੀ ਸੀਗਾ ਕਿ ਲੋੜਵੰਦਾਂ ਦੀ ਸਹਾਇਤਾ ਕਰਨੀ। ਸੋ ਇਸ ਵੇਲੇ ਜਿਹੜੇ ਕਿਸਾਨ ਨੇ ਉਹਨਾਂ ਦੀ ਜਿਹੜਾ ਅੰਦੋਲਨ ਚੱਲ ਰਿਹਾ ਉਹਦੇ ਵਿੱਚ ਜਿਹੜੇ ਪਰਿਵਾਰਾਂ ਦੇ ਮੈਂਬਰਾਂ ਦੀਆਂ ਸ਼ਹੀਦੀਆਂ ਹੋ ਗਈਆਂ ਉਹ ਸਾਡੇ ਇਸ ਮੈਂਡੇਟ ਵਿੱਚ ਫਾਲ ਕਰਦੇ ਸੀ ਕਿ ਉਹ ਲੋੜਵੰਦ ਨੇ, ਉਹਨਾਂ ਨੂੰ ਇਸ ਵੇਲੇ ਸਹਾਰੇ ਦੀ ਲੋੜ ਹੈ। ਤਾਂ ਫਿਰ ਸਾਡੀ ਟੀਮ ਨੇ ਨਿਰਣਾ ਕੀਤਾ ਕਿ ਇਹਨਾਂ ਕਿਸਾਨਾਂ ਦੇ ਪਰਿਵਾਰਾਂ ਦੀ ਸਾਂਭ ਸੰਭਾਲ ਨੂੰ ਅਸੀਂ ਮਜ਼ਬੂਤੀ ਨਾਲ ਔਰ ਬਹੁਤ ਇੱਕ ਆਰਗੇਨਾਈਜ਼ਡ ਢੰਗ ਨਾਲ ਕਰਨਾ, ਇੱਕ ਐਗਜ਼ਾਮਪਲ ਕ੍ਰੀਏਟ ਕਰਨੀ ਹੈ ਕਿ ਹਿਊਮੈਨਿਟੇਰੀਅਨ ਔਰ ਸੋਸ਼ਲ ਪ੍ਰੋਜੈਕਟਸ ਕਿੱਦਾਂ ਮਤਲਬ ਕਿ ਲਏ ਜਾ ਸਕਦੇ ਆ। ਸੋ ਇਸ ਤਰ੍ਹਾਂ ਫਿਰ ਅਸੀਂ ਜਿਹੜਾ ਇਹ ਪ੍ਰੋਜੈਕਟ ਹੈ ਇਹ ਆਰੰਭ ਕੀਤਾ ਹੈ ਕਿਸਾਨਾਂ ਦੀ। ਸੋ ਮਤਲਬ ਤੁਹਾਡੀਆਂ ਆਈ ਥਿੰਕ ਵੀ ਕੁਡ ਲਿਸਨ ਟੂ ਯੂ ਫॉर ਆਵਰਸ। ਡਾਕਟਰ ਵਰਿੰਦਰਪਾਲ, ਇੰਨੀ ਤੁਸੀਂ ਸਾਨੂੰ ਇਨਸਪਾਇਰਿੰਗ ਵੇਚ ਦੱਸ ਰਹੇ ਹੋ ਕਿ what we can do as individuals to support you। ਔਰ ਜਿਹੜਾ ਆਪਣਾ ਅੱਜ ਦਾ ਮੁੱਦਾ ਹੈਗਾ, this is primarily to support bereaved farmers families who have passed away tragically। ਤੇ ਉਹਨਾਂ ਦੇ ਲਈ ਮੈਂ ਸਿਰਫ ਇਹ ਆਪਣੀ ਆਡੀਅנס ਨੂੰ ਦੱਸਣਾ ਚਾਹੁੰਦੀ ਹਾਂ ਕਿ ਬੜੇ ਆਰਗੇਨਾਈਜ਼ਡ ਤਰੀਕੇ ਨਾਲ ਸਾਰਾ ਕੁਝ ਹੋ ਰਿਹਾ ਹੈ। ਜਿਹੜੀਆਂ ਫੈਮਲੀਜ਼ ਜਿਨ੍ਹਾਂ ਨੇ ਸ਼ਹਾਦਤ ਪ੍ਰਾਪਤ ਕੀਤੀ ਹੈ ਉਹਨਾਂ ਨੂੰ ਜਾ ਕੇ ਉਹਨਾਂ ਨੂੰ ਵੈਟ ਕਰਕੇ ਉਹਨਾਂ ਨਾਲ ਗੱਲਬਾਤ ਕਰਕੇ ਬੜੀ ਆਰਗੇਨਾਈਜ਼ਡ ਵੇ ਦੇ ਵਿੱਚ ਵੋਲੰਟੀਅਰਸ ਦੀਆਂ ਜਿਹੜੀਆਂ ਟੀਮਸ ਨੇ ਆਤਮ ਪ੍ਰਕਾਸ਼ ਦੀਆਂ ਉਹ ਜਾਂਦੀਆਂ ਨੇ ਐਂਡ ਦੇ ਸਪੋਰਟ ਥੀਸ ਫੈਮਲੀਜ਼। ਤੇ ਆਪਾਂ ਆਈ ਥਿੰਕ ਵੀ ਕੈਨ ਗੋ ਟੂ ਦ ਨੈਕਸਟ ਕੁਐਸਚਨ। ਕਿਰਨ, do you want to talk about that? One second. You need to unmute yourself. Okay, thank you, Yes. Simran. Dr. Dhillon sir, it's really great listening to you, and Sara jada panel hai guys, we have such an esteemed panel and we are really humbled. ਹਾਂਜੀ, ਤੇ ਬੜਾ ਸਰ ਤੁਸੀਂ ਵਧੀਆ ਤਰੀਕੇ ਨਾਲ ਦੱਸਿਆ ਹੈ ਆਤਮ ਪ੍ਰਕਾਸ਼ ਦਾ ਜਿਹੜੇ ਮੇਨ ਉਹਦੇ ਆਬਜੈਕਟਿਵਸ ਨੇ and the wonderful initiative jada it has taken birth and the way it is blooming। and this is also one endeavor ਕਿ ਇਹਦੀ ਜਿਹੜੀ ਖੁਸ਼ਬੂ ਹੈ ਹਰ ਜਗ੍ਹਾ ਪਹੁੰਚੇ and ਇਹਦੇ ਜਿਹੜੇ benefits ਨੇ ਪੰਜਾਬ ਨੂੰ particularly ਪੰਜਾਬ ਦੇ ਜਿਹੜੇ ਰੂਰਲ ਕੰਟਰੀ ਸਾਈਡ ਹੈ ਉੱਥੇ ਇਹਦਾ benefit ਇਸ ਆਰਗੇਨਾਈਜੇਸ਼ਨ ਦਾ ਜ਼ਰੂਰ ਹੋਵੇ। ਤੇ ਸਰ ਡਾਕਟਰ ਨਛੱਤਰ ਸਿੰਘ ਜੀ, to carry on the discussion with you sir, ਇੱਕ ਮੈਂਡੇਟ ਆਤਮ ਪ੍ਰਕਾਸ਼ ਦਾ ਇਹ ਵੀ ਹੈਗਾ ਹੈ to go towards sustainable farming। Looking at the fact that over the past you see ever since post liberalization ਦਾ ਜਿਹੜਾ ਦੌਰ ਰਿਹਾ ਹੈ ਉਹ ਫਾਰਮਿੰਗ ਕਮਿਊਨਿਟੀ ਲਈ ਕੁਝ ਅੱਛਾ ਨਹੀਂ ਰਿਹਾ। ਤੇ ਈਵਨ ਜਿਹੜੇ ਇਹ ਫਾਰਮਰ ਦੇ ਜਿਹੜੇ ਪ੍ਰੋਟੈਸਟ ਨੇ we know that it is a culmination of the problems which are there in the agriculture sector। ਤੇ ਪਿਛਲੇ 20-25 ਸਾਲ ਦੇ ਵਿੱਚ farmer deaths have multiplied। Farmer, unfortunately, suicides and deaths have also, become somehow front page the nahi, lekin shayad third page newspaper stories for sure। And kite na kite ek distress, rural distress jehda hai na, ਇਹ ਬਹੁਤ ਕਿਤੇ ਨਾ ਕਿਤੇ ਪੰਜਾਬ ਦੇ ਵਿੱਚ ਫੀਲ ਹੋ ਰਿਹਾ, ਜਿਹੜੇ ਕਰਕੇ ਸਾਡੇ ਬੱਚੇ ਵੀ ਬਾਹਰ ਭੱਜੇ ਜਾ ਰਹੇ ਨੇ। they are going away, nobody wants to stay on and hold the agriculture sector। and ਕਿਸੇ ਪਾਸੇ ਇਹ ਵੀ ਹੈ ਕਿ agriculture sector is our backbone and looking at our ancestral past and everything we need to take hold of it। ਤੇ ਇੱਕ ਜਿਹੜੀ ਪ੍ਰੋਬਲਮ ਆ ਰਹੀ ਹੈ ਕਿ ਵੀਟ ਰਾਈਸ ਸਾਈਕਲ ਦੇ ਵਿੱਚੋਂ ਫਾਰਮਰ ਨਿਕਲ ਨਹੀਂ ਪਾ ਰਿਹਾ, ਵਿਸ਼ੀਅਸ ਸਾਈਕਲ ਹੈ।
ਕਾਸਟ ਆਫ ਇਨਪੁਟਸ ਵੱਧਦੀ ਜਾ ਰਹੀ ਹੈ, ਸਰਕਾਰ ਜਿਹੜੀ ਹੈ ਉਹ ਮਿਨੀਮਮ ਸਪੋਰਟ ਪ੍ਰਾਈਸ ਖਾਲੀ ਵੀਟ ਰਾਈਸ ਤੇ ਦੇ ਰਹੀ ਹੈ, ਤੇ ਚਾਹੁੰਦੇ ਹੋਏ ਵੀ ਪੀਪਲ ਆਰ ਨਾਟ ਏਬਲ ਟੂ ਗੈਟ ਆਊਟ ਆਫ ਦਿਸ ਰੂਰਲ ਡਿਸਟ੍ਰੈਸ ਸਰ। ਤੇ ਕਿਉਂਕਿ ਇੱਕ ਮੈਂਡੇਟ ਹੈਗਾ ਹੈ ਆਤਮ ਪ੍ਰਕਾਸ਼ ਦਾ ਸਰ, ਇਸ ਕਰਕੇ many people within you see the farmers community, they would be interested to know, and also people in the audience, ਕਿ ਸਰ ਤੁਹਾਡਾ ਜਿਹੜਾ ਇਹ ਮੈਂਡੇਟ ਹੈਗਾ ਸਸਟੇਨੇਬਲ ਫਾਰਮਿੰਗ ਦਾ, ਕਿਸ ਤਰੀਕੇ ਨਾਲ ਪੰਜਾਬ ਦੇ ਜਿਹੜੇ ਫਾਰਮਰਸ ਹੈ ਲੁਕਿੰਗ ਐਟ ਦ ਫੈਕਟ ਕਿ ਸਾਡੀ ਇਹ ਬੈਕਬੋਨ ਰਹਿਣੀ ਹੈ, ਇਹ ਵਿਸ਼ੀਅਸ ਸਾਈਕਲ ਦੇ ਵਿੱਚੋਂ ਸਰ ਬਾਹਰ ਨਿਕਲਣ, ਤੇ ਅੱਗੇ ਕਰੰਟਲੀ ਐਂਡ ਇਨ ਫਿਊਚਰ what kind of endeavors are you going to support sir? ਜਿੱਥੋਂ ਤੱਕ ਮੈਂ ਤੁਹਾਡਾ ਸਮਝਿਆ, ਤੁਸੀਂ ਕਿਸਾਨਾਂ ਦੇ ਕਰਜ਼ੇ ਦੀ ਗੱਲ ਕੀਤੀ ਹੈ, ਸੁਇਸਾਈਡਸ ਦੀ ਗੱਲ ਕੀਤੀ ਹੈ, ਤੇ ਇਹਦਾ ਵੇ ਫਾਰਵਰਡ ਕੀ ਹੈ, ਵੇ ਆਊਟ ਕੀ ਹੈ, ਕਿੱਦਾਂ ਇਹਦੇ ਵਿੱਚ ਇਸ ਟ੍ਰੈਪ ਦੇ ਵਿੱਚੋਂ ਨਿਕਲਿਆ ਕਿੱਦਾਂ ਜਾਵੇ। ਜੀ ਦਰਅਸਲ ਕਿਸਾਨ ਕਰਜ਼ੇ ਦੀ ਕਹਾਣੀ ਇੱਕ ਕਹਾਵਤ ਬਣ ਚੁੱਕੀ ਹੈ। ਕਿਹਾ ਜਾਂਦਾ ਕਿ ਕਿਸਾਨ ਕਰਜ਼ੇ ਦੇ ਵਿੱਚ ਜੰਮਦਾ ਹੈ, ਕਰਜ਼ੇ ਦੇ ਵਿੱਚ ਹੀ ਜਿਉਂਦਾ ਹੈ, ਤੇ ਕਰਜ਼ੇ ਦੇ ਵਿੱਚ ਹੀ ਮਰ ਜਾਂਦਾ। ਸੋ ਇਹ ਕਰਜ਼ਾ ਐਟ ਪ੍ਰੈਜ਼ੈਂਟ ਪੰਜਾਬ ਦੇ ਕਿਸਾਨਾਂ ਦੇ ਸਿਰ 1 ਲੱਖ ਕਰੋੜ ਦੇ ਕਰੀਬ ਇਹ ਕਰਜ਼ਾ ਚੜ੍ਹ ਚੁੱਕਿਆ। ਇਹ ਕਰਜ਼ਾ ਇਕੱਲੇ ਪੰਜਾਬ ਦੇ ਕਿਸਾਨਾਂ ਦੇ ਸਿਰ ਹੀ ਨਹੀਂ ਚੜਿਆ, ਪੰਜਾਬ ਸਰਕਾਰ ਦੇ ਸਿਰ ਵੀ 2.25 ਲੱਖ ਕਰੋੜ ਕਰਜ਼ਾ ਚੜ੍ਹ ਚੁੱਕਿਆ। ਸੋ ਹਾਲਾਤ ਬੜੀ ਗੰਭੀਰ ਆ ਕਿ ਜਿਹੜਾ ਕਰਜ਼ੇ ਚੋਂ ਕੱਢਣ ਵਾਲਾ ਅਦਾਰਾ ਆ ਕਿਸਾਨਾਂ ਨੂੰ, ਉਹ ਆਪ ਕਰਜ਼ੇ ਦੇ ਵਿੱਚ ਡੁੱਬਿਆ ਪਿਆ। ਸੋ ਇਹੋ ਜਿਹੇ ਹਾਲਾਤ ਦੇ ਵਿੱਚ ਕਿਸਾਨਾਂ ਦਾ ਭਲਾ ਕਿੱਦਾਂ ਹੋਵੇ। ਸੋ ਪੰਜਾਬ ਕਿਸੇ ਵੇਲੇ ਬੜਾ ਖੁਸ਼ਹਾਲ ਸੂਬਾ ਸੀ, ਨੰਬਰ 1 ਤੇ ਸੀ, ਸਾਰੀ ਦੁਨੀਆ ਨੂੰ ਪਤਾ ਸੀ, ਭਾਰਤ ਦੇ ਕੋਨੇ-ਕੋਨੇ ਦੇ ਵਿੱਚ ਆਵਾਜ਼ ਗੂੰਜਦੀ ਸੀ। ਪਰ ਇਸ ਵੇਲੇ ਇਹ 16ਵੇਂ ਨੰਬਰ ਤੇ ਆ ਚੁੱਕਿਆ, ਤੇ ਸਭ ਤੋਂ ਵੱਧ ਕਰਜ਼ਾਈ ਸੂਬਾ ਐਟ ਪ੍ਰੈਜ਼ੈਂਟ ਪੰਜਾਬ ਆ। ਸੋ ਇਸ ਨੂੰ ਕਰਜ਼ੇ ਦੇ ਵਿੱਚੋਂ ਕਿਵੇਂ ਕੱਢੇਗਾ ਪੰਜਾਬ, ਕਿਸਾਨਾਂ ਨੂੰ ਕਿਵੇਂ ਕੱਢੇਗਾ ਕਰਜ਼ੇ ਦੇ ਵਿੱਚੋਂ। ਸਿਆਸਤ ਨੇ ਤੇ ਪੰਜਾਬ ਵੀ ਡੋਬਤਾ ਤੇ ਕਿਸਾਨ ਵੀ ਡੋਬ ਦਿੱਤੇ। ਸੋ ਖਜ਼ਾਨਾ ਖਾਲੀ, ਤੇ ਖਾਲੀ ਖਜ਼ਾਨੇ ਚੋਂ ਕਿਸਾਨਾਂ ਨੂੰ ਕੀ ਦਿੱਤਾ ਜਾਵੇ। ਜੇ ਆਪਾਂ ਝਾਤੀ ਮਾਰਦੇ ਆ ਕਿ ਪੰਜਾਬ ਨੂੰ ਜਿਹੜੀ ਆਮਦਨ ਆ ਕਿਹੜੇ ਸਰੋਤਾਂ ਤੋਂ ਮੁੱਖ, ਅਪਾਰਟ ਫਰੋਮ ਟੈਕਸਸ ਜੋ ਜਨਰਲ ਉਹਦੇ ਆਉਂਦਾ ਹੀ ਆ, ਅੱਜ ਕੱਲ ਉਹ GST ਹੋ ਗਈ ਸੈਂਟਰਲ ਲੈਵਲ ਦੇ ਉੱਤੇ। ਸੋ ਰੇਤ, ਬਜਰੀ, ਟਰਾਂਸਪੋਰਟ ਤੇ ਲਿਕੁਇਡ, ਇਹ ਮੇਜਰ ਕਮਾਈ ਹੈ ਜਿਹੜੀ ਸਟੇਟ ਦੀ ਇਹਦੇ ਤੋਂ ਆਉਂਦੀ ਆ, ਜਿਹਦੇ ਨਾਲ ਖਜ਼ਾਨਾ ਭਰ ਸਕਦਾ ਹੈ। ਪਰ ਇਸ ਖਜ਼ਾਨੇ ਦੀ ਤਾਂ ਲੁੱਟ ਹੋ ਰਹੀ ਹੈ, ਦੋਹਾਂ ਹੱਥਾਂ ਦੇ ਨਾਲ ਲੁੱਟਿਆ ਜਾ ਰਿਹਾ ਹੈ, ਤੇ ਇਸ ਕਰਪਸ਼ਨ ਨੂੰ ਰੋਕਣ ਦੀ ਲੋੜ ਹੈ, ਤਾਂ ਕਿ ਇਹੀ ਪੈਸਾ ਜਿਹੜਾ ਸਰਕਾਰੀ ਖਜ਼ਾਨੇ ਦੇ ਵੱਲ ਜਾਵੇ। ਤੇ ਲੋੜ ਹੈ ਕਿ ਚੰਗੇ ਬੰਦੇ, ਸਚਿਆਰ, ਇਮਾਨਦਾਰ ਕਿਰਦਾਰ ਵਾਲੇ ਬੰਦੇ ਜਿਹੜੇ ਉਹ ਸਰਕਾਰ ਦੇ ਵਿੱਚ ਆਉਣ। ਅਸੀਂ ਅਰਦਾਸ ਕਰਦੇ ਹਾਂ ਸਰਕਾਰ ਪ੍ਰਮਾਤਮਾ ਵੱਲ, ਤਾਂ ਕਿ ਇਹ ਪੰਜਾਬ ਦਾ ਭਲਾ ਹੋ ਸਕੇ, ਕਰਜ਼ੇ ਦੇ ਵਿੱਚੋਂ ਨਿਕਲ ਸਕੇ। ਬੇਸ਼ੱਕ ਵੱਖ-ਵੱਖ ਟਾਈਮ ਦੇ ਉੱਤੇ ਸਰਕਾਰਾਂ ਨੇ ਕੋਸ਼ਿਸ਼ ਕੀਤੀ ਹੈ ਕਿ ਕਿਸਾਨਾਂ ਨੂੰ ਕਰਜ਼ੇ ਦੇ ਵਿੱਚੋਂ ਕੱਢਿਆ ਜਾਵੇ, ਪਰ ਇਹ ਕੋਸ਼ਿਸ਼ ਆਮ ਤੌਰ ਦੇ ਉੱਤੇ ਆਟੇ ਦੇ ਵਿੱਚ ਲੂਣ ਦੇ ਬਰਾਬਰ ਹੀ ਹੈ। ਅਜਿਹੇ ਹਾਲਾਤਾਂ ਦੇ ਵਿੱਚ ਜਿਹੜੇ ਇਹ ਯਤਨ ਜਿਹੜੇ ਸੰਭਵ ਨਹੀਂ ਹੋ ਸਕੇ, ਤੇ ਕਿਸਾਨ ਕਰਜ਼ੇ ਤੋਂ ਪਰੇਸ਼ਾਨ, ਜਿੱਦਾਂ ਤੁਸੀਂ ਗੱਲ ਕੀਤੀ ਹੈ ਕਿ ਉਹ ਡੁੱਬਦਾ ਗਿਆ ਤੇ ਖੁਦਕਸ਼ੀਆਂ ਦੇ ਰਾਹ ਦੇ ਉੱਤੇ ਪੈ ਗਿਆ। 3 ਯੂਨੀਵਰਸਿਟੀਆਂ ਨੇ ਕਿਸਾਨਾਂ ਦੇ ਸੁਇਸਾਈਡ ਦਾ ਸਰਵੇ ਕੀਤਾ 2000 ਤੋਂ ਲੱਗ ਕੇ 2016 ਤੱਕ। ਇਹਨਾਂ 17 ਸਾਲਾਂ ਦੇ ਵਿੱਚ ਕਿੰਨੇ ਕਿਸਾਨਾਂ ਨੇ ਸੁਇਸਾਈਡ ਕੀਤਾ? 16,600 ਖੁਦਕੁਸ਼ੀਆਂ ਹੋਈਆਂ ਪੰਜਾਬ ਦੇ ਵਿੱਚ, ਜਿਨ੍ਹਾਂ ਦੇ ਵਿੱਚੋਂ 9300 ਕਿਸਾਨਾਂ ਦੀਆਂ ਖੁਦਕਸ਼ੀਆਂ ਤੇ 7300 ਜਿਹੜੇ ਖੇਤ ਮਜ਼ਦੂਰ ਸੀਗੇ। ਸੋ ਔਸਤ ਤਕਰੀਬਨ 1000 ਹਰੇਕ ਸਾਲ ਦੇ ਵਿੱਚ ਕਿਸਾਨਾਂ ਨੇ ਇਹ ਸੁਇਸਾਈਡ ਕੀਤੇ। ਤੇ ਜੇ ਔਸਤ ਹੋਰ ਫਰਦਰ ਨੈਰੋ ਡਾਊਨ ਕਰੀਏ ਤਾਂ ਇੱਕ ਦਿਨ ਦੇ ਵਿੱਚ 3, 2 ਕਿਸਾਨ ਤੇ 1 ਖੇਤ ਮਜ਼ਦੂਰ।
ਸੋ ਇਹਦਾ ਕੀ, ਜੇ ਅਸੀਂ ਪਿਛੋਕੜ ਵੱਲ ਜਾਈਏ, ਝਾਤੀ ਮਾਰੀਏ ਕਿ ਕੀ ਕਾਰਨ ਕੀ ਹੋਇਆ, ਜੋ WTO ਦਾ ਰਜੀਮ ਸ਼ੁਰੂ ਹੋਇਆ, ਜਿਹਦੇ ਨਾਲ ਪ੍ਰਾਈਵੇਟਾਈਜੇਸ਼ਨ, ਕਾਰਪੋਰੇਟਾਈਜੇਸ਼ਨ, ਲਿਬਰਲਾਈਜੇਸ਼ਨ ਇਹ ਕਨਸੈਪਟ ਆਏ, ਗਵਰਨਮੈਂਟ ਪ੍ਰਾਈਵੇਟਾਈਜੇਸ਼ਨ ਦੇ ਵੱਲ ਵਧੀ ਤੇ ਸਭ ਤਕਰੀਬਨ ਈਵਨ ਹੈਲਥ, ਐਜੂਕੇਸ਼ਨ, ਹੋਰ ਕਈ ਮਹਿਕਮੇ ਜਿਹੜੇ ਪ੍ਰਾਈਵੇਟ ਸੈਕਟਰ ਦੇ ਵਿੱਚ ਧੱਕੇ ਗਏ ਕਿ ਇੰਨਾ ਮਾੜਾ ਹਾਲ ਹੋਇਆ ਸਰਕਾਰੀ ਸਕੂਲਾਂ ਦਾ, ਸਰਕਾਰੀ ਸਿਹਤ ਹਸਪਤਾਲਾਂ ਦਾ, ਸਿਹਤ ਸੁਵਿਧਾਵਾਂ ਦਾ ਕਿ ਬਹੁਤ ਹੀ ਮਾੜੇ ਕਗਾਰ ਦੇ ਉੱਤੇ ਆ ਗਏ। ਸੋ ਸਰਕਾਰੀ ਮਹਿਕਮਿਆਂ ਨੂੰ ਖਤਮ ਕਰਨ ਵੱਲ ਤੁਰ ਪਈਆਂ ਸਰਕਾਰਾਂ। ਤੇ ਜੇ ਇਸ ਪੈਂਡੈਮਿਕ ਦੇ ਵਿੱਚ ਅਸੀਂ ਦੇਖੀਏ ਤਾਂ ਇਹਦਾ ਇਫੈਕਟ ਸਾਫ਼ ਨਜ਼ਰ ਆਉਂਦਾ ਹੈ। ਜੇ ਅਸੀਂ ਹਸਪਤਾਲਾਂ ਦੇ ਵਿੱਚ ਦੇਖੀਏ ਤੇ ਜਦੋਂ ਇਹ ਪੈਂਡੈਮਿਕ ਆਇਆ COVID-19 ਤੇ ਜਿਹੜੇ ਪ੍ਰਾਈਵੇਟ ਹਸਪਤਾਲ ਸੀ ਤਾਲੇ ਲਾ ਕੇ ਭੱਜ ਗਏ। ਸਿਰਫ ਸਰਕਾਰੀ ਹਸਪਤਾਲਾਂ ਨੇ ਇਹਦੇ ਵਿੱਚ ਯੋਗਦਾਨ ਪਾਇਆ। ਔਰ ਮੇਰਾ ਖਿਆਲ ਹੈ ਕਿ ਹੁਣ ਸਰਕਾਰਾਂ ਦੀਆਂ ਅੱਖਾਂ ਖੁੱਲੀਆਂ ਨੇ ਕਿ ਸਾਨੂੰ ਆਪਣੀਆਂ ਸਿਹਤ ਸਹੂਲਤਾਂ ਤਕੜੀਆਂ ਕਰਨ ਦੀ ਲੋੜ ਹੈ। ਤੇ ਨਾਲ ਦੀ ਨਾਲ ਜਿਹੜੀ MSP ਦਾ ਜਿਹੜਾ ਪ੍ਰਾਈਸ ਸਟਰਕਚਰ ਹੈ ਕ੍ਰੌਪਸ ਦਾ, ਉਹ WTO ਦੇ ਨਾਲ, ਇੰਟਰਨੈਸ਼ਨਲ ਪ੍ਰਾਈਸਿਸ ਦੇ ਨਾਲ ਵੇਖਿਆ ਜਾਣ ਲੱਗ ਪਿਆ। ਤੇ ਇਹਦੇ ਨਾਲ ਜਿਹੜੀ ਗਵਰਨਮੈਂਟ ਆਫ ਇੰਡੀਆ ਨੇ ਜਿਹੜੀ MSP ਹੈ ਡਿਫਰੈਂਟ ਕ੍ਰੌਪਸ ਦੀ, ਉਹ ਨਹੀਂ ਵਧਾਈ। ਇਹਦੇ ਨਾਲ ਜਿਹੜਾ ਖੇਤੀ ਦਾ ਮੁਹਾਂਦਰਾ ਆ ਉਹ ਬਦਲ ਗਿਆ। ਫੋਕਸ ਕੀਤਾ ਰਾਈਸ ਤੇ ਵੀਟ ਦੇ ਉੱਤੇ ਕਿਉਂਕਿ ਇਹਦੀ ਲੋੜ ਸੀਗੀ ਤਾਂ ਕਿ ਵੱਧ ਤੋਂ ਵੱਧ ਪੰਜਾਬ ਇਹ ਦੋ ਫਸਲਾਂ ਪੈਦਾ ਕਰੇ, ਉਹਦਾ MSP ਦਿੱਤਾ ਜਾਵੇ। ਪਰ ਉਹ ਵੀ ਜਿਹੜਾ ਵਧਣਾ ਚਾਹੀਦਾ ਸੀ ਉਹ ਵਧਿਆ ਨਹੀਂ। ਸੋ ਇਹ MSP ਤੇ ਪ੍ਰੋਕਿਉਰਮੈਂਟ ਕਰਕੇ ਜਿਹੜਾ ਰਾਈਸ ਵੀਟ ਸਿਸਟਮ ਬਹੁਤ ਜ਼ਿਆਦਾ ਪਪੂਲਰ ਹੋਇਆ। ਸੋ ਫਰੈਗਮੈਂਟੇਸ਼ਨ ਆਫ ਲੈਂਡ ਹੋਲਡਿੰਗਸ, ਜਦੋਂ ਜਨਰੇਸ਼ਨ ਐਡਵਾਂਸ ਹੁੰਦਾ ਉਹ ਹੋਇਆ। ਉਹਦੇ ਨਾਲ ਜਿਹੜਾ ਮਸਲਾ ਵਾਇਬਿਲਿਟੀ ਦਾ ਆ ਗਿਆ ਕਿਸਾਨੀ ਦਾ। ਹੁਣ 5 ਏਕੜ ਤੋਂ ਘੱਟ ਜਿਹੜੀ ਕਿਸਾਨੀ ਹੈ ਉਹ ਵਾਇਬਲ ਨਹੀਂ ਹੈ। ਹੋਰ ਕੋਈ ਕੰਮ ਜਾਂ EMPLOYMENT ਕਿਸਾਨਾਂ ਦੇ ਕੋਲ ਹੈ ਨਹੀਂ, ਸਿਰਫ ਕਰਨ ਤੇ ਕੀ ਕਰਨ। 1/3 ਜਿਹੜਾ ਪੰਜਾਬ ਦੇ ਕਿਸਾਨ ਆ ਉਹ 5 ਏਕੜ ਤੋਂ ਥੱਲੇ ਆਉਂਦਾ ਉਹਨਾਂ ਦਾ ਜਿਹੜਾ ਜ਼ਮੀਨ ਦਾ ਰਕਬਾ। ਸੋ ਓਵਰਆਲ ਇੰਡੀਆ ਦੇ ਵਿੱਚ ਤਾਂ ਬੇਸ਼ੱਕ ਇਹ 86% ਹੈ, ਪਰ ਪੰਜਾਬ ਦੇ ਵਿੱਚ ਤਕਰੀਬਨ 1/3 ਹੈ ਜਿਨ੍ਹਾਂ ਦੀ ਲੈਂਡ ਹੋਲਡਿੰਗ 1/3 ਤੋਂ 5 ਏਕੜ ਤੋਂ ਘੱਟ ਹੈ। ਸੋ ਇਹਦਾ ਵੇ ਆਊਟ, ਹੁਣ ਜਿੱਦਾਂ ਤੁਸੀਂ ਪੁੱਛਿਆ ਕਿ ਇਹਦਾ ਵੇ ਆਊਟ ਕੀ ਹੈ। ਜਿਹੜੇ ਪੰਜਾਬ ਦੇ ਕਿਸਾਨ ਆ, ਹੁਣ ਜੇ ਆਪਾਂ ਕਹਿੰਦੇ ਆ ਕਿ ਬਾਰਡਰਸ ਦੇ ਉੱਤੇ ਜਾ ਕੇ ਬੈਠੇ ਆ, ਇਹਦਾ ਮਤਲਬ ਇਹ ਹੈ ਕਿ ਇਹ ਪੰਜਾਬ ਦੇ ਕਿਸਾਨ ਧਰਤੀ ਪੁੱਤਰ ਹੈ। ਇਹ ਕਿੱਤਾ ਇਹਨਾਂ ਕਿਸਾਨਾਂ ਨੂੰ ਬਾਬੇ ਨਾਨਕ ਨੇ ਬਖਸ਼ਿਆ। ਸੋ ਇਹ ਕਿਸਾਨ, ਇਹ ਮਾਲਕੀ ਤੇ ਇਹ ਕਿੱਤਾ ਛੱਡਣ ਵਾਲੇ ਨਹੀਂ। ਤੇ ਇਹਦੇ ਲਈ ਤਾਂ ਹੀ ਤਾਂ 6 ਮਹੀਨੇ ਹੋ ਗਏ ਉੱਥੇ ਬਾਰਡਰਾਂ ਦੇ ਉੱਤੇ ਬੈਠਿਆ, ਤੇ ਉਸ ਤੋਂ 2 ਮਹੀਨੇ ਪਹਿਲਾਂ ਰੇਲਵੇ ਲਾਈਨਾਂ ਦੇ ਉੱਤੇ ਬੈਠੇ ਰਹੇ ਪੰਜਾਬ ਦੇ ਵਿੱਚ। ਸੋ ਇਸ ਵੇ ਫਾਰਵਰਡ ਦੇ ਲਈ ਪਹਿਲਾ ਤਾਂ ਇਹ ਹੈ ਕਿ ਐਜੂਕੇਸ਼ਨ ਤੇ ਹੈਲਥ ਇਹ ਬਹੁਤ ਤਕੜੇ ਕਰਨੇ ਪੈਣੇ ਆ। ਅਸੀਂ ਹੁਣ ਇਹ ਕਿਸਾਨ ਪਰਿਵਾਰਾਂ ਦੇ ਵਿੱਚ ਜਦੋਂ ਗਏ ਆ, ਸਾਡੇ 'ਚ ਇਹ ਨਹੀਂ ਕਿ ਇਹ ਚੇਅਰਮੈਨ ਹੈ ਤੇ ਇਹ ਡਾਇਰੈਕਟਰ ਹੈ, ਅਸੀਂ ਸਾਰੇ ਫੀਲਡ ਵਰਕਰ ਹਾਂ। ਜਿਹੜਾ ਸਾਡਾ ਦੂਸਰਾ ਵਰਕਰ ਕੰਮ ਕਰਦਾ, ਅਸੀਂ ਵੀ ਉਹੀ ਕੰਮ ਕਰਦੇ ਹਾਂ ਤਾਂ ਕਿ ਉਹਨਾਂ ਦੇ ਮਨ 'ਚ ਨਾ ਆਵੇ ਵੀ ਕਿ ਇਹ ਬੈਠੇ ਨੇ ਤੇ ਅਸੀਂ ਫੀਲਡ ਦੇ ਵਿੱਚ ਕੰਮ ਕਰਦੇ ਹਾਂ। ਸੋ ਮੈਨੂੰ 10 ਫੈਮਿਲੀਜ਼ ਅਲਾਟ ਹੋਈਆਂ, ਮੈਂ ਉਹਨਾਂ ਦੇ ਵਿੱਚ ਗਿਆ, ਮੈਨੂੰ ਕੋਈ 10ਵੀਂ ਪਾਸ ਵੀ ਉਹਨਾਂ 10 ਫੈਮਿਲੀਜ਼ ਦੇ ਵਿੱਚੋਂ ਨਹੀਂ ਲੱਭਿਆ। ਸੋ ਸੂਰਤ-ਏ-ਹਾਲ ਇੰਨੀ ਮਾੜੀ ਹੈ ਗਰਾਊਂਡ ਦੇ ਉੱਤੇ। ਔਰ ਜਿੱਥੋਂ ਤੱਕ ਹੈਲਥ ਦਾ ਦੇਖੀਏ ਤੇ ਬਹੁਤ ਮਾੜੀ ਹਾਲਤ ਹੈ। ਤੇ ਫਜ਼ੂਲ ਖਰਚੀ ਜਿਹੜੀ ਹੈ ਉਹ ਬੰਦ ਕਰਨੀ ਪਊ। ਦੋਨੋਂ ਡਿਪਾਰਟਮੈਂਟ ਗਵਰਨਮੈਂਟ ਨੂੰ ਤਕੜੇ ਕਰਨੇ ਪੈਣਗੇ। ਸੋ ਸਾਡੇ ਨੋਟਿਸ ਦੇ ਵਿੱਚ ਇਹ ਆਇਆ ਕਿ ਕਈ ਕਿਸਾਨਾਂ ਨੇ ਹੈਲਥ ਪ੍ਰੋਬਲਮਸ, ਕੋਈ ਬਾਈਪਾਸ ਕਰਾਉਣਾ ਸੀ, ਆਪਣਾ ਟਰੈਕਟਰ ਵੇਚ ਕੇ ਬਾਈਪਾਸ ਕਰਵਾਇਆ। ਇੱਕ ਫੈਮਿਲੀ ਦੇ ਵਿੱਚ ਉਹਨਾਂ ਦੇ ਕੋਲ 4 ਵੀਲਰ ਸੀਗਾ ਜਿਹੜਾ ਰੁਜ਼ਗਾਰ ਲਈ ਉਹ ਚਲਾ ਰਹੇ ਸੀ, ਕਿਰਾਇਆ ਢੋ ਰਹੇ ਸੀ।
ਤੇ ਇਦਾਂ ਹੀ ਹੈਲਥ ਪ੍ਰੋਬਲਮ ਆਈ, ਉਹ 4 ਵੀਲਰ ਵੇਚਣਾ ਪਿਆ ਤੇ ਇਲਾਜ ਕਰਵਾਇਆ। ਸੋ ਇਹ ਦੋ ਮਹਿਕਮੇ ਬਹੁਤ ਜ਼ਰੂਰੀ ਨੇ ਤਾਂ ਕਿ ਉਹਨਾਂ ਦਾ ਖਰਚਾ ਘਟੇ, ਇਦਾਂ ਹੀ ਐਜੂਕੇਸ਼ਨ ਦੇ ਵਿੱਚ। ਸੋ ਨਾਲ ਦੀ ਨਾਲ ਜਿਹੜੇ ਕਿਸਾਨ ਆ ਉਹਨਾਂ ਨੂੰ ਵੀ ਫਜ਼ੂਲ ਖਰਚੀ ਜਿਹੜੀ ਉਹ ਬੰਦ ਕਰਨੀ ਪਊਗੀ। ਸਾਦੇ ਵਿਆਹ ਸਾਦੇ ਭੋਗ, ਨਾ ਕਰਜ਼ਾ ਨਾ ਚਿੰਤਾ ਰੋਗ। ਸੋ ਇਹ ਸਾਰਾ ਕੁਝ ਸਾਦਾ ਕਰਨਾ ਪਊ ਤਾਂ ਕਿ ਖਰਚੇ ਘੱਟ ਹੋ ਸਕਣ। ਹੁਣ ਕਿਸਾਨਾਂ ਦੇ ਅੰਦੋਲਨ ਨੇ ਉਹਨਾਂ ਦੀ ਸਾਈਕੋਲੋਜੀ ਦੇ ਵਿੱਚ ਇੱਕ ਮੇਜਰ ਸ਼ਿਫਟ ਲਿਆਂਦਾ, ਇੱਕ ਤਬਦੀਲੀ ਆਈ ਹੈ। ਮਿਲ ਕੇ ਕੰਮ ਕਰਨ ਦੀ ਰੁਚੀ ਪੈਦਾ ਹੋਈ ਹੈ ਜਿਹੜੀ ਪਹਿਲਾਂ ਨਹੀਂ ਸੀਗੀ। ਥੈਂਕਸ ਟੂ ਆਨਰੇਬਲ ਪ੍ਰਾਈਮ ਮਿਨਿਸਟਰ ਆਫ ਇੰਡੀਆ ਕਿ ਇਹ ਮਿਲ ਜੁਲ ਕੇ ਕੰਮ ਕਰਨ ਦੀ ਰੁਚੀ ਸਾਡੇ ਕਿਸਾਨਾਂ ਦੇ ਵਿੱਚ ਪੈਦਾ ਹੋਈ ਹੈ। ਕਿਸਾਨਾਂ ਦੀ ਜੋ ਇਸ ਵੇਲੇ ਜੋ ਸਾਈਕੋਥੈਰੇਪੀ ਦੀ ਲੋੜ ਹੈ, ਤਾਂ ਇਹ ਮਲਟੀ ਪ੍ਰੋਂਗਡ ਸਟ੍ਰੈਟਜੀ ਆ ਜਿਹੜੀ ਸਾਨੂੰ ਹੁਣ ਫਾਲੋ ਕਰਨ ਦੀ ਲੋੜ ਹੈ। ਢਹਿੰਦੀਆਂ ਕਲਾਂ ਦੇ ਵਿੱਚੋਂ ਕੱਢ ਕੇ ਸਾਡੇ ਕਿਸਾਨਾਂ ਨੂੰ ਚੜ੍ਹਦੀਆਂ ਕਲਾਂ ਦੇ ਵਿੱਚ ਲਿਆਉਣ ਦੀ ਲੋੜ ਹੈ। ਉਹਨਾਂ ਨੂੰ ਚਮਕੌਰ ਸਾਹਿਬ, ਉਹਨਾਂ ਨੂੰ ਸਰਹੰਦ, ਉਹਨਾਂ ਨੂੰ ਹਰੀ ਸਿੰਘ ਨਲੂਆ, ਜੱਸਾ ਸਿੰਘ ਆਹਲੂਵਾਲੀਆ, ਜੱਸਾ ਸਿੰਘ ਰਾਮਗੜੀਆ, ਬਘੇਲ ਸਿੰਘ ਦੀਆਂ ਤੇ ਬਾਬਾ ਬੰਦਾ ਸਿੰਘ ਬਹਾਦਰ ਦੀਆਂ ਗਥਾਵਾਂ ਉਹਨਾਂ ਦੇ ਕੰਨੀ ਪਾਉਣ ਦੀ ਲੋੜ ਆ। ਸ਼ਾਨਾਮਤੀ ਇਤਿਹਾਸ ਤੇ ਗੌਰਵਮਈ ਵਿਰਸਾ ਉਹਦੇ ਨਾਲ ਜੋੜਨ ਦੀ ਲੋੜ ਆ ਤਾਂ ਕਿ ਉਹ ਚੜ੍ਹਦੀ ਕਲਾ ਦੇ ਵਿੱਚ ਆ ਸਕਣ, ਢਹਿੰਦੀ ਕਲਾ ਦੇ ਵਿੱਚੋਂ ਨਿਕਲ ਕੇ। ਔਰ ਇਹਦੇ ਵਿੱਚ ਬੜਾ ਵੱਡਾ ਯੋਗਦਾਨ ਸਾਡੀਆਂ ਯੂਨੀਵਰਸਿਟੀਆਂ ਦਾ, ਸਾਡੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਹੋਣਾ ਚਾਹੀਦਾ ਹੈ ਤਾਂ ਕਿ ਹਰੇਕ ਜ਼ਿਲ੍ਹੇ ਦੇ ਵਿੱਚ ਪਿੰਡ ਜਾ ਕੇ ਉਹਨਾਂ ਨੂੰ ਚੜ੍ਹਦੀ ਕਲਾ ਦੇ ਵਿੱਚ ਲਿਆਉਣ ਦੀ ਕੋਸ਼ਿਸ਼ ਕਰਨ। ਸੋ ਕਰਜ਼ੇ ਚੋਂ ਕੱਢਣ ਦਾ ਹੱਲ ਹੈ ਜਿਹੜਾ ਉਹ ਇਸ ਵੇਲੇ ਕੋਆਪਰੇਟਿਵ ਫਾਰਮਿੰਗ ਹੈ। ਜਿੱਦਾਂ ਮੈਂ ਕਿਹਾ ਕਿ ਉਹਨਾਂ ਦੀ ਸਾਈਕੋਲੋਜੀਕਲ ਸ਼ਿਫਟ ਹੋਈ ਹੈ, ਸਾਈਕੋਲੋਜੀ ਚੇਂਜ ਹੋਈ ਹੈ, ਰਲ ਮਿਲ ਕੇ ਕੰਮ ਕਰਨ ਦੀ ਮਾਦਾ ਪੈਦਾ ਹੋਇਆ ਹੈ। ਸੋ ਟੂ ਬਿਗਿਨ ਵਿਦ ਮੇਰੇ ਮਨ ਜੋ ਆਉਂਦਾ ਹੈ ਕਿ ਜਿਹੜੇ 5 ਏਕੜ ਵਾਲੇ ਕਿਸਾਨ ਨੇ, 5 ਏਕੜ ਤੱਕ ਜਿਹੜੀ ਕਿ ਅਸੀਂ ਕਹਿੰਦੇ ਆ ਕਿ ਕਿਸਾਨੀ ਵਾਇਬਲ ਨਹੀਂ ਗੀ, ਉਹਨਾਂ ਨੂੰ ਜਿਹੜੇ ਖੇਤੀ ਖਰਚੇ ਘਟਾਉਣ ਦੇ ਲਈ ਕੋਆਪਰੇਟਿਵ ਫਾਰਮਿੰਗ ਦੇ ਵਿੱਚ ਉਹਨਾਂ ਨੂੰ ਲਿਆਉਣ ਦੀ ਲੋੜ ਆ। ਠੀਕ ਹੈ ਜੀ। ਇਹ ਕੋਆਪਰੇਟਿਵ ਸੁਸਾਇਟੀਆਂ ਜਿਹੜੀਆਂ ਪਿੰਡਾਂ ਦੇ ਵਿੱਚ ਨੇ, ਤਕਰੀਬਨ ਇਸ ਵੇਲੇ 3800 ਕੋਆਪਰੇਟਿਵ ਸੁਸਾਇਟੀਆਂ ਨੇ। ਬੜਾ ਵੱਡਾ ਯੋਗਦਾਨ ਇਹਨਾਂ ਸੁਸਾਇਟੀਆਂ ਦਾ ਹੋ ਸਕਦਾ ਹੈ। ਸਾਰੀਆਂ ਇਨਪੁਟਸ ਇਹ ਸੁਸਾਇਟੀਆਂ ਪ੍ਰੋਕਿਓਰ ਕਰਨ, ਬਲਕ ਪਰਚੇਜ਼ ਦੇ ਵਿੱਚ ਬੜੀਆਂ ਸਸਤੀਆਂ ਮਿਲ ਸਕਦੀਆਂ ਨੇ, ਬੜਾ ਕੰਸੈਸ਼ਨ ਮਿਲਦਾ ਉਹਨਾਂ ਦੇ ਉੱਤੇ। ਔਰ ਜੋ ਪਿੰਡ ਦੇ ਵਿੱਚ ਪ੍ਰੋਡਿਊਸ ਦਾਲਾਂ, ਤੇਲ ਬੀਜ, ਸਬਜ਼ੀਆਂ, ਉਹਨਾਂ ਦੀ ਕਾਸ਼ਤ ਕੀਤੀ ਜਾਵੇ, ਉਹਨਾਂ ਦੀ ਪ੍ਰੋਸੈਸਿੰਗ ਕੀਤੀ ਜਾਵੇ, ਉਹਨਾਂ ਦੀ ਪੈਕਿੰਗ ਕੀਤੀ ਜਾਵੇ ਔਰ ਉਹ ਸਾਰੀ ਪ੍ਰੋਡਿਊਸ ਕਰਕੇ ਕੋਆਪਰੇਟਿਵ ਸੁਸਾਇਟੀਆਂ ਦੇ ਵਿੱਚ ਲਿਆਂਦੀ ਜਾਵੇ। ਤੇ ਉਹਦੇ ਨਾਲ ਇਹ ਹੈ ਕਿ ਪਿੰਡਾਂ ਵਾਲਿਆਂ ਨੂੰ ਜਿਹੜੀ ਸ਼ਹਿਰ ਜਾ ਕੇ ਚੀਜ਼ ਲਿਆਉਣ ਦੀ ਲੋੜ ਹੈ, ਆਪਣੇ ਪਿੰਡ ਦੇ ਵਿੱਚ ਹੀ ਸਸਤੇ ਰੇਟਾਂ ਦੇ ਉੱਤੇ ਮਿਲੇਗੀ। ਔਰ ਉਹਦੇ ਨਾਲ ਉਹਨਾਂ ਦੇ ਜਿਹੜੇ ਬੈਕਵਰਡ ਲਿੰਕੇजेस ਔਰ ਫਾਰਵਰਡ ਲਿੰਕੇਜ ਜਿਹੜੇ ਦੋਨਾਂ ਦੇ ਵਿੱਚ ਬਹੁਤ ਵਧੀਆ ਫਾਇਦਾ ਹੋਊਗਾ। ਇਦਾਂ ਫਾਰਮਰ ਪ੍ਰੋਡਿਊਸਰ ਆਰਗੇਨਾਈਜੇਸ਼ਨਸ ਸਾਨੂੰ ਡਿਵੈਲਪ ਕਰਨ ਦੀ ਲੋੜ ਹੈ। ਛੋਟੇ ਪ੍ਰੋਸੈਸਿੰਗ ਯੂਨਿਟਸ ਕੈਚਮੈਂਟ ਏਰੀਆਜ਼ ਦੇ ਵਿੱਚ ਬਣਾਉਣ ਦੀ ਲੋੜ ਹੈ ਤਾਂ ਕਿ ਇਹ ਕਿਸਾਨਾਂ ਨੂੰ ਆਪ ਹੀ ਕਰਨਾ ਪੈਣਾ ਹੈ। ਆਪਣੇ ਹੱਥੀ ਆਪਣਾ ਆਪੇ ਹੀ ਕਾਜ ਸਵਾਰੀਏ। ਸਾਨੂੰ ਉਹ ਗੁਰਬਾਣੀ ਦਾ ਕਨਸੈਪਟ ਹੈ ਜਿਹੜਾ ਸਾਨੂੰ ਇਹ ਲੈ ਕੇ ਆਉਣ ਦੀ ਲੋੜ ਹੈ। ਸੋ ਛੋਟਾ ਕਿਸਾਨ ਜਿਹੜਾ ਪਾਣੀ ਕਰਕੇ ਮਰ ਰਿਹਾ ਹੈ, ਮਹਿੰਗੀ ਮਸ਼ੀਨਰੀ ਤੇ ਅਸੀਂ ਇਹ ਕੋਆਪਰੇਟਿਵ ਫਾਰਮਿੰਗ ਦੇ ਵਿੱਚ ਇਹ ਸੈਂਟਰ ਕ੍ਰੀਏਟ ਕਰ ਦਿਆਂਗੇ, ਹੋਣੇ ਚਾਹੀਦੇ ਨੇ। ਟਰੈਕਟਰ, ਹੋਰ ਹੈਵੀ ਮਸ਼ੀਨਰੀ, ਛੋਟੀ ਮੋਟੀ ਸਾਰੀ ਅਵੇਲੇਬਲ ਹੋਣੀ ਚਾਹੀਦੀ ਹੈ। ਕਸਟਮ ਹਾਇਰਿੰਗ ਦੇ ਉੱਤੇ ਕਿਸਾਨ ਜਿਹੜੀ ਮਸ਼ੀਨਰੀ ਲੈ ਕੇ ਵਰਤ ਲਵੇ, ਉਹਦਾ ਖਰਚਾ ਡਰਾਸਟਿਕਲੀ ਘਟ ਜਾਵੇਗਾ। ਪਰ ਜਿਹੜੇ ਟਿਊਬਵੈਲ ਨੇ ਉਹਦੇ ਕਰਕੇ, ਪਾਣੀ ਕਰਕੇ ਕਿਸਾਨ ਮਰ ਰਿਹਾ, ਦਿਨੋਂ ਦਿਨ ਡੂੰਘੇ ਹੋ ਰਿਹਾ, ਇਹਨਾਂ ਤੇ ਬੜਾ ਖਰਚਾ ਆ ਰਿਹਾ। ਸੋ ਜੇ ਗਵਰਨਮੈਂਟ ਆਵੇ ਤੇ ਸਰਕਾਰੀ ਟਿਊਬਵੈਲ ਪਿੰਡਾਂ ਦੇ ਵਿੱਚ ਲੱਗਣ, ਇਹ ਛੋਟੀ ਕਿਸਾਨੀ ਨੂੰ ਇਹ ਸਰਕਾਰੀ ਟਿਊਬਵੈਲਾਂ ਤੋਂ ਪਾਣੀ ਮਿਲੇ ਤਾਂ ਉਹਨਾਂ ਦੇ ਖਰਚੇ ਹੋਰ ਘਟ ਸਕਦੇ ਆ। ਸੋ ਜਿਹੜੀ ਖੇਤੀ ਆ ਉਹ ਲਾਹੇਵੰਦ ਹੋ ਸਕਦੀ ਹੈ। ਇਹ ਇਸ ਕਰਜ਼ੇ ਦੇ ਚੱਕਰ ਦੇ ਵਿੱਚੋਂ ਨਿਕਲ ਸਕਦੇ ਆ। ਥੈਂਕ ਯੂ ਸਰ, ਬਹੁਤ ਹੀ ਤਫਸੀਲ ਦੇ ਨਾਲ ਤੁਸੀਂ ਸਾਨੂੰ ਦੱਸਿਆ ਔਰ ਕਾਫੀ ਆਈ ਥਿੰਕ ਮੇਰੇ ਹਿਸਾਬ ਨਾਲ ਕਿ ਜਿਹੜਾ ਆਪਣਾ ਇਹ ਤੁਸੀਂ ਸਾਰੀਆਂ ਗੱਲਾਂ ਦੱਸੀਆਂ ਨੇ, ਇਟ ਇਜ਼ ਅ ਟੌਪਿਕ ਪੈਨਲ ਡਿਸਕਸ਼ਨ ਇਨ ਇਟਸੈਲਫ।
ਔਰ ਮੇਰਾ ਇਹ ਮੰਨਣਾ ਹੈ ਕਿ ਇੱਕ ਤੋਂ ਹਫ਼ਤਿਆਂ ਦੇ ਵਿੱਚ we would like to, ਜੇ ਤੁਹਾਡੇ ਕੋਲ ਟਾਈਮ ਹੋਇਆ, we would like to bring you back in and talk about this in further detail, ਕਿਉਂਕਿ ਸਾਡੇ ਜਿਹੜੇ viewers ਨੇ, ਜਿਹੜੇ ਕਾਫੀ ਬਾਹਰ ਵੀ ਬੈਠੇ ਨੇ, they always keep asking us ਕਿ social media platform ਹੈ, ਅਸੀਂ post share ਕਰਦੇ ਹਾਂ, what next, what are the ways forward, ਤੇ ਜਿਹੜੀ ਤੁਸੀਂ ਇਹ ਦਸੀਆਂ ਨੇ ਗੱਲਾਂ, ਇੱਕ ਆਮ ਆਦਮੀ ਨੂੰ, ਮੈਨੂੰ ਲੇਮੈਨ ਲੈਂਗੁਏਜ ਮੈਨੂੰ ਸਮਝ ਆ ਗਿਆ ਕਿ ਤੁਸੀਂ ਕੀ ਕਹਿਣਾ ਚਾਹ ਰਹੇ ਹੋ। ਸੋ ਦਿਸ ਇਜ਼ ਫੈਂਟੈਸਟਿਕ। ਅਸੀਂ ਜ਼ਰੂਰ ਚਾਹਾਂਗੇ ਕਿ ਆਪਾਂ ਇਹਦੇ ਬਾਰੇ ਹੋਰ ਡਿਸਕਸ਼ਨ ਕਰੀਏ। ਬਟ ਕਮਿੰਗ ਬੈਕ ਟੂ ਜਿਹੜਾ ਆਪਣਾ ਟੌਪਿਕ ਸੀਗਾ ਕਿ aims and objectives of Atam Pragas, especially now that we have so many bereaved farmers families, ਔਰ ਤੁਸੀਂ ਖੁਦ ਦੱਸਿਆ ਕਿ ਜਦੋਂ ਤੁਸੀਂ ਕਈ families ਨੂੰ ਮਿਲੇ, ਉਹਨਾਂ ਦੀ level of education ਕਿੰਨਾ ਘੱਟ ਸੀਗਾ, ਕੋਈ ਬਹੁਤ ਲੋਕ ਘੱਟ ਸੀਗੇ ਜਿਹੜੇ, and one of the aims and objectives ਜਿਹੜਾ ਡਾਕਟਰ ਵਰਿੰਦਰਪਾਲ ਜੀ ਨੇ ਦੱਸਿਆ is education. So this brings me to ਸਰਦਾਰ ਜਸਵੰਤ ਸਿੰਘ ਜੀ, ਤੁਸੀਂ ਇੱਕ ਤਾਂ ਦੱਸੋ, ਆਪਣੇ ਬਾਰੇ ਦੱਸੋ ਕਿ ਤੁਸੀਂ ਜਿਹੜੀ ਅਕਾਲ ਕਾਲਜ ਕਾਉਂਸਲ ਦੇ ਨਾਲ ਬੜੀ ਦੇਰ ਤੋਂ ਜੁੜੇ ਹੋਏ ਹੋ, ਤੇ ਇਹ ਆਪਣਾ ਜਿਹੜਾ ਐਜੂਕੇਸ਼ਨ ਦਾ ਮੁੱਦਾ ਹੈ ਪਿੰਡਾਂ ਦੇ ਵਿੱਚ, ਰੂਰਲ ਪੰਜਾਬ ਦੇ ਵਿੱਚ, ਇਹਨੂੰ ਆਪਾਂ ਕਿਸ ਤਰ੍ਹਾਂ ਟੈਕਲ ਕਰ ਰਹੇ ਹਾਂ ਔਰ ਕਿੱਥੇ ਤੱਕ ਆਪਾਂ ਪਹੁੰਚੇ ਹਾਂ ਇਸ ਜਰਨੀ ਦੇ ਵਿੱਚ, ਤੇ ਸਾਡੇ ਵਰਗੇ ਜਿਹੜੇ ਲੋਕ ਨੇ ਕਿਸ ਤਰ੍ਹਾਂ ਅਸੀਂ ਸਪੋਰਟ ਕਰ ਸਕਦੇ ਹਾਂ ਤੁਹਾਨੂੰ ਇਸ ਜਰਨੀ ਦੇ ਵਿੱਚ, ਔਰ ਜ਼ਰਾ ਇਹਦੇ ਬਾਰੇ ਵਿਸਤਾਰ ਸਾਨੂੰ ਦੱਸੋ। ਆ ਵਿਊਅਰਸ ਵੁੱਡ ਲਾਈਕ ਟੂ ਨੋ। ਸਰ ਤੁਸੀਂ ਆਪਣੇ ਆਪ ਨੂੰ ਅਨਮਿਊਟ ਕਰਨ। अनम्यूट करना सर। ये सुन नहीं रही आवाज थोड़ी। हाँ जी सर, आई कांट हियर यू सर। I think just bear with us please, ਉਹਨਾਂ ਦੀ ਥੋੜੀ glitch ਆ ਰਹੀ ਹੈ ਸਾਊਂਡ ਦੇ ਵਿੱਚ। I can't sorry everyone ਅਸੀਂ technology has a lot of value but sometimes it can be a bit tricky। ਹਾਂਜੀ ਸੋ ਜਿਹੜੀ ਗੱਲ ਤੁਸੀਂ ਕਰ ਰਹੇ ਸੀਗੇ ਨਾ ਕਿ ਆਪਾਂ ਕਿਵੇਂ ਵਿਦਿਅਕ ਅਦਾਰਿਆਂ ਦੇ ਵਿੱਚ ਕਿਸ ਤਰ੍ਹਾਂ ਸਾਰਾ ਕਾਰਜ ਕਰ ਰਹੇ ਹਾਂ, ਹਾਂਜੀ, ਸੋ ਤੁਸੀਂ ਸਾਨੂੰ ਕਿਵੇਂ ਸਹਿਯੋਗ ਕਰ ਸਕਦੇ ਹੋ। ਸੋ 350 ਤੋਂ ਵੱਧ ਆਤਮ ਪ੍ਰਕਾਸ਼ ਦੇ ਯੂਨਿਟ ਨੇ ਵਿਦਿਅਕ ਅਦਾਰਿਆਂ ਦੇ ਵਿੱਚ, ਤੇ ਇਸ ਤਰ੍ਹਾਂ ਮੈਂ ਪਹਿਲਾਂ ਟੂਕ ਮਾਤਰ ਗੱਲ ਤੁਹਾਨੂੰ ਕੀਤੀ ਸੀਗੀ, ਉਸ ਗੱਲ ਨੂੰ ਆਪਾਂ ਅੱਗੇ ਚਲਾਉਂਦੇ ਹਾਂ। ਜਿਵੇਂ ਡਾਕਟਰ ਨਛੱਤਰ ਸਿੰਘ ਨੇ ਬੜੀਆਂ ਗੱਲਾਂ ਡੂੰਘੀਆਂ ਬਰੀਕ ਕੀਤੀਆਂ ਨੇ, ਹਨਾ, ਤੇ ਤੁਹਾਡੇ ਸਵਾਲ ਦੀ ਜੜ ਤੱਕ ਉਹਨਾਂ ਨੇ ਜਾਣ ਦੇ ਲਈ ਵੱਡੇ ਦਾਇਰੇ 'ਚ ਗੱਲ ਨੂੰ ਰੱਖਿਆ ਵੀ ਇਹ ਸਮੱਸਿਆ, ਜੇ ਤੁਸੀਂ ਕਿਸਾਨ ਦੇ ਕਰਜ਼ੇ ਦੀ ਗੱਲ ਕਰਦੇ ਹੋ ਤੇ ਉਦੋਂ 3 ਗੁਣਾ ਕਰਜ਼ਾ ਤਾਂ ਉਹਦੇ ਸਿਰ ਦੇ ਉੱਤੇ ਜਿਹਨੇ ਕਰਜ਼ਾ ਲਾਉਣਾ ਸੀਗਾ। ਬਿਲਕੁਲ ਬਿਲਕੁਲ। ਤੇ ਕਿਸਾਨ ਨੂੰ ਕਰਜ਼ੇ ਤੋਂ ਮੁਕਤ ਕਰਾਉਣ ਲਈ ਪਹਿਲਾਂ ਸਰਕਾਰ ਨੂੰ ਕਰਜ਼ੇ ਤੋਂ ਮੁਕਤ ਕਰਾਉਣਾ ਪੈਣਾ, ਤਾਂ ਹੀ ਉਹ ਕਿਸਾਨ ਨੂੰ ਕਰਜ਼ੇ ਤੋਂ ਮੁਕਤ ਕਰੂਗਾ। ਹੁਣ ਕਿਸਾਨ ਨੇ ਕਰਜ਼ੇ ਤੋਂ ਮੁਕਤ ਕਰਾਉਣ ਲਈ ਸਰਕਾਰ ਨੂੰ ਮੁਕਤ ਕਰਾਉਣਾ ਪੈਣਾ, ਤੇ ਮੁਕਤੀ ਕਰਾਉਣ ਲਈ ਸਰਕਾਰ ਦੇ ਕੋਲੇ ਹੁਣ ਆਮਦਨ ਦੇ ਵਸੀਲੇ ਕਿਹੜੇ ਨੇ? ਜਿਹੜੇ ਆਮਦਨ ਦੇ ਵਸੀਲੇ ਨੇ ਉਹ ਚੋਰਾਂ ਠੱਗਾਂ ਦੇ ਕੋਲੇ ਨੇ, ਤੇ ਫਿਰ ਆਮਦਨ ਆਉਣੀ ਕਿੱਥੋਂ ਆ? ਹੁਣ ਇਹਦਾ ਕਾਰਨ ਕੀ ਹੈ? ਦੇਖੋ, ਇਹਦਾ ਕਾਰਨ ਮੈਂ ਤਾਂ ਬਤੌਰ ਅਕੈਡਮੀਸ਼ੀਅਨ ਇਹ ਮਹਿਸੂਸ ਕਰਦਾ ਕਿ ਸਾਰੀ ਜੋ ਵੀ ਸਿਸਟਮ ਗਰਕ ਹੋਇਆ ਉਹਦਾ ਜ਼ਿੰਮੇਵਾਰ ਮੈਂ ਖੁਦ ਹਾਂ, ਕਿਉਂਕਿ ਮੈਂ ਕਿੱਤੇ ਵਜੋਂ ਇੱਕ ਅਧਿਆਪਕ ਹਾਂ, ਤੇ ਮੈਂ ਐਸੇ ਵਿਦਿਆਰਥੀ ਨਹੀਂ ਪੈਦਾ ਕਰ ਸਕਿਆ, ਮੈਂ ਐਸੇ ਇਨਸਾਨ ਨਹੀਂ ਪੈਦਾ ਕਰ ਸਕਿਆ ਜਿਹੜੇ ਇਸ ਸਮਾਜ ਪ੍ਰਤੀ ਦਰਦ ਰੱਖਦੇ ਹੋਣ ਤੇ ਉਹਨਾਂ 'ਚ ਕੋਈ ਸਵਾਰਥ ਨਾ ਹੋਵੇ, ਸੈਲਫਿਸ਼ਨੈਸ ਨਾ ਹੋਵੇ, ਉਹ ਸੈਲਫਲੈਸ ਹੋਣ। ਸੋ ਇਹ ਆਤਮ ਪ੍ਰਕਾਸ਼ ਦਾ ਜਿਹੜਾ ਫੋਕਸ ਹੈ ਵਿਦਿਅਕ ਅਦਾਰਿਆਂ ਵਿੱਚ ਇਹੀ ਹੈ ਕਿ ਅਸੀਂ ਸੈਲਫਲੈਸ ਲੋਕ ਪੈਦਾ ਕਰੀਏ। ਸੈਲਫਲੈਸ ਲੋਕ ਜਦੋਂ ਪੈਦਾ ਹੋ ਜਾਣਗੇ, ਜਦੋਂ ਨਿਰਸਵਾਰਥ ਲੋਕ, ਹੰਬਲ ਲੋਕ, ਕੂਲ ਲੋਕ, ਜਿਹੜੇ ਲੋਕ ਸਿਰਫ ਤੇ ਸਿਰਫ ਸਮਾਜ ਨੂੰ ਕੁਝ ਦੇਣ ਦੀ ਇੱਛਾ ਰੱਖਦੇ ਹੋਣ, ਤੇ ਉਹ ਪੈਦਾ ਹੋ ਜਾਣਗੇ, ਤਾਂ ਸਮਾਜ ਦੀਆਂ ਸਮੱਸਿਆਵਾਂ ਦਾ ਹੱਲ ਹੋਵੇਗਾ। ਸੋ ਸਾਡਾ ਵਿਦਿਅਕ ਅਦਾਰਿਆਂ ਵਿੱਚ ਜਿਹੜਾ ਫੋਕਸ ਹੈ ਉਹ ਕੰਪਲੀਟਲੀ ਇਹ ਹੈਗਾ
ਰੈਗੂਲਰ ਟ੍ਰੇਨਿੰਗ ਪ੍ਰੋਗਰਾਮਸ ਦੇ ਰਾਹੀਂ, ਬੱਚਿਆਂ ਨਾਲ ਮੁਲਾਕਾਤਾਂ ਦੇ ਰਾਹੀਂ, ਬੱਚਿਆਂ ਨੂੰ ਦਿੱਤੇ ਸਿਲੇਬਸ ਦੇ ਰਾਹੀਂ ਕਿ ਸਾਡੇ ਅੰਦਰ ਤਿਆਗ ਦੀ ਭਾਵਨਾ ਦਾ ਪੈਦਾ ਹੋਵੇ। ਤਿਆਗ ਦੀ ਭਾਵਨਾ ਜਦੋਂ ਤੱਕ ਸਾਡੇ 'ਚ ਪੈਦਾ ਨਹੀਂ ਹੁੰਦੀ ਅਸੀਂ ਕੁਝ ਨਹੀਂ ਕਰ ਸਕਦੇ। ਉਦਾਹਰਨ ਦੇ ਤੌਰ ਤੇ ਅਸੀਂ ਕੱਲ ਗੱਲ ਕਰ ਰਹੇ ਸੀਗੇ ਕਿ ਸਰਕਾਰ ਨੇ ਕਿਹਾ ਕਿ ਜਿਹੜਾ ਹੈਗਾ ਤੁਹਾਨੂੰ ਪੈਨਸ਼ਨ ਮਿਲਣੀ ਹੈ ਤਾਂ ਜੇ ਤੁਹਾਡੀ ਜਿਹੜੀ ਜ਼ਮੀਨ ਹੈ 2.5 ਕਿੱਲਿਆਂ ਤੋਂ 2 ਕਿੱਲੇ ਤੋਂ ਘੱਟ ਹੈਗੀ ਹੈ ਨਾ। ਇੱਕ ਮਾਤਾ ਪੈਨਸ਼ਨ ਲਵਾਉਣ ਲਈ ਆਈ ਤੇ ਉਹ ਕਹਿੰਦੀ ਜਦੋਂ ਦੇਖਿਆ ਤਾਂ ਉਹਦੀ 10 ਕਿੱਲੇ ਜ਼ਮੀਨ ਆ, ਉਹਨੂੰ ਦੱਸਿਆ ਕਿ ਬੀਬਾ ਤੇਰੇ ਤਾਂ ਜ਼ਮੀਨ 10 ਕਿੱਲੇ ਆ, ਤੂੰ ਤਾਂ ਪੈਨਸ਼ਨ ਨਹੀਂ ਲਵਾ ਸਕਦੀ। ਉਹਨੇ ਕੀ ਕੀਤਾ, ਜਾ ਕੇ ਜ਼ਮੀਨ ਆਪਣੇ ਪਰਿਵਾਰ ਦੇ ਮੈਂਬਰਾਂ 'ਚ ਵੰਡਤੀ, 2.5 ਕਿੱਲੇ ਫਿਰ ਆ ਗਈ, ਕਹਿੰਦੀ ਮੈਨੂੰ ਹੁਣ ਲਾ ਦਿਓ, ਹੁਣ ਤਾਂ ਮੈਨੂੰ ਲੱਗ ਸਕਦੀ ਹੈ ਨਾ। ਮਤਲਬ ਕਿ ਜਿਹੜੀ ਇਹ ਚੀਜ਼ ਹੈ ਨਾ, ਜਿਹੜੇ ਲੋੜਵੰਦ ਨੇ ਉਹਨਾਂ ਤੱਕ ਚੀਜ਼ ਪਹੁੰਚਦੀ ਨਹੀਂ, ਜਿਨ੍ਹਾਂ ਨੂੰ ਲੋੜ ਨਹੀਂ ਉਹ ਆਪਣੇ ਪ੍ਰੈਸ਼ਰ ਦੇ ਵਿੱਚ, ਪੋਲੀਟੀਕਲ ਪ੍ਰੈਸ਼ਰ 'ਚੋਂ ਕੰਮ ਕਰਵਾ ਲੈਂਦੇ ਨੇ। ਤੇ ਇਹ ਢਾਂਚਾ ਜਿਵੇਂ ਡਾਕਟਰ ਸਾਹਿਬ ਨੇ ਤੁਹਾਨੂੰ ਦੱਸਿਆ, ਡਾਕਟਰ ਨਛੱਤਰ ਸਿੰਘ ਹੋਰਾਂ ਨੇ, ਕਿ ਅਸੀਂ ਪਿੰਡਾਂ ਵਿੱਚ ਜਾ ਰਹੇ ਹਾਂ, ਸਾਡਾ ਟਾਰਗੇਟ ਹੈਗਾ ਆਤਮ ਪ੍ਰਕਾਸ਼ ਦਾ, ਕਿ ਅਸੀਂ ਨਾ ਪਰਿਵਾਰਾਂ ਨੂੰ ਏਦਾਂ ਚੱਕੀਏ ਕਿ ਸੈਲਫ ਰਿਲਾਇੰਸ ਹੋਵੇ, ਆਤਮ ਨਿਰਭਰ ਜਿਹੜਾ ਫੋਕਸ ਹੈ ਸਾਡਾ ਵੀ, ਹੈ ਨਾ। ਆਪਾਂ ਕਿੰਨੀ ਕੁ ਦੇਰ ਸਪੂਨ ਫੀਡਿੰਗ ਕਰਦੇ ਰਵਾਂਗੇ? ਬਿਲਕੁਲ ਕਿ ਆਟਾ ਦਾਲ ਸਕੀਮ ਤੇ ਲਾ ਲਿਆ ਜਾਂ ਉਹਨੂੰ ਇੱਕ ਵਾਰੀ ਪੈਸਾ ਦੇ ਦਿੱਤਾ, ਉਹ ਤਾਂ ਮੁੱਕ ਜਾਣਾ ਹੈ। ਸਵਾਲ ਤਾਂ ਇਹ ਹੈ ਵੀ ਉਹਨੂੰ ਆਪਣੇ ਆਪ ਆਤਮ ਨਿਰਭਰ ਕਰਨਾ, ਉਹਦੇ ਅੰਦਰ ਆਪਣੇ ਪਰਿਵਾਰ ਦਾ ਗੁਜ਼ਾਰਨ ਕਰਨ ਦੇ ਲਈ ਕਮਾਉਣ ਦੀ ਜਿਹੜੀ ਹੈ ਉਤਸ਼ਾਹ, ਤਾਕਤ ਪੈਦਾ ਕਰਨਾ, ਉਹ ਬੜੀ ਸਮੱਸਿਆ ਹੈਗੀ ਹੈ। ਕਿਉਂਕਿ ਜਿਨ੍ਹਾਂ ਵਿਦਿਅਕ ਅਦਾਰਿਆਂ ਨੇ ਇਹ ਕੰਮ ਕਰਨਾ ਸੀਗਾ, ਉਹ ਵਿਦਿਅਕ ਅਦਾਰਿਆਂ ਦੇ ਵਿੱਚ ਅਧਿਆਪਕ ਨਹੀਂ ਹੈਗੇ, ਜਾਂ ਅਧਿਆਪਕਾਂ ਕੋਲੇ ਹੋਰ ਕਈ ਕੰਮ ਨੇ। ਜਿਹੜੇ ਪ੍ਰਾਈਵੇਟ ਵਿਦਿਅਕ ਅਦਾਰੇ ਨੇ ਉਹ ਦੁਕਾਨਾਂ ਬਣਦੀਆਂ ਜਾ ਰਹੀਆਂ ਨੇ। ਸੋ ਆਤਮ ਪ੍ਰਕਾਸ਼ ਦਾ ਰੋਲ ਇੱਥੇ ਇਹ ਹੈਗਾ ਕਿ ਸਿਸਟਮ 'ਚ ਇੱਕ ਪੋਜ਼ਿਟਿਵਿਟੀ ਲੈ ਕੇ ਆਉਣੀ, ਇੱਕ ਡਾਇਰੈਕਸ਼ਨ ਦੇਣੀ ਕਿ ਵਿਦਿਅਕ ਅਦਾਰੇ ਤੇ ਵਿਦਿਅਕ ਅਦਾਰਿਆਂ ਦੇ ਪ੍ਰਬੰਧਕ ਸਮਾਜ ਨੂੰ ਅਸੀਂ, ਮੈਂ ਜਦੋਂ ਗੱਲ ਕਰਦਾ ਵਿਦਿਅਕ ਅਦਾਰਿਆਂ ਵਿੱਚ ਜਾ ਕੇ, ਮੈਂ ਪ੍ਰਿੰਸੀਪਲਸ ਨੂੰ, ਮੈਨੇਜਮੈਂਟਸ ਨੂੰ ਕਈ ਵਾਰੀ ਇਹ ਸਵਾਲ ਪੁੱਛਦਾ ਵੀ ਤੁਹਾਡੀ ਸੰਸਥਾ ਨੂੰ ਬਣਿਆ ਕਿੰਨੇ ਸਾਲ ਹੋ ਗਏ? ਕੋਈ ਛਾਤੀ ਚੌੜੀ ਕਰਕੇ ਕਹਿੰਦਾ 30 ਸਾਲ ਹੋ ਗਏ, ਕੋਈ ਕਹਿੰਦਾ 50 ਸਾਲ ਹੋ ਗਏ, ਕੋਈ ਕਹਿੰਦਾ 80 ਸਾਲ ਹੋ ਗਏ। ਮੈਂ ਉਹਨਾਂ ਨੂੰ ਕਿਹਾ ਕਰਦਾ, ਭਲੇ ਪੁਰਸ਼ੋ, ਜੇ ਤੁਹਾਨੂੰ ਸਕੂਲ ਚਲਾਉਂਦਿਆਂ ਨੂੰ 30 ਸਾਲ ਹੋ ਗਏ, 30 ਵਿਦਿਆਰਥੀ ਦਿਖਾ ਦਵੋ, 30 ਸਚਾਰ ਮਨੁੱਖ ਦਿਖਾ ਦਵੋ ਜਿਹੜੇ ਅੱਜ ਕਿਸਾਨ ਜੇ ਵਿਪਤਾ ਦੇ ਵਿੱਚ ਹੈ, ਸਮਾਜ ਵਿਪਤਾ ਦੇ ਵਿੱਚ ਹੈ, ਉਹ ਕਿਤੇ ਖੜੇ ਦਿਸਦੇ ਹੋਣ ਵੀ ਆਹ 30 ਹੱਥ ਖੜੇ ਨੇ ਜਿਹੜੇ ਸਮਾਜ ਦੇ ਨਾਲ ਖੜੇ ਨੇ। ਇਮਤਿਹਾਨ ਹੁੰਦਾ ਹੈ, 90% ਤੋਂ ਵੱਧ ਬੱਚੇ ਨਿਕਲਦੇ ਨੇ ਡਾਰਾਂ ਦੇ ਵਿੱਚ, 90%, 92%, 95%, 99%, ਪਰ ਉਹ ਜਾਂਦੇ ਕਿੱਥੇ ਨੇ? ਉਹ ਕਿੱਥੇ ਜਾਂਦੇ ਨੇ? ਡਾਕਟਰ ਕੋਲੇ ਦਵਾਈ ਲੈਣ ਜਾਓ, ਡਾਕਟਰ 900 ਰੁਪਇਆ ਪਰਚੀ ਦਾ ਲੈ ਲੈਂਦਾ, 15 ਮਿੰਟ ਉਹ ਗੱਲ ਕਰਦਾ, ਤੇ ਵਿਚਾਰਾ ਗਰੀਬ ਆਦਮੀ, ਮਤਲਬ ਕਿ ਡੰਮੀਆਂ ਡਿਮਿਸ਼ਨਾਂ ਦਾ ਇੰਨਾ ਜ਼ੋਰ ਹੈ। ਤੁਸੀਂ ਮਤਲਬ ਕਿ ਬਚਪਨ ਤੋਂ ਹੀ ਬੱਚੇ ਨੂੰ ਭ੍ਰਿਸ਼ਟਾਚਾਰ ਸਿਖਾ ਰਹੇ ਹੋ, ਬਚਪਨ ਤੋਂ ਹੀ ਭ੍ਰਿਸ਼ਟਾਚਾਰ ਸਿਖਾ ਰਹੇ ਹੋ। ਸੋ ਆਤਮ ਪ੍ਰਕਾਸ਼ ਦਾ ਰੋਲ ਇੱਥੇ ਇਹ ਹੈਗਾ ਕਿ ਇਹਨਾਂ ਵਿਦਿਅਕ ਅਦਾਰਿਆਂ ਦੇ ਪ੍ਰਬੰਧਕਾਂ ਦੇ ਕੋਲੇ, ਇਹਨਾਂ ਵਿਦਿਅਕ ਅਦਾਰਿਆਂ ਦੇ ਅਧਿਆਪਕਾਂ ਦੇ ਕੋਲੇ ਪੂਰਾ ਜਿਹੜਾ ਐਕੈਡਮੀਆ ਨਾ, ਉਹਦੇ ਅੰਦਰ ਉਹਨਾਂ ਦੀਆਂ ਜ਼ਿੰਮੇਵਾਰੀਆਂ ਦਾ ਅਹਿਸਾਸ ਕਰਵਾਉਣਾ ਕਿ ਭਲੇ ਪੁਰਸ਼ੋ, ਸਮਾਜ ਨੂੰ ਕੁਝ ਪੈਦਾ ਕਰਕੇ ਦਿਓ। ਤੁਸੀਂ ਸੰਸਥਾਵਾਂ ਬਣਾਈਆਂ ਨੇ ਪੈਸੇ ਕਮਾਉਣ ਲਈ, ਪੈਸੇ ਕਮਾ ਲਵੋ, ਪਰ ਸਮਾਜ ਨੂੰ ਵੀ ਤਾਂ ਕੁਝ ਰਿਟਰਨ ਕਰ ਦਵੋ ਨਾ। ਤੁਸੀਂ ਨਿਰੀਆਂ ਮਸ਼ੀਨਾਂ ਪੈਦਾ ਕਰ ਰਹੇ ਹੋ ਪੈਸੇ ਕਮਾਉਣ ਦੀਆਂ, ਲੋਕਾਂ ਦੇ ਪੁਰਜੇ ਕੱਢ ਰਹੇ ਨੇ, ਇੰਜਨ ਡਿੱਗ ਰਹੇ ਨੇ, ਮਸ਼ੀਨਾਂ, ਮਤਲਬ ਕਿ ਉਹਦੇ ਵਿੱਚ ਵੀ ਹਰ ਥਾਂ ਤੇ ਕਰਪਸ਼ਨ ਹੈ, ਹਰ ਥਾਂ ਤੇ ਕਰਪਸ਼ਨ ਹੈ। ਸੋ ਇਹ ਸਾਡਾ ਇਹਦੇ ਵਿੱਚ ਰੋਲ ਵਿਦਿਅਕ ਅਦਾਰਿਆਂ ਦੇ ਵਿੱਚ ਇਹੀ ਮਹੱਤਵਪੂਰਨ ਅਸੀਂ ਜੋ ਸਮਝਦੇ ਹਾਂ, ਜਿੰਨੀ ਕੁ ਸਾਡੀ ਸਮਰੱਥਾ ਯਥਾ ਸ਼ਕਤ। ਵੈਸੇ ਤਾਂ ਇਹ ਗਵਰਨੈਂਸ ਦਾ ਕੰਮ ਹੁੰਦਾ ਹੈ, ਗਵਰਨਮੈਂਟ ਦਾ ਕੰਮ ਹੁੰਦਾ ਹੈ ਚੀਜ਼ਾਂ ਨੂੰ ਪੈਦਾ ਕਰਨਾ, ਬਟ ਉਹ ਸਾਰੇ ਦੀ ਅਣਹੋਂਦ ਵਿੱਚ ਅਸੀਂ ਜਿਹੜਾ ਹੈਗਾ ਇੱਕ ਦੀਵਾ ਜਗਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਵਿਦਿਅਕ ਅਦਾਰਿਆਂ ਦੇ ਵਿੱਚ। ਇਹਦੇ ਲਈ ਇਹ ਸਿਲੇਬਸ ਪੈਦਾ ਕੀਤਾ ਹੈ, ਉਹ ਸਿਲੇਬਸ ਦਾ ਵੀ ਮੁੱਖ ਮਨੋਰਥ ਇਹੀ ਹੈ ਕਿ ਅਸੀਂ ਬੱਚਿਆਂ 'ਚ ਪੋਜ਼ਿਟਿਵਿਟੀ ਪੈਦਾ ਕਰੀਏ, ਉਹਨਾਂ ਨੂੰ ਆਪਣੇ ਵਿਰਸੇ ਪ੍ਰਤੀ, ਉਹਨਾਂ ਦੇ ਅੰਦਰ ਜਿਹੜੀ ਹੈ ਉਹ ਚੰਗਿਆੜੀ। ਦੇਖੋ, ਜਿਵੇਂ ਹੁਣ ਡਾਕਟਰ ਸਾਹਿਬ ਨੇ ਗੱਲ ਕੀਤੀ ਹੈ ਕਿ ਕਿਸਾਨ ਨੂੰ ਜਗਾਉਣ ਦੀ ਲੋੜ ਹੈ, ਵੀ ਉਹ ਸੁਸਾਈਡ ਕਰ ਰਿਹਾ। ਇੱਕ ਤਾਂ ਉਹ ਵਕਤ ਸੀਗਾ ਪੱਤਾ ਸਾਡਾ ਕਿ ਜਿੱਥੇ ਵੀ ਸੀ ਸਾਡਾ ਸਿਰ ਦਿੱਦਾ ਸੀ ਉਹਨੂੰ ਵੱਢ ਕੇ ਸੁੱਟਣ ਦਾ ਹੁਕਮ ਸੀਗਾ ਜੀ, 18ਵੀਂ ਸਦੀ ਦਾ ਇਤਿਹਾਸ। ਉਸ ਵਕਤ ਅਸੀਂ ਰਾਜ ਕੀਤਾ, ਉਸ ਵਕਤ ਅਸੀਂ ਦੁਨੀਆ ਵਿੱਚ ਇੱਕ ਇਹੋ ਜਿਹਾ ਖਿੱਤਾ ਬਣਾ ਕੇ ਦਿਖਾਇਆ ਜਿਹਦੀ ਕਰੰਸੀ ਦੀ ਤਾਕਤ ਯੂਰਪ ਨਾਲੋਂ ਮਜ਼ਬੂਤ ਸੀਗੀ, ਜਿੱਥੇ ਐਜੂਕੇਸ਼ਨ ਸਿਸਟਮ ਸਟਰੋਂਗ ਸੀਗਾ, ਜਿੱਥੇ ਡਿਫੈਂਸ ਸਰਵਿਸਿਜ਼ ਸਟਰੋਂਗ ਸੀਗੀਆਂ, ਜਿੱਥੇ ਹੈਲਥ ਸਰਵਿਸਿਜ਼ ਅਵੇਲੇਬਲ ਸੀਗੀਆਂ ਹਰ ਨਾਗਰਿਕ ਲਈ। ਤੇ ਅੱਜ ਅਸੀਂ ਕਿੱਧਰ ਨੂੰ ਜਾ ਰਹੇ ਹਾਂ? ਸੋ ਇਹ ਸਾਰਾ ਕੁਝ ਆਪਣੇ ਵਿਰਸੇ ਦੇ ਪ੍ਰਤੀ ਉਹਨਾਂ ਦਾ ਗਿਆਨ, ਉਹਨਾਂ ਦਾ ਮਜ਼ਬੂਤ ਕਰਨਾ, ਉਹਨਾਂ ਦਾ ਉਤਸ਼ਾਹ ਪੈਦਾ ਕਰਨਾ ਕਿ ਅਸੀਂ ਆਪਣੇ ਸਮਾਜ ਨੂੰ ਉੱਦਾਂ ਦਾ ਬਣਾਉਣਾ ਜਿੱਦਾਂ ਦਾ ਇਹ 1801 ਤੋਂ 1849 ਤੱਕ ਰਿਹਾ, ਜਿਹਦੀ ਅੱਜ ਤੱਕ ਦੁਨੀਆ 'ਚ ਧਾਕ ਪੈਂਦੀ ਆ, ਜਿੱਥੇ ਸਾਰੇ ਲੋਕ ਮੁਸਲਮਾਨ, ਸਿੱਖ, ਈਸਾਈ, ਬੋਧੀ, ਜੈਨੀ ਨਾਲ ਮਿਲ ਕੇ ਰਹਿੰਦੇ ਸੀਗੇ। ਔਰ ਤੁਸੀਂ ਹੁਣੇ ਸਵਾਲ ਕੀਤਾ ਸੀਗਾ ਡਾਕਟਰ ਸਾਹਿਬ ਨੂੰ ਕਿ ਸਾਡੇ ਬੱਚੇ ਬਾਹਰ ਜਾ ਰਹੇ ਨੇ, ਹਨਾ, ਤੇ ਭਾਰਤ ਨੂੰ ਛੱਡ ਕੇ, ਕਿਸਾਨ ਪੰਜਾਬ ਨੂੰ ਛੱਡ ਕੇ, ਤੇ ਉਹ ਵੀ ਤਾਂ ਵਕਤ ਸੀ ਨਾ ਜੀ
ਜਿਸ ਵਕਤ ਬਾਹਰਲੇ ਲੋਕ ਇੱਥੇ ਆਇਆ ਕਰਦੇ ਸੀ, ਇੰਗਲੈਂਡ, ਬਿਲਕੁਲ, ਸਕਾਟਲੈਂਡ, ਨਿਊਜ਼ੀਲੈਂਡ, ਜਾਪਾਨ, ਜਰਮਨੀ, ਅਮਰੀਕਾ, ਇਹ ਲੋਕ ਇੱਥੇ ਆ ਕੇ ਤਰਸਦੇ ਸੀ ਕਿ ਸਾਨੂੰ ਨੌਕਰੀ ਮਿਲ ਜਾਵੇ। ਤੇ ਇਹ ਸਾਨੂੰ ਇਤਿਹਾਸ ਪੜ੍ਹਾਇਆ ਹੀ ਨਹੀਂ ਗਿਆ, ਇਹ ਸਾਨੂੰ ਦੱਸਿਆ ਹੀ ਨਹੀਂ ਗਿਆ ਵੀ ਅਸੀਂ ਕਦੀ ਉਹ ਭੂਗੋਲਿਕ ਖਿੱਤਾ ਵੀ ਰਹੇ ਹਾਂ ਜਦੋਂ ਸਾਡੇ ਕੋਲੇ ਲੋਕੀ ਨੌਕਰੀ ਕਰਨ ਲਈ ਆਉਂਦੇ ਸੀ। ਦੱਸਦੇ ਸੀ ਕਿ ਇੱਥੇ ਹੁਣ ਅਰਜੀ ਭੇਜੀ ਆ ਕਿ ਉੱਥੋਂ ਕੋਈ ਬੁਲਾਵਾ ਆ ਜਾਵੇ। ਉਦੋਂ ਈਮੇਲਸ ਤਾਂ ਹੁੰਦੀਆਂ ਨਹੀਂ ਸੀਗੀਆਂ, ਬੁਲਾਵਾ ਹੀ ਲਿਖ ਕੇ ਆਉਂਦਾ ਸੀ ਕਿ ਤੁਹਾਨੂੰ ਉੱਥੇ ਇੰਟਰਵਿਊ ਤੁਹਾਡੀ ਰੱਖੀ ਗਈ ਹੈ ਲਾਹੌਰ ਦਰਬਾਰ ਦੇ ਵਿੱਚ, ਤੇ ਲੋਕੀ ਭੱਜ ਕੇ ਆਉਂਦੇ ਸੀ। ਸੋ ਇਹ ਕਲਚਰ ਬੱਚਿਆਂ ਨੂੰ ਪੜ੍ਹਾਉਣਾ ਔਰ ਸਪਿਰਿਟ ਪੈਦਾ ਕਰਨੀ, ਪੰਜਾਬ ਨੂੰ ਛੱਡ ਕੇ ਬਾਹਰ ਨਾ ਜਾਣ ਦੇ ਲਈ ਔਰ ਭਾਰਤ ਦੇ ਵਿੱਚ ਰਹਿ ਕੇ ਬੱਚਿਆਂ ਨੂੰ ਭਾਰਤ ਦੇ ਵਿਕਾਸ ਲਈ ਜਗਾਉਣਾ, ਇਹ ਵੱਡਾ ਕੰਮ ਹੈ ਜਿਹੜਾ ਅਸੀਂ ਵਿਦਿਅਕ ਅਦਾਰਿਆਂ ਵਿੱਚ ਕਰਨ ਦਾ ਯਤਨ ਕਰਦੇ। ਠੀਕ ਹੈ, ਥੈਂਕ ਯੂ ਸਰ। ਇਹ ਹੁਣ ਮੇਰੇ ਖਿਆਲ ਜਸਵੰਤ ਸਿੰਘ ਜੀ ਦਾ ਮਾਈਕ ਠੀਕ ਹੋ ਗਿਆ। ਹਾਂਜੀ, ਦੇਰ ਆਈ ਦਰੁਸਤ ਆਈ। ਮੈਂ ਇਹਦੇ ਵਿੱਚ ਐਡ ਕਰਨੀ ਚਾਹੁੰਦਾ, ਹਾਂਜੀ ਡਾਕਟਰ ਵਰਿੰਦਰਪਾਲ ਸਿੰਘ ਹੋਣਾ ਨੇ ਕਹੀ ਆ। ਹਾਂਜੀ ਡਾਕਟਰ ਜੌਲ, SS ਜੌਲ, ਹਾਂਜੀ ਚਾਂਸਲਰ ਨੇ ਇਸ ਵੇਲੇ ਸੈਂਟਰਲ ਯੂਨੀਵਰਸਿਟੀ ਬਠਿੰਡਾ ਦੇ, ਉਹ ਕਹਿੰਦੇ ਹੁੰਦੇ ਆ, ਉਹ ਸਰਪ੍ਰਸਤ ਨੇ ਇੱਕ ਕਾਲਜ ਦੇ, ਉਹ ਕਹਿੰਦੇ ਹੁੰਦੇ ਆ ਕਿ ਸਾਡੇ ਕਾਲਜ ਦੇ ਵਿੱਚੋਂ ਪੜ੍ਹਿਆ ਹੋਇਆ ਬੱਚਾ ਨਕਲ ਨਹੀਂ ਮਾਰੇਗਾ, ਇਹ ਗਰੰਟੀ ਆ। ਵਾਓ। ਮੈਂ ਇਹ ਕਹਿੰਦਾ ਕਿ ਸਾਡੇ ਆਤਮ ਪ੍ਰਕਾਸ਼ ਦੇ ਨਾਲ 300 ਤੋਂ ਵੱਧ ਸਕੂਲ ਜੁੜੇ ਆ। ਹਾਂਜੀ, ਜਿਹੜੇ ਬੱਚੇ ਇਹ ਸਕੂਲਾਂ ਤੋਂ ਪੜ੍ਹ ਕੇ ਜਾਣਗੇ, ਅਸੀਂ ਛਾਤੀ ਤੇ ਹੱਥ ਠੋਕ ਕੇ ਕਹਿੰਦੇ ਆ ਕਿ ਇਹ ਬੱਚਾ ਕੋਈ ਵੀ ਨਸ਼ੇ ਵੱਲ ਝਾਕੇਗਾ ਨਹੀਂ, ਆਪਣੇ ਪਰਿਵਾਰ ਦੇ ਕਿਸੇ ਮੈਂਬਰ ਨੂੰ ਵੀ ਨਹੀਂ ਨਸ਼ਾ ਪੀਣ ਦੇਵੇਗਾ। ਔਰ ਇਹ ਅਸੀਂ ਗਰੰਟੀ ਕਰਦੇ ਹਾਂ। ਇਸ ਵੇਲੇ ਗੱਲ ਹੋ ਰਹੀ ਹੈ ਕਿ ਨਸ਼ਿਆਂ ਦੇ ਕੰਟਰੋਲ ਕਰਨਾ। ਹਾਂਜੀ, ਬਹੁਤ ਥੈਂਕ ਯੂ ਜੀ। ਜਸਵੰਤ ਸਿੰਘ ਜੀ, ਤੁਹਾਡੇ ਨਾਲ ਬੜਾ ਅੱਛਾ ਲੱਗ ਰਿਹਾ ਕਿ ਤੁਹਾਡਾ ਹੁਣ ਮਾਈਕ ਚੱਲ ਦੇ ਰਿਹਾ ਹੈ। ਐਕਚੁਅਲੀ ਮੈਂ ਨਾ ਬਟ ਕੰਪਿਊਟਰ ਇਹ ਸਿਸਟਮ ਦੇ ਵਿੱਚ ਟੈਕਨੀਕਲੀ ਵੀਕ ਆ, ਫਿਰ ਮੈਂ ਆਪਦਾ ਅਸਿਸਟੈਂਟ ਬੁਲਾਇਆ ਤੇ ਉਹ ਠੀਕ ਕਰ ਗਿਆ। ਆਪਾਂ ਸਾਰੀ ਨਵਾਂ ਅਸੀਂ ਵੀ ਸਿੱਖ ਹੀ ਰਹੇ ਹਾਂ। ਸੋ ਮੇਰਾ ਸਵਾਲ ਇਹ ਸੀਗਾ ਕਿ ਜਿਹੜੀ ਆਪਾਂ ਕੱਲ ਵੀ ਗੱਲ ਕਰ ਰਹੇ ਸੀ ਅਬਾਊਟ ਐਜੂਕੇਸ਼ਨ, ਜਿਹੜੀ ਤੁਸੀਂ ਆਪਣੇ ਸੰਸਥਾ ਦੇ ਥਰੂ ਦੇ ਰਹੇ ਹੋ ਸਪੈਸ਼ਲੀ ਟੂ ਦ ਫਾਰਮਿੰਗ ਕਮਿਊਨਿਟੀ, ਉਹਦੇ ਬਾਰੇ ਸਾਨੂੰ ਕੁਝ ਦੱਸੋ ਕਿ ਇਸ ਵੇਲੇ ਕਿੰਨੇ ਸਟੂਡੈਂਟਸ ਤੁਹਾਡੇ ਨਾਲ ਜੁੜੇ ਨੇ ਤੇ ਕਿਸ ਤਰ੍ਹਾਂ ਤੁਸੀਂ ਉਹਨਾਂ ਦੀ ਸਪੋਰਟ ਕਰ ਰਹੇ ਹੋ, ਸਪੈਸ਼ਲੀ ਰਿਲੇਟਡ ਟੂ ਜਿਹੜੀਆਂ ਆਪਣੀਆਂ ਫਾਰਮਿੰਗ ਫੈਮਿਲੀਜ਼ ਜਿਹੜੀਆਂ ਆਪਾਂ ਆਈਡੈਂਟੀਫਾਈ ਕੀਤੀਆਂ ਨੇ, ਜਿਨ੍ਹਾਂ ਦੀ ਆਪਾਂ ਹੈਲਪ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ, ਰੀਹੈਬਿਲਿਟੇਟ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਦੇਖੋ, ਜਿਹੜੇ ਜਿੱਥੋਂ ਤੱਕ ਤਾਂ ਹੈਗਾ, ਜਿਹੜੇ ਕਿਸਾਨ ਇਸ ਤੋਂ ਪਹਿਲਾਂ ਜਿਹੜਾ ਹੁਣ ਲੱਗਿਆ ਆਪਣੇ ਕਾਨੂੰਨਾਂ ਦੇ ਬਾਰੇ, ਜਿਹੜੇ ਨਵੇਂ ਕਾਨੂੰਨਾਂ ਦੇ ਬਾਰੇ ਜਿਹੜਾ ਇਹ ਕਿਸਾਨ ਸੰਘਰਸ਼ ਸ਼ੁਰੂ ਹੋਇਆ, ਹਾਂਜੀ, ਉਸ ਤੋਂ ਪਹਿਲਾਂ ਜਿਹੜਾ ਕਿਸਾਨਾਂ ਦੇ ਵਿੱਚ ਜਿਹੜਾ ਮਤਲਬ ਭੱਖ ਦਾ ਜਿਹੜਾ ਇਸ਼ੂ ਸੀ ਉਹ ਹੈਗਾ ਸੀ ਖੁਦਕਸ਼ੀਆਂ ਦਾ। ਜੀ ਹਾਂ, ਅੱਜ ਤੋਂ ਮਤਲਬ ਇਹ 4-5 ਸਾਲ ਪਹਿਲਾਂ ਜਿਵੇਂ ਡਾਕਟਰ ਨਛੱਤਰ ਸਿੰਘ ਜੀ ਨੇ ਦੱਸਿਆ ਕਿ ਇਹ ਐਵਰੇਜ ਰੇਟ ਸੀ, ਡੇਲੀ 3 ਤੋਂ 4 ਖੁਦਕਸ਼ੀਆਂ ਹੋ ਰਹੀਆਂ ਸੀ ਕਿਸਾਨਾਂ ਦੇ ਪਰਿਵਾਰਾਂ ਦੇ ਵਿੱਚ। ਹਾਂਜੀ, ਤੇ ਉਹਨਾਂ ਲਈ ਅਸੀਂ ਅੱਜ ਤੋਂ 4 ਸਾਲ ਪਹਿਲਾਂ ਮਤਲਬ ਇਹ ਅਨਾਉਂਸ ਕੀਤਾ ਵੀ ਜੋ ਵੀ ਹੈਗਾ ਉਹ ਸਿਰਫ ਅਸੀਂ ਸੰਗਰੂਰ ਤੇ ਬਰਨਾਲਾ ਡਿਸਟ੍ਰਿਕਟ ਲਈ ਫਿਲਹਾਲ ਲਿਮਟਿਡ ਰੱਖਿਆ ਸੀ, ਪਰ ਜੇ ਕੋਈ ਬਹੁਤ ਹੀ ਡਿਜ਼ਰਵਿੰਗ ਕੋਈ ਫੈਮਿਲੀ ਦਾ ਬੱਚਾ ਆਉਂਦਾ ਹੈ ਤੇ ਉਹਨੂੰ ਅਸੀਂ ਬਾਹਰਲੇ ਡਿਸਟ੍ਰਿਕਟ ਦੇ ਵਿੱਚ ਵੀ ਐਡਮਿਟ ਕਰ ਲੈਂਦੇ ਹਾਂ। ਹਾਂਜੀ, ਕਿ ਉਹਨਾਂ ਲਈ ਸਾਰੀ ਫ੍ਰੀ ਐਜੂਕੇਸ਼ਨ 4 ਸਾਲਾਂ ਤੋਂ ਅਸੀਂ ਸ਼ੁਰੂ ਕੀਤੀ। ਉਹਨਾਂ ਲਈ ਅਸੀਂ 2 ਡਾਕੂਮੈਂਟ ਮਤਲਬ ਕਿ ਉਹਨਾਂ ਤੋਂ ਲੈਂਦੇ ਹਾਂ ਕਿ ਇੱਕ ਤਾਂ ਉਹਦੀ ਜਿਹੜੀ ਲੋਨ ਵਾਲੀ ਕਾਪੀ ਹੈ, ਪਾਸਬੁੱਕ, ਜਿੱਥੋਂ ਇਹ ਸ਼ੋ ਹੋਵੇ ਕਿ ਇਹ ਵਾਕਈ ਇਹਦੇ ਤੇ ਕਰਜ਼ਾ ਸੀ। ਜੀ ਜੀ। ਦੂਸਰਾ ਵੀ ਵਾਕਈ ਇਹਦੀ ਡੈਥ ਹੈ ਜਿਹੜੀ ਉਹ ਖੁਦਕਸ਼ੀ ਕਾਰਨ ਹੋਈ ਹੈ। ਜੀ, ਕਿਉਂਕਿ ਬਹੁਤ ਕੇਸ ਨਾ ਤੁਹਾਨੂੰ ਪਤਾ ਵੀ ਜਦੋਂ ਕੋਈ ਵੀ ਸਕੀਮ ਸ਼ੁਰੂ ਕਰੋ ਤਾਂ ਉਹਦੇ ਵਿੱਚ ਉਹ ਡੁਪਲੀਕੇਸੀ ਬਹੁਤ ਆਉਣ ਦੀ ਮਤਲਬ ਕਿ ਕੋਸ਼ਿਸ਼ ਕਰਦੀ ਹੈ ਵੀ ਬਹੁਤੇ ਮਤਲਬ ਕਿ ਵੈਸੀ ਐਪਲੀਕੇਸ਼ਨ ਲਿਖ ਕੇ ਦੇ ਦਿੰਦੇ ਨੇ, ਸਰਪੰਚ ਤੋਂ ਮੋਹਰ ਲਵਾ ਲਿਆਉਂਦੇ ਨੇ ਕਿ ਹਾਂ ਇਹਨਾਂ ਦੇ ਸਿਰ ਤੇ ਕਰਜ਼ਾ ਸੀ, ਇਹਨਾਂ ਦੇ ਸਿਰ ਤੇ ਇਹ ਖੁਦਕਸ਼ੀ ਕਰ ਗਏ, ਇਸ ਲਈ ਫਿਰ ਉਹਨਾਂ ਤੋਂ ਜਦੋਂ ਕਰਜ਼ੇ ਵਾਲੇ ਡਾਕੂਮੈਂਟ ਮੰਗੀਦੇ ਨੇ ਵੀ ਤੁਸੀਂ ਕੋਈ ਡਾਕੂਮੈਂਟ ਨਾਲ ਕੋਈ ਸ਼ੋਅ ਕਰੋ ਵੀ ਹਾਂ ਵਾਕਈ ਇਹਨਾਂ ਦੇ ਸਿਰ ਤੇ ਜਦੋਂ ਖੁਦਕਸ਼ੀ ਕੀਤੀ ਹੈ ਉਸ ਮੌਕੇ ਇੰਨਾ ਕਰਜ਼ਾ ਸੀ, ਉਹ ਪੇਸ਼ ਨਹੀਂ ਕਰ ਸਕਦੇ। ਜੀ, ਤੇ ਇਸ ਲਈ ਅਸੀਂ ਉਹਨਾਂ ਨੂੰ ਜਿਹਨਾਂ ਦੇ ਡਾਕੂਮੈਂਟ ਸਹੀ ਹੁੰਦੇ ਨੇ ਉਹਨਾਂ ਦੇ ਅਸੀਂ ਟੋਟਲੀ ਮਤਲਬ ਕਿ 100% ਫ੍ਰੀ ਉਹਨਾਂ ਨੂੰ ਐਜੂਕੇਸ਼ਨ ਦੇ ਰਹੇ ਹਾਂ। ਉਹਨਾਂ ਦੇ ਹੋਸਟਲ ਦੇ ਵਿੱਚ ਵੀ ਰਿਹਾਇਸ਼ ਫ੍ਰੀ ਹੈ ਤੇ ਉਹਨਾਂ ਦਾ ਖਾਣਾ ਵੀ ਫ੍ਰੀ ਹੈ, ਸਾਰਾ ਕੁਛ। ਤੇ ਹੁਣ ਜਦੋਂ ਤੋਂ ਇਹ ਕਿਸਾਨ ਸੰਘਰਸ਼ ਹੋਇਆ ਸ਼ੁਰੂ ਹੋਇਆ,
ਉਦੋਂ ਤੋਂ ਅਸੀਂ ਮਤਲਬ ਕਿ ਇਹ 31 ਜਨਵਰੀ ਨੂੰ ਜਦੋਂ ਮੈਂ ਸਭ ਤੋਂ ਪਹਿਲਾਂ ਮੈਂ ਦੱਸਿਆ ਕਿ ਜਿਹੜਾ ਮਸਤੋਣਾ ਸਾਹਿਬ ਸਥਾਨ ਹੈ, ਸੰਤ ਅਤਰ ਸਿੰਘ ਜੀ ਇਹਦੇ ਸੰਸਥਾਪਕ ਨੇ। ਸੰਤ ਅਤਰ ਸਿੰਘ ਜੀ ਮਤਲਬ ਮੇਰੇ ਖਿਆਲ 'ਚ ਦੁਨੀਆ ਜਾਣਦੀ ਹੈ ਉਹਨਾਂ ਨੂੰ, ਜਿਨ੍ਹਾਂ ਦਾ ਮਤਲਬ ਕਿ ਜਿਨ੍ਹਾਂ ਨੂੰ ਧਰਮ ਪ੍ਰਚਾਰ ਦੇ ਨਾਲ ਨਾਲ ਐਜੂਕੇਸ਼ਨ ਦੇ ਵਿੱਚ ਕੰਟਰੀਬਿਊਸ਼ਨ ਲਈ ਉਹਨਾਂ ਨੂੰ ਸ੍ਰੀ ਅਕਾਲ ਤਖਤ ਸਾਹਿਬ ਤੋਂ ਸੰਤਾਂ ਦੀ ਉਪਾਧੀ ਮਿਲੀ ਹੋਈ ਸੀ, ਸੰਤ ਅਤਰ ਸਿੰਘ ਜੀ ਨੂੰ। ਤੇ ਬਨਾਰਸ ਹਿੰਦੂ ਯੂਨੀਵਰਸਿਟੀ ਦਾ ਜਿਹੜਾ ਨੀਂਹ ਪੱਥਰ ਹੈ ਉਹ ਵੀ ਸੰਤ ਅਤਰ ਸਿੰਘ ਜੀ ਨੇ ਹੀ ਰੱਖਿਆ ਸੀ, ਮਦਨ ਮੋਹਨ ਮਾਲਵੀਆ ਨੇ ਰਖਾਇਆ ਸੀ। ਇਸ ਲਈ ਇਸ ਸਥਾਨ ਤੇ ਮਤਲਬ ਜਦੋਂ ਅਸੀਂ 31 ਜਨਵਰੀ ਨੂੰ ਉਹਨਾਂ ਦੀ ਬਰਸੀ ਹੁੰਦੀ ਹੈ ਸੰਤਾਂ ਦੀ ਹਰ ਸਾਲ, ਤੇ ਉਦੋਂ ਅਸੀਂ ਡਾਕਟਰ ਵਰਿੰਦਰਪਾਲ ਜੀ ਨੂੰ ਕੁਛ 10 ਕੁ ਦਿਨ ਪਹਿਲਾਂ ਹੀ ਮਤਲਬ ਇਹ ਸਾਡੇ ਕੋਲ ਨਿਊਜ਼ ਆਈ ਸੀ ਵੀ ਇਹਨਾਂ ਨੇ ਆਪਦਾ ਜਿਹੜਾ ਅਵਾਰਡ ਸੀ ਉਹ ਵਾਪਸ ਕਰਤਾ ਸੀ ਗਵਰਨਮੈਂਟ ਆਫ ਇੰਡੀਆ ਨੂੰ ਕਿਸਾਨਾਂ ਦੇ ਸੰਘਰਸ਼ ਦੀ ਸਪੋਰਟ 'ਚ। ਤੇ ਉਦੋਂ ਅਸੀਂ ਇਹਨਾਂ ਦੀ ਹਾਜ਼ਰੀ 'ਚ ਇਹ ਅਨਾਉਂਸ ਕੀਤਾ ਸੀ ਕਿ ਅਸੀਂ ਜਿੰਨੇ ਵੀ ਫਾਰਮਰਜ਼ ਮਤਲਬ ਇਹਦੇ ਵਿੱਚ ਸ਼ਹੀਦ ਮਤਲਬ ਹੋ ਰਹੇ ਨੇ ਕਿਸਾਨ ਮੋਰਚੇ 'ਚ, ਖਾਸ ਤੌਰ ਤੇ ਜਦੋਂ ਦਾ ਦਿੱਲੀ ਮੋਰਚਾ ਲੱਗਿਆ, ਵੀ ਉਹਨਾਂ ਦੀਆਂ ਫੈਮਲੀਜ਼ ਨੂੰ ਸਾਰੀਆਂ ਨੂੰ ਅਸੀਂ ਉਹਨਾਂ ਦੇ ਬੱਚਿਆਂ ਨੂੰ, ਜੋ ਵੀ ਬੱਚੇ ਮਤਲਬ ਜੋ ਐਜੂਕੇਸ਼ਨ ਸਾਡੇ ਕੋਲੇ ਹੈ, ਮਤਲਬ ਸਾਡੇ ਕੋਲੇ 40 ਤੋਂ 45 ਕੋਰਸਿਸ ਚੱਲ ਰਹੇ ਨੇ ਇੱਥੇ 10 ਵੱਖ-ਵੱਖ ਇੰਸਟੀਟਿਊਸ਼ਨ ਦੇ ਵਿੱਚ, ਵੀ ਸਾਰਿਆਂ ਦੇ ਵਿੱਚ ਅਸੀਂ ਜਿੰਨਾ ਚਿਰ ਉਹ ਇੱਥੇ ਪੜ੍ਹੂਗਾ ਤਾਂ ਉਹ ਫ੍ਰੀ ਪੜ੍ਹੂਗਾ, ਤੇ ਉਹਦੀ ਜਿਹੜਾ ਰਹਿائش ਮਤਲਬ ਕੋਈ ਹੋਸਟਲ ਦਾ ਖਰਚਾ, ਰਹਿائش ਹੈ ਜਾਂ ਖਾਣ, ਉਹ ਵੀ ਸਾਰਾ ਕੁਝ ਫ੍ਰੀ ਹੋਊਗਾ। ਤੇ ਉਹਦੇ ਵਿੱਚ ਸਾਡੇ ਕੋਲੇ ਮਤਲਬ ਕਿ 20 ਬੱਚੇ ਆ ਚੁੱਕੇ ਨੇ, ਤੇ ਕੁਛ ਨੂੰ ਅਸੀਂ ਟੱਚ ਕਰ ਰਹੇ ਹਾਂ। ਮਤਲਬ ਜਿਵੇਂ ਸ਼ੁਰੂ ਦੇ ਵਿੱਚ ਡਾਕਟਰ ਵਰਿੰਦਰਪਾਲ ਜੀ ਸਾਡੇ ਨਾਲ ਆਏ, ਅਸੀਂ ਇਹਨਾਂ ਦੇ ਨਾਲ ਮਤਲਬ ਸਾਰੇ ਅਸੀਂ 23 ਦੇ ਕਰੀਬ, ਜਿਵੇਂ ਇਹਨਾਂ ਨੇ ਬੜਾ ਇੱਕ ਸੋਹਣਾ ਇਨੀਸ਼ੀਏਟਿਵ ਲੈਤਾ ਕਿ ਉਹਦੇ ਵਿੱਚ ਇਹਨਾਂ ਨੇ ਸਾਡੇ ਕੋਲ ਇਹ ਐਡ ਕਰਵਾਇਆ, ਇਹ ਕਹਿੰਦੇ ਵੀ ਇਹਨਾਂ ਫੈਮਿਲੀਜ਼ ਨੂੰ ਆਪਾਂ ਇੱਕ ਕੋਆਰਡੀਨੇਟਰ ਵੀ ਦਈਏ ਜਿਹੜੇ ਲਗਾਤਾਰ ਉਸ ਫੈਮਿਲੀ ਨਾਲ ਇਨ ਟੱਚ ਰਹਿਣ। ਜਿਵੇਂ ਡਾਕਟਰ ਨਛੱਤਰ ਸਿੰਘ ਜੀ ਦੱਸ ਰਹੇ ਕਿ ਉਹਨਾਂ ਨੂੰ 20 ਫੈਮਿਲੀ ਅਲਾਟ ਹੋ ਗਈਆਂ, ਪਰ ਸੰਗਰੂਰ ਡਿਸਟ੍ਰਿਕਟ ਦੇ ਨੂੰ ਅਸੀਂ ਇਹਨਾਂ ਦੇ ਕਹਿਣ ਤੇ ਮਤਲਬ ਕਿ ਇੱਕ ਜਿਹੜਾ ਆਪਦਾ ਟੀਚਰ ਜਾਂ ਪ੍ਰੋਫੈਸਰ ਮਤਲਬ ਕਿ ਉਹ ਅਲਾਟ ਕਰਤਾ ਜਿਹੜਾ ਲਗਾਤਾਰ ਉਸ ਫੈਮਿਲੀ ਦੇ ਨਾਲ ਟੱਚ 'ਚ ਰਹਿ ਰਿਹਾ। ਤੇ 10-12 ਪਰਿਵਾਰਾਂ ਦੇ ਵਿੱਚ ਮੈਂ ਡਾਕਟਰ ਵਰਿੰਦਰਪਾਲ ਜੀ ਨਾਲ ਖੁਦ ਗਿਆ, ਜਿੱਥੇ ਅਸੀਂ ਮਤਲਬ ਇਹੋ ਜਿਹੇ ਹਾਲਾਤ ਦੇਖੇ ਜਿਹੜੇ ਪਹਿਲਾਂ ਡਾਕਟਰ ਨਛੱਤਰ ਸਿੰਘ ਜੀ ਨੇ ਦੱਸਿਆ, ਸੇਮ ਹਾਲਾਤ ਸਾਰੇ ਪੰਜਾਬ ਦੇ ਵਿੱਚ ਹੀ ਉਹ ਸੇਮ ਹਾਲਾਤ ਨੇ, ਵੀ ਕਿਤੇ ਵੀ ਕੋਈ 10ਵੀਂ ਤੋਂ ਪਾਸ ਉੱਪਰ ਬੱਚਾ ਨਹੀਂ ਹੈਗਾ। ਇੱਕ ਘਰ ਸਾਨੂੰ ਇਹੋ ਜਿਹਾ ਮਿਲਿਆ ਜੋ ਸਭ ਤੋਂ ਪਹਿਲੇ ਘਰ ਜਿਸ ਅਸੀਂ ਗਏ, ਡਾਕਟਰ ਸਾਹਿਬ ਨੂੰ ਯਾਦ ਹੋਊਗਾ, ਬਲਦ ਕਲਾਂ 'ਚ, ਕਿ ਜੇ ਉਹ ਮਜ਼ਦੂਰ ਪਰਿਵਾਰ ਸੀ, ਉਹਨਾਂ ਦੇ 7 ਮੈਂਬਰ ਸੀ ਤੇ ਇੱਕ ਕੱਚੇ ਕੋਠੇ 'ਚ ਰਹਿ ਰਹੇ ਸੀ। ਉਹ ਇੱਕੋ ਕਮਰਾ ਸੀ ਉਹਨਾਂ ਕੋਲ, ਉਹ ਵੀ ਕੱਚਾ। ਤੇ ਉਹਨਾਂ ਨੂੰ ਹੁਣ ਜਿਵੇਂ ਮਤਲਬ ਕਿ ਸੰਗਰੂਰ ਡਿਸਟ੍ਰਿਕਟ ਦੀ ਜ਼ਿੰਮੇਵਾਰੀ ਅਸੀਂ ਚੱਕੀ ਹੈ ਇਹਨਾਂ ਦੇ ਨਾਲ ਰਲ ਕੇ, ਬਾਕੀਆਂ ਦੇ ਨਾਲ ਇਹ ਕਰ ਰਹੇ ਨੇ, ਉਹਦਾ ਘਰ ਬਣਵਾ ਕੇ ਦੇ ਰਹੇ ਆ। ਤੇ ਐਜੂਕੇਸ਼ਨ ਅਸੀਂ ਸਾਰਿਆਂ ਨੂੰ ਮਤਲਬ ਕਿ ਇਹ ਫ੍ਰੀ ਅਨਾਉਂਸ ਕੀਤੀ ਹੈ, ਵੀ ਉਹ ਪੰਜਾਬ ਚੋਂ ਕਿਸੇ ਵੀ ਡਿਸਟ੍ਰਿਕਟ ਦਾ ਹੋਵੇ, ਬੇਸ਼ੱਕ ਅਦਰ ਸਟੇਟ ਦਾ ਹੋਵੇ। ਠੀਕ, ਉਹਦੇ ਨਾਲ ਮਤਲਬ ਕੁਛ ਮਤਲਬ ਕਿ ਹੁਣ ਸਾਡੇ ਨੋਟ ਕਰਕੇ ਲਿਆਏ ਨੇ, ਜਿਵੇਂ ਇਹਨਾਂ ਨੇ ਪਰਫਾਰਮੈਂਸ ਦਿੱਤੇ ਸੀ ਆਤਮ ਪ੍ਰਕਾਸ਼ ਵੱਲੋਂ, ਉਹ ਸਾਰੀ ਉਹ 'ਚ ਡਿਟੇਲ ਜਾਣਕਾਰੀ ਹੁੰਦੀ ਹੈ ਵੀ ਉਹ ਬੱਚਾ ਕਿੰਨੇ ਸਾਲ ਦਾ ਹੈ, ਹੁਣ ਕਿੱਥੇ ਹੈ, ਉਹ ਕਿਹੜੀ ਕਲਾਸ 'ਚ ਪੜ੍ਹ ਸਕਦਾ ਹੈ। ਤੇ ਉਹਨਾਂ ਨੂੰ ਹੁਣ ਅਸੀਂ ਇੱਥੇ ਐਡਮਿਟ ਕਰਨਾ ਸ਼ੁਰੂ ਕੀਤਾ ਹੋਇਆ ਆਪਦੇ, ਮਤਲਬ ਕਿ ਜਿਵੇਂ ਸਾਡੇ ਕੋਲ CBSE ਅਕੈਡਮੀ ਹੈ, ਹਾਂਜੀ, ਜਾਂ ਕੋਈ ਪੰਜਾਬ ਬੋਰਡ ਦਾ ਹੈਗਾ ਤਾਂ ਅਸੀਂ ਹੁਣ ਸਕੂਲ ਦੇ, ਸਾਡੇ ਕੋਲ ਪੰਜਾਬ ਬੋਰਡ ਦਾ ਸਕੂਲ ਵੀ ਹੈਗਾ, ਕੋਈ +2 ਦਾ ਲੈਵਲ ਦਾ, ਕੋਈ ਕਾਲਜ ਲੈਵਲ ਦਾ ਹੈਗਾ, ਫਿਜ਼ੀਕਲ ਐਜੂਕੇਸ਼ਨ 'ਚ ਜਾਣਾ ਚਾਹੁੰਦਾ, ਉਹਨਾਂ ਨੂੰ ਅਸੀਂ ਹੁਣ ਮੋਟੀਵੇਟ ਕਰਕੇ ਇਹ ਕਰੇ ਵੀ ਤੁਸੀਂ ਇੱਥੇ ਹੀ ਪੜ੍ਹੋ। ਤੇ ਜੇ ਕੋਈ ਹੋਰ ਦੂਰ ਦਾ ਵੀ ਹੈਗਾ, ਉਹ ਅਸੀਂ ਕੋਸ਼ਿਸ਼ ਕਰਦੇ ਹਾਂ ਵੀ ਉਸੇ ਨੇੜੇ ਦੇ ਸਕੂਲ ਨਾਲ ਟਾਈ ਅਪ ਕਰਕੇ ਵੀ ਇਹਨੂੰ ਹੁਣ ਸਿੰਪਥੀ ਬੇਸਿਸ ਤੇ ਉੱਥੇ ਐਡਮਿਸ਼ਨ ਦਿਵਾਉਣ ਦੀ ਕੋਸ਼ਿਸ਼ ਕਰਦੇ ਹਾਂ। ਮਤਲਬ ਇੱਥੇ ਤਾਂ ਇਹ ਸਾਰੀ ਐਜੂਕੇਸ਼ਨ ਫ੍ਰੀ ਹੈ, ਮਤਲਬ ਉਹਨਾਂ ਲਈ, ਕਿਸਾਨਾਂ ਲਈ, ਜੀ, ਤੇ ਉਹਨਾਂ ਦੀ ਰਿਹਾਇਸ਼ ਵੀ ਫ੍ਰੀ ਹੈ ਬਿਲਕੁਲ। ਤੇ ਜਿਹੜੀ ਇਸ ਤੋਂ ਇਲਾਵਾ ਜਿਹੜੀ ਵੈਸੇ ਉਹਨਾਂ ਦੀ ਸਪੋਰਟ ਹੈ, ਉਹ ਅਸੀਂ ਮਤਲਬ ਕਿ ਜੇ ਕਿਸੇ ਦਾ ਕੋਈ ਘਰ ਬਣਨ ਵਾਲਾ, ਉਹ ਅਸੀਂ ਘਰ ਬਣਾ ਕੇ ਦੇਣ ਦੀ ਮਤਲਬ ਕੋਸ਼ਿਸ਼ ਕਰ ਰਹੇ ਹਾਂ। ਜੇ ਵੈਸੇ ਉਹਨਾਂ ਨੂੰ ਕੋਈ ਲੋੜ, ਕਈ ਪਰਿਵਾਰਾਂ ਦੀ ਇਹ ਵੀ ਸੀ ਜਿਨ੍ਹਾਂ ਕਹਿੰਦੇ ਸਾਨੂੰ ਕੋਈ ਫਾਈਨੈਂਸ਼ੀਅਲ ਹੈਲਪ ਦੀ ਲੋੜ ਨਹੀਂ ਹੈਗੀ, ਸਾਡੇ ਬੱਚਿਆਂ ਨੂੰ ਸਿਰਫ ਮਤਲਬ ਕਿ ਮੈਂਟਰ ਚਾਹੀਦੇ ਨੇ, ਉਹ ਅਸੀਂ ਇਹਨਾਂ ਨੂੰ ਡਾਕਟਰ ਵਰਿੰਦਰਪਾਲ ਜੀ ਉਹਨਾਂ ਦੀ ਸੰਸਥਾ ਨੂੰ ਅਸੀਂ ਰਿਕੁਐਸਟ ਮਤਲਬ ਕਰਦੇ ਹੁੰਦੇ ਹਾਂ ਵੀ ਇਹ ਫਿਰ ਮੈਂਟਰ ਉਹਨਾਂ ਨੂੰ ਪ੍ਰੋਵਾਈਡ ਕਰਦੇ ਨੇ। ਤੇ ਸਾਡਾ ਮਤਲਬ ਕਿ ਬੜਾ ਮਤਲਬ ਇਹਨਾਂ ਨਾਲ ਅਸੀਂ ਮਤਲਬ ਜਿਹੜੀ ਡਾਇਰੈਕਸ਼ਨ ਆ ਉਹ ਇਹਨਾਂ ਤੋਂ ਲੈ ਕੇ ਹੀ ਚੱਲਦੇ ਆ। ਮਤਲਬ ਹਾਂਜੀ,
ਕਲੈਕਟਿਵ ਜਿਹਾ ਐਫਰਟ ਲੱਗ ਰਿਹਾ ਹੈ ਐਂਡ ਜਿਸ ਤਰ੍ਹਾਂ ਸਾਨੂੰ ਇਹ ਪਤਾ ਲੱਗ ਰਿਹਾ ਹੈ ਕਿ ਦਿਸ ਇਜ਼ ਨਾਟ ਜਸਟ ਬੁਕਿਸ਼ ਨੌਲੇਜ, ਆਪਾਂ ਇੱਕ ਹੋਲਿਸਟਿਕ ਇੱਕ ਬੱਚੇ ਦੀ ਗਰੋਥ ਕਰ ਰਹੇ ਹਾਂ ਸਟਾਰਟਿੰਗ ਫਰੋਮ childhood that will make better citizens. And I think at this point in time ਆਪਣੀ society ਇੰਨੀ degenerate ਔਰ ਇੰਨੀ malaise ਉਹਦੇ ਵਿੱਚ ਆ ਗਈ ਹੈ that ਇਸ ਤਰ੍ਹਾਂ ਦਾ ਜਿਹੜਾ ਇੱਕ endeavor ਹੈ ਬਹੁਤ ਬਹੁਤ ਜ਼ਰੂਰੀ ਹੈ। ਬਟ ਵੀ ਹੈਵ ਟੂ ਆਲਸੋ ਰਿਮੈਂਬਰ ਕਿ ਜਿਹੜੇ ਕਰੰਟਲੀ ਸਿਚੁਏਸ਼ਨ ਹੈਗੀ ਆਪਣੇ ਫਾਰਮਰਸ ਦੀ, ਜਿਹੜੇ ਹੁਣ ਸ਼ਹੀਦੀ ਪ੍ਰਾਪਤ ਕੀਤੀ ਹੈ ਜਿਨ੍ਹਾਂ ਦੀ ਤੁਸੀਂ ਸਪੋਰਟ ਕਰ ਰਹੇ ਹੋ ਥਰੂ ਯੋਰ ਸਕੂਲਸ ਐਂਡ ਕਾਲਜਸ। ਤੇ ਕਿਰਨ, ਓਵਰ ਟੂ ਯੂ ਫॉर द नेक्स्ट क्वेश्चन। वी वांट टू टॉक अबाउट हाउ people like us can support them, they especially jehde NRIs ne, because there is a lot of conversation going on about how we can raise funds, how we can support them. We are sitting in the US, Canada, UK, especially for our fellow listeners who are sitting outside of the country. किरण प्लीज जरा ਇਹਦੇ ਬਾਰੇ ਸਾਨੂੰ ਜਾਣਕਾਰੀ ਲੈ ਕੇ ਦਿਓ। ਮੈਂ ਬੇਨਤੀ ਕਰਨੀ ਚਾਹੁੰਦਾ ਵੀ ਇਹ ਆਪਾਂ ਕਿਵੇਂ ਸਪੋਰਟ ਕਰਨ ਤੋਂ ਪਹਿਲਾਂ ਥੋੜਾ ਜਿਹਾ ਅਜੇ ਮੈਨੂੰ ਲੱਗਦਾ ਉਹ ਗੱਲ ਹੋਣੀ ਰਹਿੰਦੀ ਹੈ ਵੀ ਇਹ ਪ੍ਰੋਜੈਕਟ ਓਵਰ ਹੈ ਕੀ ਹੈ, ਇਹਦੇ ਚ ਆਪਾਂ ਕਰਨਾ ਕੀ ਚਾਹੁੰਦੇ। ਜੇ ਤੁਸੀਂ ਆਗਿਆ ਦਵੋ ਤਾਂ ਮੈਂ ਥੋੜਾ ਜਿਹਾ ਉਹ ਜ਼ਰੂਰ ਬਰੀਫ ਕਰਨਾ ਚਾਹੁੰਦਾ ਜੀ ਵੀ ਇਸ ਤੋਂ ਪਹਿਲਾਂ ਕਿ ਆਪਾਂ ਸਪੋਰਟ ਦੀ ਗੱਲ ਕਰੀਏ ਇਹ ਐਕਚੁਅਲੀ ਹੈ ਕੀ ਹੈ ਸਾਰਾ ਕੰਮ। ਸੋ ਆਮ ਤੌਰ ਤੇ ਜਦੋਂ ਇਦਾਂ ਦੇ ਭਾਣੇ ਵਰਤਦੇ ਆ ਨਾ, ਸਾਡਾ ਜਿਹੜਾ ਮੇਨ ਇਮੀਡੀਏਟ ਥਰਸਟ ਹੁੰਦਾ ਹੈ, ਸਾਡਾ ਮੋਡਸ ਆਪਰੈਂਡੀ ਹੁੰਦਾ, ਅਸੀਂ ਕੀ ਕਰਦੇ ਆ, ਅਸੀਂ ਪਰਿਵਾਰਾਂ ਨੂੰ ਜਾ ਕੇ ਕੁਝ ਪੈਸੇ ਦਿੰਦੇ ਆ ਜੀ, ਤੇ ਦੈਨ ਵੀ ਫੀਲ ਦੈਟ ਆਵਰ ਜੌਬ ਇਜ਼ ਓਵਰ ਡਨ। ਹਾਂਜੀ, ਕਿ ਜਿਹੜੀ ਇਹ ਕਨਸੈਪਟ ਹੈ ਜਿਹਦੇ ਤੇ ਅਸੀਂ ਸਾਰੀ ਟੀਮ ਸਾਰਿਆਂ ਨੂੰ ਨਾਲ ਲੈ ਕੇ ਚੱਲਣ ਦਾ ਯਤਨ ਕਰ ਰਹੇ ਹਾਂ, ਉਹ ਸਭ ਤੋਂ ਪਹਿਲਾਂ ਕੀ ਇੰਪੋਰਟੈਂਟ ਕੀ ਹੈ। ਹੁਣ ਕਿਸਾਨ ਜਿਵੇਂ ਦੱਸਿਆ ਅਬਾਊਟ ਨੀਅਰ ਅਬਾਊਟ 500 ਜਿਹੜੇ ਨੇ ਸ਼ਹੀਦ ਹੋ ਚੁੱਕੇ ਨੇ। ਹੁਣ ਪਹਿਲੀ ਤਾਂ ਗੱਲ ਹੈ ਸਾਡੇ ਕੋਲ ਕਿਤੇ ਉਹ ਡਾਟਾ ਹੀ ਅਥੈਂਟਿਕ ਨਹੀਂ ਹੈਗਾ ਵੀ ਉਹ ਕਿਹੜੇ ਨੇ, ਵਾਕਿਆ ਹੀ ਉਹ ਲੋੜਵੰਦ ਹੈ ਨੇ ਕਿ ਨਹੀਂ। ਸੋ ਸਭ ਤੋਂ ਪਹਿਲਾਂ ਦਾ ਫੰਡਾਮੈਂਟਲ ਕੁਐਸਚਨ ਇਹ ਖੜਾ ਹੁੰਦਾ ਵੀ ਵੇਅਰ ਇਜ਼ ਦਾ ਅੰਬਰੇਲਾ, ਜਿੱਥੇ ਜਾ ਕੇ ਅਸੀਂ ਦੇਖ ਸਕੀਏ ਕਿਹੜੀਆਂ ਫੈਮਲੀਜ਼ ਤੇ ਵਾਕਿਆ ਹੀ ਲੋੜਵੰਦ ਨੇ ਜਾਂ ਕੀ ਲੋੜ ਕੀ ਉਹਨਾਂ ਦੀ। ਸੋ ਅਸੀਂ ਜਿਹੜਾ ਇਹ ਕਾਰਜਕ੍ਰਮ ਕੀਤਾ, ਸਭ ਤੋਂ ਪਹਿਲਾਂ ਤਾਂ ਜੋ ਸਾਨੂੰ ਨੈਟ ਤੋਂ, ਅਖਬਾਰਾਂ ਚੋਂ, ਸੋਸ਼ਲ ਮੀਡੀਆ ਤੋਂ ਜਾਣਕਾਰੀ ਮਿਲੀ, ਅਸੀਂ ਉਹਦੀ ਛਾਣਨੀ ਲਾ ਕੇ ਲੱਭਣ ਦੀ ਕੋਸ਼ਿਸ਼ ਕੀਤੀ ਰਿਐਲਿਟੀ ਕੀ ਹੈ। ਸੋ ਉਹ ਅਸੀਂ ਚੀਜ਼ ਕੋਸ਼ਿਸ਼ ਕਰ ਰਹੇ ਹਾਂ ਵੀ ਜਿਹੜੇ ਸਹਿਯੋਗ, ਜਿਵੇਂ ਤੁਸੀਂ ਪੁੱਛਣ ਲੱਗੇ ਸੀ ਕੀ ਸਹਿਯੋਗ ਕਰੀਏ, ਸਹਿਯੋਗ ਕਰਨਾ ਕਿਹਨਾਂ ਨੂੰ ਆ, ਉਹ ਕਿੱਥੋਂ ਲੱਗਾ ਪਤਾ। ਹੁਣ ਅਸੀਂ ਵੈਬਸਾਈਟ ਤੇ ਉਹ ਚੀਜ਼ ਸਾਰੀ ਉਪਲਬਧ ਕਰਵਾ ਰਹੇ ਹਾਂ। ਟੀਮਾਂ 25 ਟੀਮਾਂ ਫੀਲਡ 'ਚ ਕੰਮ ਕਰ ਰਹੀਆਂ ਨੇ, ਉਹ ਕਿਸਾਨਾਂ ਦੇ ਘਰ ਜਾ ਕੇ ਉਹਦਾ ਜਾਇਜ਼ਾ ਲੈਂਦੀਆਂ ਨੇ, 5 ਮੈਂਬਰ ਜਾ ਕੇ ਉਸ ਚੀਜ਼ ਨੂੰ ਬੜੀ ਬਰੀਕੀ ਦੇ ਵਿੱਚ ਸਮਝਣ ਦੀ ਕੋਸ਼ਿਸ਼ ਕਰਦੇ ਨੇ ਵੀ ਇਹ ਪਰਿਵਾਰ ਦੀਆਂ ਲੋੜਾਂ ਕੀ ਨੇ। ਉਸ ਤੋਂ ਬਾਅਦ ਜਿਹੜੀ ਸਪੋਰਟ ਕਰਨੀ ਹੁੰਦੀ ਹੈ, ਉਹ ਸਪੋਰਟ ਕੀ ਕਰਨੀ ਹੁੰਦੀ ਹੈ। ਸੋ ਆਹ ਵੈਬਸਾਈਟ ਤੁਸੀਂ ਦੇਖ ਸਕਦੇ ਹੋ, ਸਾਰੀਆਂ ਫੈਮਲੀਜ਼ ਨੂੰ ਅਸੀਂ ਵਿਜ਼ਿਟ ਕਰਦੇ ਹਾਂ। ਸੋ ਉਸ ਜਿਹੜੀ ਅਸੀਂ ਸਪੋਰਟ ਕਰਨੀ ਆ, ਉਸ ਦੇ ਵਿੱਚ ਸਭ ਤੋਂ ਪਹਿਲੀ ਸਪੋਰਟ ਤਾਂ ਇਹ ਪੈਂਦੀ ਹੈ ਲੋੜ ਕਿ ਉਹਨਾਂ ਨੂੰ ਮੋਰਲ, ਸਭ ਤੋਂ ਪਹਿਲਾਂ ਮੋਰਲ ਸਪੋਰਟ ਦੀ ਲੋੜ ਹੁੰਦੀ ਹੈ। ਸਾਰੀਆਂ ਫੈਮਲੀਜ਼ ਨੂੰ ਪੈਸਾ ਨਹੀਂ ਚਾਹੀਦਾ। ਅਸੀਂ ਉਹ ਵਿਜ਼ਿਟ ਕਰਕੇ ਦੇਖਿਆ, ਪੈਸੇ ਦੀ ਘਾਟ ਨਹੀਂ ਕਰੇ, 25 ਕਿੱਲੇ 40 ਕਿੱਲੇ ਜ਼ਮੀਨ ਹੈ, ਪਰ ਉਹ ਨੌਜਵਾਨ ਬੱਚਾ ਘਰ ਵਿੱਚੋਂ ਚਲਾ ਗਿਆ, ਉਹਦੀ ਮਾਂ ਮੰਜੇ ਤੋਂ ਨਹੀਂ ਉੱਠ ਰਹੀ, 20 ਦਿਨ ਹੋ ਗਏ ਹੈ ਜੀ, ਉੱਥੇ ਪੈਸਾ ਕੀ ਕਰੇਗਾ। ਉੱਥੇ ਤਾਂ ਉਸ ਪਰਿਵਾਰ ਨੂੰ ਪਹਿਲਾਂ ਖੜਾ ਕਰਨ ਦੀ ਲੋੜ ਹੈ। ਸੋ ਉਹਦੇ 'ਚ ਪਹਿਲਾ ਕੰਮ ਅਸੀਂ ਮੋਰਲ ਸਪੋਰਟ ਦਾ ਕਰਦੇ ਹਾਂ। ਉਸ ਤੋਂ ਬਾਅਦ ਜਿਨ੍ਹਾਂ ਨੂੰ ਐਜੂਕੇਸ਼ਨ ਦੀ ਲੋੜ ਹੈ, ਬੱਚਿਆਂ ਨੂੰ ਉਹਦੀ ਐਜੂਕੇਸ਼ਨ ਇਨਸ਼ੋਰ ਕਰਾ ਰਹੇ ਹਾਂ ਚੰਗੀਆਂ ਸੰਸਥਾਵਾਂ ਦੇ ਵਿੱਚ। ਫਿਰ ਹੈਗੀ ਹੈ ਮੈਡੀਕਲ ਸਪੋਰਟ, ਕਈ ਬਜ਼ੁਰਗਾਂ ਨੂੰ ਲੋੜ ਹੈਗੀ ਹੈ ਮੈਡੀਕਲ ਸਪੋਰਟ ਦੀ, ਤੇ ਨੌਜਵਾਨ ਬੱਚਾ ਘਰੋਂ ਚਲਾ ਗਿਆ, ਉਹਨੂੰ ਫਿਰ ਉੱਥੇ ਲੋੜ ਮੁਤਾਬਕ ਮੈਡੀਕਲ ਸਪੋਰਟ। ਤੇ ਬਹੁਤ ਸਾਰੇ ਪਰਿਵਾਰ ਇਹੋ ਜਿਹੇ ਨੇ ਜਿੱਥੇ ਕਾਰੋਬਾਰ ਵਾਲਾ ਕੋਈ ਨਹੀਂ ਰਹਿ ਗਿਆ। ਉੱਥੇ ਸਮੱਸਿਆ ਇਹ ਆਉਂਦੀ ਹੈ ਕਿ ਅਸੀਂ ਉਹਨਾਂ ਨੂੰ ਐਸਟੈਬਲਿਸ਼ਮੈਂਟ ਦੇਣੀ ਹੈ ਕਿ ਉਹ ਆਪਣਾ ਆਪ ਕਮਾ ਸਕਣ। ਉੱਥੇ ਉਹਨਾਂ ਪਰਿਵਾਰਾਂ ਨੂੰ ਕਿਸੇ ਨੂੰ ਮੱਝਾਂ ਲੈ ਕੇ ਦੇ ਰਹੇ ਆ, ਕਿਸੇ ਨੂੰ ਆਟੋ ਲੈ ਕੇ ਦੇਣ ਦੀ ਕੋਸ਼ਿਸ਼ ਕਰ ਰਹੇ ਆ, ਕਿਸੇ ਨੂੰ ਕੋਈ ਹੋਰ ਜਿਹੜਾ ਕੰਮ ਕਰ ਸਕਦਾ ਉਹਦੇ ਲਈ ਉਤਸ਼ਾਹਿਤ ਕਰ ਰਹੇ ਆ। ਤੇ ਜਿਹੜੇ ਬੱਚੇ ਸਕੂਲ ਦੇ ਵਿੱਚ ਨੇ, +2 ਦੇ ਵਿੱਚ, ਮੈਟ੍ਰਿਕ ਦੇ ਵਿੱਚ, ਉਹਨਾਂ ਨੂੰ ਅੱਗੇ ਕਰੀਅਰ ਕਾਉਂਸਲਿੰਗ ਦੀ ਲੋੜ ਹੈ। ਉਹਨਾਂ ਨੂੰ ਕਿਹੜੇ ਆਪਾਂ ਨੇ ਵਿਸ਼ੇ ਵਿੱਚ ਜਾਣਾ ਹੈਗਾ, ਅੱਗੇ ਉਹ ਬੱਚਿਆਂ ਦੀ ਕੀ ਕਾਬਲੀਅਤ ਹੈ, ਕਿੱਥੇ ਪੜ੍ਹ ਸਕਦੇ ਨੇ, ਉਹ ਇੰਪੋਰਟੈਂਟ ਹੈ। ਇਹ ਸਾਰਿਆਂ ਤੋਂ ਇੰਪੋਰਟੈਂਟ ਇਹ ਹੈਗਾ ਕਿ ਉਹਨਾਂ ਦਾ ਕਰੈਕਟਰ ਬਿਲਡ ਅਪ ਕਰਨਾ, ਉਹਨਾਂ 'ਚ ਟਰੂਥਫੁਲਨੈਸ ਪੈਦਾ ਕਰਨੀ, ਉਹਨਾਂ ਨੂੰ ਆਪ ਕੰਮ ਕਰਨ ਦੀ ਜਿਗਿਆਸਾ ਪ੍ਰਬਲ ਕਰਨੀ। ਸੋ ਇਹ ਇੱਕ ਇਹੋ ਜਿਹਾ ਪ੍ਰੋਜੈਕਟ ਹੈ ਜਿਹਨੂੰ ਅਸੀਂ ਆਉਣ ਵਾਲੇ 15-20 ਸਾਲ ਲਈ ਲੈ ਕੇ ਚੱਲੇ ਹਾਂ। ਔਰ ਇਸ ਕੰਮ ਨੂੰ ਤੁਸੀਂ ਦੇਖੋਗੇ ਸਾਡੀ ਵੈਬਸਾਈਟ ਤੇ, ਤੁਸੀਂ ਹਰ ਚੀਜ਼ ਟਰਾਂਸਪੇਰੈਂਟ ਹੈ। ਹੋਮ ਪੇਜ ਤੇ ਆਓ ਸਿਮਰ, ਉੱਥੇ ਆ ਕੇ ਤੁਸੀਂ ਦੇਖ ਸਕਦੇ ਹੋ ਕਿ ਸਾਨੂੰ ਦੇਖੋ, ਅਸੀਂ ਇਸ ਵੇਲੇ ਤੱਕ 151 ਫੈਮਲੀਜ਼ ਅਸੈਸ ਕੀਤੀਆਂ ਨੇ। ਸਾਨੂੰ ਇਹਨਾਂ ਫੈਮਲੀਜ਼ ਨੂੰ ਸੈਲਫ ਰਿਲਾਇੰਸ ਤੱਕ ਲੈ ਕੇ ਜਾਣ ਲਈ 54 ਲੱਖ ਰੁਪਈਆ ਵਨ ਟਾਈਮ ਲੰਪ ਸਮ ਚਾਹੀਦਾ ਹੈ।
ਇਹਨਾਂ ਨੂੰ ਸੈਲਫ ਰਿਲਾਇੰਸ ਲਈ ਸਾਨੂੰ ਕੁਝ ਮੰਥਲੀ ਸਪੋਰਟ ਦੀ ਵੀ ਕੁਝ ਪਰਿਵਾਰਾਂ ਨੂੰ ਲੋੜ ਹੈ। ਉਹਦੇ ਵਿੱਚ 3.25 ਲੱਖ ਰੁਪਈਆ ਸਾਨੂੰ ਉਹਦੇ ਲਈ ਚਾਹੀਦਾ। ਸਾਡੇ ਕੋਲੇ ਕੀ ਅਰੇਂਜ ਹੋ ਚੁੱਕਿਆ ਅਸੀਂ ਲਿਖ ਦਿੱਤਾ ਹੈ। ਡੋਨਰ ਨੇ ਸਾਨੂੰ 39,20,000 ਰੁਪਏ ਹੁਣ ਤੱਕ ਸਪੋਰਟ ਕਰ ਦਿੱਤੀ ਹੈ। ਜਿਹੜਾ ਅਸੀਂ ਲਿਖਿਆ ਨਾ 54 ਲੱਖ, ਹੁਣ ਇਹ 54 ਲੱਖ ਬਿਲਕੁਲ ਟਰਾਂਸਪੇਰੈਂਟ ਹੈ। ਤੁਸੀਂ ਸਪੋਰਟਡ ਫੈਮਿਲੀ ਜਾਓਗੇ, ਉੱਥੇ ਕੱਲੀ ਕੱਲੀ ਫੈਮਿਲੀ 'ਚ ਲਿਖਿਆ ਮਿਲੇਗਾ ਵੀ ਇਹ ਫੈਮਿਲੀ ਨੂੰ ਕਿੰਨਾ ਚਾਹੀਦਾ। ਮੈਂ ਤੁਹਾਨੂੰ ਫਾਰ ਐਗਜ਼ਾਮਪਲ ਕੁਝ ਕੇਸ ਸਟੱਡੀਜ਼ ਡਿਸਕਸ ਕਰਦਾ। ਬਬਲੀ ਸਿੰਘ ਦੇਖੋ ਜੀ, ਬਬਲੀ ਸਿੰਘ ਇੱਕ ਫਾਰਮਰ ਹੈ ਮਾਨਸਾ ਜ਼ਿਲ੍ਹੇ ਦਾ। ਇਸ ਪਰਿਵਾਰ ਨੂੰ ਉਹਦੇ 'ਚ ਇਹਨਾਂ ਦੇ ਪਿਤਾ ਜੀ ਨੂੰ ਆਪਰੇਸ਼ਨ ਦੀ ਲੋੜ ਸੀਗੀ ਥੱਲੇ ਹਾਊਸ ਕੋਰਟ ਦੇ ਵਿੱਚ। ਉਹਨਾਂ ਨੂੰ ਜਿਹੜੀ ਲੋੜ ਸੀਗੀ 76,899 ਰੁਪਏ, ਕਹਿੰਦੇ ਸਾਡਾ ਇਹ ਆਪਰੇਸ਼ਨ ਦਾ ਖਰਚਾ ਸਾਨੂੰ ਦੇ ਦੇਵੋ, ਬਾਕੀ ਅਸੀਂ ਮੈਨੇਜ ਕਰ ਲਵਾਂਗੇ। ਅਸੀਂ ਲਿਖ ਦਿੱਤਾ ਉੱਪਰ ਵੀ ਇਸ ਪਰਿਵਾਰ ਨੂੰ no more financial support required। ਸੋ ਡੋਨਰਸ ਨੂੰ ਪਤਾ ਤਾਂ ਹੋਵੇ ਕਿਹੜੇ ਫੈਮਿਲੀ ਨੂੰ ਲੋੜ ਹੈ ਕਿ ਨਹੀਂ। ਇਸ ਤਰ੍ਹਾਂ ਤੁਸੀਂ ਹਰ ਫੈਮਿਲੀ ਨੂੰ ਦੇਖੋਗੇ ਕੀ ਲੋੜ ਸੀ ਕੀ ਨਹੀਂ ਸੀ। ਨੈਕਸਟ ਪਰਿਵਾਰ ਦੇਖੋ, ਇੱਕ ਗੁਰਪ੍ਰੀਤ ਸਿੰਘ ਨੌਜਵਾਨ ਸੀਗਾ, ਦੇਖੋ ਬਹੁਤ ਹੀ ਯੰਗ ਮੁੰਡਾ, ਪਿੰਡ ਸਫੇਰਾ ਪਟਿਆਲਾ ਤੋਂ। ਮਾਤਾ ਪਿਤਾ ਇਕੱਲੇ ਛੱਡ ਗਿਆ, ਮਗਰ ਅਸੀਂ ਇਹਨਾਂ ਦੇ ਘਰ ਗਏ ਔਰ ਜਾ ਕੇ ਦੇਖਿਆ ਵੀ ਉਹਨਾਂ ਕੋਲ ਵਿਚਾਰਿਆਂ ਦੇ ਕੋਲੇ ਇੱਕ ਕਮਰਾ ਵੀ ਨਹੀਂ ਜਿਹੜਾ ਉੱਥੇ ਬਹਿ ਕੇ ਉਹ ਆਪਣਾ ਮਤਲਬ ਕਿ ਮੀਂਹ ਕਣੀ ਦਾ ਮੌਸਮ ਹੋਵੇ ਤੇ ਰਾਤ ਕੱਟ ਸਕਣ। ਤੇ ਆ ਪਿੱਛੇ ਬਾਰਿਸ਼ਾਂ ਹੋਈਆਂ, ਸਾਰਾ ਚੋ ਗਿਆ, ਮੋਟਰ ਤੇ ਰਹਿੰਦੇ ਰਹੇ। ਸੋ ਉਹਨਾਂ ਨੂੰ ਅਸੀਂ 3 ਲੱਖ ਰੁਪਇਆ ਦੇ ਕੇ ਉਹਨਾਂ ਦੀ ਕੰਸਟਰਕਸ਼ਨ ਘਰ ਦੀ ਕਰਵਾਈ ਹੈ। ਅੱਛਾ, ਇੱਕ ਹੋਰ ਦੇਖੋਗੇ ਸਾਡੇ ਕੰਮ ਕਾਰ ਦੇ ਵਿੱਚ ਅਸੀਂ ਇਹਨਾਂ ਪਰਿਵਾਰਾਂ ਨੂੰ ਜਿਸ ਕਿਸੇ ਹੋਰ ਸੰਸਥਾ ਨੇ ਵੀ ਸਪੋਰਟ ਕੀਤਾ, ਦੇ ਆਰ ਫੁਲੀ ਐਕਨੋਲੇਜ। ਕੋਈ ਅਨੋਨਿਮਸ 2 ਲੱਖ ਰੁਪਇਆ ਦੇ ਗਿਆ, ਅਸੀਂ ਲਿਖ ਦਿੱਤਾ। ਪੰਜਾਬ ਗਵਰਨਮੈਂਟ ਨੇ 5 ਲੱਖ ਦਿੱਤਾ, ਅਸੀਂ ਲਿਖ ਦਿੱਤਾ ਇਸ ਪਰਿਵਾਰ ਨੂੰ ਪੰਜਾਬ ਗਵਰਨਮੈਂਟ ਵੱਲੋਂ ਆਇਆ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ 1 ਲੱਖ ਦਿੱਤਾ, ਅਸੀਂ ਮੈਂਸ਼ਨ ਕਰ ਦਿੱਤਾ ਤਾਂ ਕਿ ਡੋਨਰਸ ਨੂੰ ਪਤਾ ਲੱਗ ਜਾਵੇ ਕਿ ਇਸ ਪਰਿਵਾਰ ਨੂੰ ਹੁਣ ਤੱਕ ਫਲਾਣੀ ਸੰਸਥਾ ਵੱਲੋਂ ਕੀ ਮਿਲਿਆ ਤੇ ਇਸ ਪਰਿਵਾਰ ਨੂੰ ਹੁਣ ਤੱਕ 11 ਲੱਖ ਰੁਪਇਆ ਮਿਲ ਚੁੱਕਿਆ ਹੈ। ਤੇ ਪਰ ਇਹ ਫੈਮਿਲੀ ਇੰਨੀ ਵੀਕ ਹੈ ਕਿ ਹਜੇ ਵੀ ਪੈਰਾਂ ਤੇ ਨਹੀਂ ਖੜ ਸਕਦੀ ਕਿਉਂਕਿ ਇਹਦੇ ਉੱਤੇ ਕਰਜ਼ਾ ਕਾਫੀ ਹੈ। ਸੋ ਅਸੀਂ ਉੱਪਰ ਲਿਖਿਆ ਕਿ ਇਸ ਪਰਿਵਾਰ ਨੂੰ 10,000 ਰੁਪਇਆ ਮੰਥਲੀ ਸਪੋਰਟ ਵੀ ਚਾਹੀਦੀ ਹੈ ਕਿਉਂਕਿ ਮਾਤਾ ਪਿਤਾ ਵਿਚਾਰੇ ਹੁਣ ਕਮਾਉਣ ਜੋਗੇ ਨਹੀਂ ਹੈਗੇ। ਨੌਜਵਾਨ ਬੱਚਾ ਚਲਾ ਗਿਆ ਤੇ ਦੋਨੋਂ ਬਜ਼ੁਰਗ ਨੇ ਤੇ ਉਹਨਾਂ 'ਚ ਸਮਰੱਥਾ ਨਹੀਂ ਕਿ ਉਹ ਆਪਣਾ ਗੁਜ਼ਾਰਾ ਕਰ ਲੈਣਗੇ ਤੇ 10,000 ਰੁਪਇਆ ਉਹਨਾਂ ਨੂੰ ਚਾਹੀਦਾ ਕਿ ਆਪਣਾ ਉਹ ਗੁਜ਼ਾਰਾ ਕਰ ਲੈਣ। ਸੋ ਅਸੀਂ ਇਸ ਤਰ੍ਹਾਂ ਮਤਲਬ ਕਿ ਬਿਲਕੁਲ ਟਰਾਂਸਪੇਰੈਂਟ ਇਸ ਕੰਮ ਨੂੰ ਪਬਲਿਕ ਡੋਮੇਨ 'ਚ ਰੱਖ ਦਿੱਤਾ ਹੋਇਆ ਵੀ ਕਿਹੜੀ ਫੈਮਿਲੀ ਹੈ, ਸਾਡੇ ਮੁਤਾਬਕ ਉਹਦੀਆਂ ਕਿੰਨੀਆਂ ਲੋੜਾਂ ਨੇ। ਅੱਗੇ ਚੱਲਿਓ, ਇੱਕ ਨੂੰ ਸਤਪਾਲ ਸਿੰਘ ਦਿਖਾਇਓ ਤਾਂ ਮੌੜ ਖੁਰਦ ਦਾ ਬਠਿੰਡਾ ਦਾ ਫਾਰਮਰ ਹੈ ਤੇ ਇਹ ਵੀ ਵਿਚਾਰਾ ਦਿਹਾੜੀ ਕਰਦਾ ਸੀ, ਚੱਲ ਵਸਿਆ। ਤੇ ਅਸੀਂ ਇਸ ਪਰਿਵਾਰ ਨੂੰ ਮੱਝਾਂ ਦੇ ਕਮਿਟਮੈਂਟ ਕੀਤੀ। ਇੱਕ ਮੱਝ ਅਸੀਂ ਇਹਨਾਂ ਨੂੰ ਲੈ ਦਿੱਤੀ ਹੈ, ਅਸੀਂ ਲਿਖ ਦਿੱਤਾ ਹੈਗਾ 83,500 ਰੁਪਏ ਅਸੀਂ ਇਹਨੂੰ ਮੱਝ ਲੈ ਦਿੱਤੀ ਹੈ। ਇਹਨੂੰ ਪੰਜਾਬ ਗਵਰਨਮੈਂਟ ਵੱਲੋਂ 5 ਲੱਖ ਮਿਲਿਆ, ਅਸੀਂ ਉਹਨੂੰ ਇੱਕ ਮੱਝ ਹੋਰ ਲੈ ਕੇ ਦੇਣੀ ਹੈ। ਅਸੀਂ ਉੱਪਰ ਲਿਖਿਆ ਇਹਨੂੰ ਲਮਸਮ ਚਾਹੀਦਾ ਹੈ 1,76,500, ਉਹਦੇ ਚ ਅਸੀਂ ਇੱਕ ਮੱਝ ਲੈ ਕੇ ਦੇਵਾਂਗੇ। ਇੱਕ ਇਹਦਾ ਜਿਹੜਾ ਸ਼ੈੱਡ ਹੈਗਾ ਕੈਟਲ ਦੇ ਲਈ ਉਹ ਬਣਾ ਕੇ ਦੇਵਾਂਗੇ। 10,000 ਰੁਪਇਆ ਪਰ ਮੰਥ ਅਸੀਂ ਇਹਨੂੰ ਕਿਹਾ ਕਿ ਮੰਥਲੀ ਸਪੋਰਟ, ਕਿਉਂਕਿ ਬੱਚੇ ਨੇ ਘਰ ਵਿੱਚ, ਉਹਨਾਂ ਦੀਆਂ ਫੀਸਾਂ ਦੇ ਲਈ। ਕਿਉਂਕਿ ਜਿਹੜਾ ਇਹਨਾਂ ਦਾ ਨਾਲ ਸਤਪਾਲ ਸਿੰਘ ਦਾ ਬ੍ਰਦਰ ਹੈਗਾ ਉਹ ਵਿਚਾਰਾ ਦਿਹਾੜੀ ਕਰਦਾ ਹੈ, ਉਹ ਦਿਹਾੜੀ ਕਰਕੇ ਤੇ 1-2 ਮੱਝਾਂ ਪਾਲ ਕੇ ਇਹਨਾਂ ਬੱਚਿਆਂ ਨੂੰ ਨਹੀਂ ਪੜ੍ਹਾ ਸਕੇਗਾ। ਸੋ ਉਹਦੇ ਲਈ ਅਸੀਂ ਉਹਨੂੰ 10,000 ਰੁਪਏ ਮੰਥਲੀ ਸਪੋਰਟ ਵੀ ਕਿਹਾ। ਇਦਾਂ ਹੀ ਲੀਲਾ ਸਿੰਘ ਫਾਰਮਰ ਹੈ ਇੱਕ ਘੜੇਲੀ ਬਠਿੰਡਾ ਦਾ, 7 ਕਨਾਲ ਉਹਨਾਂ ਕੋਲੇ ਜ਼ਮੀਨ ਹੈ ਤੇ ਪਿੱਛੇ 2 ਬੇਟੀਆਂ ਤੇ ਇੱਕ ਬੇਟਾ ਛੱਡ ਗਿਆ, ਮਜ਼ਦੂਰੀ ਕਰਦਾ ਸੀਗਾ। 7 ਕਨਾਲ ਜ਼ਮੀਨ 'ਚ ਕੀ ਕਰ ਲੈਣਾ ਕਿਸੇ ਨੇ। ਸੋ ਹਣੀ ਇਹਦੇ ਕੋਲੇ ਵੀ ਘਰ ਬਹੁਤ ਕਮਜ਼ੋਰ ਹੈ। ਅਸੀਂ ਇਹਦੇ ਘਰ ਦੇ ਲਈ 1 ਲੱਖ ਰੁਪਈਆ ਜਿਹੜਾ ਹੈਗਾ ਕਿਹਾ ਤੇ ਉਦਾਂ ਇਹਦੀ ਫਾਈਨੈਂਸ਼ੀਅਲ ਸਪੋਰਟ ਲੱਖ ਹੋਰ, ਕੁੱਲ 2 ਲੱਖ ਇਹਨੂੰ ਚਾਹੀਦਾ ਹੈ। ਔਰ ਮੰਥਲੀ ਸਪੋਰਟ ਵੀ ਅਸੀਂ, ਕਿਉਂਕਿ 3 ਬੱਚੇ ਨੇ, 2 ਬੇਟੀਆਂ ਨੇ, ਇੱਕ ਬੇਟਾ, ਉਹਦੀ ਪੜ੍ਹਾਈ ਲਈ 10,000 ਇਹਨੂੰ ਮੰਥਲੀ ਚਾਹੀਦਾ ਹੈ। ਤੇ ਇਹਨੂੰ ਹੁਣ ਤੱਕ ਮਿਲਿਆ ਕਿ 1,10,000 ਆਤਮ ਪ੍ਰਕਾਸ਼ ਨੇ ਇਹਨੂੰ ਦੇ ਚੁੱਕਿਆ ਮੰਥਲੀ ਸਪੋਰਟ। ਅਸੀਂ ਇਹਦੀ 10,000 ਪਰ ਮੰਥ ਸ਼ੁਰੂ ਕਰ ਦਿੱਤੀ ਹੈ। ਪੰਜਾਬ ਗਵਰਨਮੈਂਟ ਵੱਲੋਂ ਵੀ ਇਹਨੂੰ 5 ਲੱਖ ਮਿਲਿਆ। ਮਤਲਬ ਕਿ ਇਸੇ ਤਰ੍ਹਾਂ ਤੁਸੀਂ ਸਾਡੀ ਸਾਈਟ ਤੇ ਦੇਖ ਸਕਦੇ ਹੋ ਮਤਲਬ ਕਿ ਇਕੱਲੇ ਪਰਿਵਾਰ ਦੀ ਹਿਸਟਰੀ ਪਈ ਆ। ਹੁਣ ਤੁਸੀਂ ਇਹ ਗੱਲ ਡੋਨਰਸ ਨੂੰ ਪੁੱਛ ਸਕਦੇ ਹੋ ਜਾਂ ਦੱਸ ਸਕਦੇ ਹੋ ਕਿ ਅਸੀਂ ਹੁਣ ਤੁਹਾਡੇ ਕੋਲੋਂ ਕੀ ਸਪੋਰਟ ਚਾਹੁੰਦੇ ਆ ਤੇ ਉਹ ਲੋਕ ਕਿੱਦਾਂ ਸਪੋਰਟ ਤੁਹਾਡੇ ਜਿਹੜੇ ਬਾਹਰ ਬੈਠੇ ਨੇ, ਅੰਦਰ ਬੈਠੇ ਨੇ, ਇੰਡੀਆ 'ਚ ਜਾਂ ਸਮਰੱਥ ਨੇ, ਕਿਤੇ ਵੀ ਨੇ, ਉਹ ਕਿਸ ਤਰ੍ਹਾਂ ਕਰ ਸਕਣ। ਤੇ ਮੈਂ ਹੁਣ ਇਸ ਅੱਗੇ ਕੰਟੀਨਿਊ ਕਰਨਾ ਚਾਹੁੰਦਾ ਵੀ ਤੁਹਾਡੇ ਜਿਹੜੇ ਨਾਲ ਸਾਥੀ ਨੇ ਮੈਡਮ ਕਿਰਨ ਜੀ, ਉਹ ਅਗਲਾ ਸਵਾਲ ਕੰਟੀਨਿਊ ਕਰ ਸਕਦੇ ਨੇ ਕਿ ਅਸੀਂ ਇਹਨਾਂ ਨੂੰ ਹੁਣ ਕਿਸ ਤਰ੍ਹਾਂ ਜਿਹੜੇ ਸਾਡੇ ਨਾਲ ਇਹ ਡੋਨਰਸ ਨੇ ਜੁੜ ਸਕਦੇ ਨੇ। ਤੇ ਉਹ ਪ੍ਰੋਫੈਸਰ ਸੁਖਵਿੰਦਰ ਸਿੰਘ ਹੋਰੀ ਤੁਹਾਡਾ ਉਹ ਜਵਾਬ ਜਿਹੜਾ ਕੰਟੀਨਿਊ ਕਰ ਲੈਣਗੇ। ਹਾਂਜੀ ਕਿਰਨ ਜੀ, ਪਲੀਜ਼ ਕੰਟੀਨਿਊ। ਹਾਂਜੀ, ਥੈਂਕ ਯੂ ਸਰ। ਤੁਸੀਂ ਬੜੇ ਐਲੈਬੋਰੇਟਲੀ ਐਕਸਪਲੇਨ ਕੀਤਾ, ਪਾਰਟਿਕੂਲਰਲੀ ਵੈਬਸਾਈਟ ਦਾ ਡਿਸਪਲੇ ਕਰਨਾ ਬਹੁਤ ਹੀ ਜ਼ਰੂਰੀ ਸੀ ਟੂ ਨੋ that what is the objective and also the methodology through which they can actually access the website। और एक ਚੀਜ਼ ਬੜੀ ਟ੍ਰਾਂਸਪੇਰੈਂਟ ਤਰੀਕੇ ਦੇ ਨਾਲ, ਬਹੁਤ ਹੀ ਐਲੈਬੋਰੇਟ ਤਰੀਕੇ ਨਾਲ ਤੁਸੀਂ ਆਪਣੀ ਵੈਬਸਾਈਟ ਦੇ ਉੱਤੇ ਪ੍ਰੈਜ਼ੈਂਟ ਕੀਤੀ ਹੈਗੀ ਹੈ।
and also to tell our viewers कि एक चीज ਜਿਹੜੀ ਹੈ accountable ਹੈਗੀ ਹੈ, you know, every one penny, everything, ਚਾਹੇ ਉਹ family ਹੈ, ਚਾਹੇ ਉਹ material ਤੁਸੀਂ provide ਕਰ ਰਹੇ ਹੋ ਜਾਂ finances, the organization is taking care of everything. So ਇੱਕ ਜਿਵੇਂ ਡਾਕਟਰ ਸਾਹਿਬ we mentioned that the idea today is to bring the organization into limelight, Atam Pargas, and the farming community into limelight, ਇਸ ਕਰਕੇ ਅਸੀਂ ਸਾਰੇ ਇੱਥੇ ਇਕੱਠੇ ਹੈਗੇ ਹਾਂ, and to reach out as much as possible ਕਿ ਜਿਹੜੇ ਸਾਡੇ ਪੰਜਾਬੀ and Indian diaspora across the globe, we can come together at a platform, and a platform shayad tadi organization, we find a lot of hope and we find that this organization is able to provide that platform. ਤੇ ਸਰ ਸਾਨੂੰ ਥੋੜਾ ਜਿਹਾ ਤੁਸੀਂ ਇਹ ਦੱਸਿਓ ਕਿ we have spoken to a lot of NRIs during this time, ਤੇ ਕਾਫੀ ਜਿਹੜੇ ਨੇ ਉਹ ਹੈਲਪ ਕਰ ਵੀ ਰਹੇ ਨੇ, ਲੇਕਿਨ ਇੱਕ ਡਾਇਰੈਕਸ਼ਨ ਜਿਹੜਾ ਹੈ ਨਾ ਉਹ ਨਹੀਂ ਹੈਗਾ, ਤੇ whether it is a material sort of support or whether it is a financial sort of a support, sir ਤੁਸੀਂ ਆਪ ਆਪਣੇ ਵਰਡਸ ਵਿੱਚ ਦੱਸੋ ਕਿ ਕਿਸ ਤਰੀਕੇ ਨਾਲ NRI ਤੁਹਾਨੂੰ ਐਕਸੈਸ ਕਰ ਸਕਦੇ ਨੇ, ਐਂਡ ਤੁਹਾਨੂੰ materially ਜਾਂ through financial support ਜਾਂ moral support ਵੀ ਦੂਰ ਬੈਠੇ ਬੈਠੇ, ਜਿਵੇਂ ਤੁਸੀਂ ਗੱਲ ਕੀਤੀ ਸੀ ਕਿ this is one of the first kind of supports to provide, ਤੇ ਇਹਦਾ ਸਰ ਜਿਹੜਾ ਮਾਡਲ ਹੈ ਜਾਂ ਜੋ ਫਰੇਮਵਰਕ ਹੈ ਇਹਦੇ ਬਾਰੇ ਤੁਸੀਂ ਗੱਲ ਜ਼ਰੂਰ ਡਾਕਟਰ ਸੁਖਵਿੰਦਰ ਸਿੰਘ ਜੀ please highlight this part of it, sir. Thank you, ma'am. ਇਹਦੇ ਵਿੱਚ ਮੈਮ ਦੋ ਪਾਰਟ ਦੇ ਵਿੱਚ ਸਪੋਰਟ, ਜਿਵੇਂ ਤੁਸੀਂ ਕਹਿੰਦੇ ਹੋ ਮੋਰਲ ਸਪੋਰਟ ਦੇ ਵਿੱਚ ਜਿਹੜੇ ਹੈਗੇ ਆ ਆਲਰੇਡੀ ਟੀਮਸ ਜਿਹੜੀਆਂ ਹੈਗੀਆਂ 151 ਫੈਮਿਲੀਜ਼ ਜਿਹੜੀਆਂ ਹੁਣ ਤੱਕ ਐਕਸੈਸ ਹੋ ਚੁੱਕੀ ਹੈ, ਤੇ ਜਦੋਂ ਫੈਮਿਲੀਜ਼ ਦੇ ਵਿੱਚ ਜਿਹੜੀ ਪਹਿਲੀ ਮੀਟਿੰਗ ਹੁੰਦੀ ਹੈ ਪਰਿਵਾਰ ਨਾਲ, ਪਹਿਲੀ ਮੀਟਿੰਗ ਦੇ ਵਿੱਚ ਅਬਾਊਟ ਸਾਡਾ ਜਿਹੜਾ ਹੈਗਾ 1.5 ਤੋਂ 2 ਘੰਟੇ ਪਰਿਵਾਰ ਨਾਲ ਜਿਹੜੇ ਹੈਗੇ ਲੱਗਦੇ ਆ। ਉਹਦੇ 'ਚ ਅਸੀਂ ਪਹਿਲੇ ਇਹ ਅਸੈਸਮੈਂਟ ਹੁੰਦੀ ਹੈ ਵੀ ਜਿਹੜੀ ਫੈਮਿਲੀ ਹੈ ਵੀ ਉਹ ਮੋਰਲੀ ਕਿੰਨੀ ਕੁ ਸਟਰੋਂਗ ਹੈਗੀ ਹੈ ਜਾਂ ਕਿੰਨੀ ਕੁ ਦੁੱਖ 'ਚ ਹੈਗੀ ਹੈ। ਉਹ ਅਸੈਸਮੈਂਟ ਦੇ ਅਕੋਰਡਿੰਗਲੀ ਉਹਨਾਂ ਦੀ ਜਿਹੜੀ ਨੈਕਸਟ ਮੀਟਿੰਗ ਹੈ ਉਹ ਸਾਡੇ ਜਿਹੜੇ ਆਤਮ ਪ੍ਰਗਾਸ ਦੇ ਵਿੱਚ ਕੁਝ ਐਕਸਪਰਟਸ ਹੈਗੇ ਹੈ ਜਾਂ ਮੋਟੀਵੇਟਰਸ ਹੈਗੇ ਹੈ ਜਾਂ ਕੁਛ ਇਸ ਤਰ੍ਹਾਂ ਦੇ ਜਿਹੜੇ ਹੈਗੇ ਆ ਰੱਬ ਦਾ ਭਾਣਾ ਮੰਨਣ ਵਾਲੇ ਕੁਛ ਪੁਰਸ਼ ਜਿਹੜੇ ਹੈਗੇ ਆ ਉਹ ਉਹਨਾਂ ਦੇ ਫੈਮਿਲੀ ਜਾਂਦੇ ਆ, ਉਹਨਾਂ ਦੀ ਅਸੀਂ ਰੈਗੂਲਰ ਵਿਜ਼ਿਟ 'ਤੇ ਲਗਾ ਰਹੇ ਹਾਂ। ਤੇ ਜਿਹੜੀਆਂ ਫੈਮਿਲੀਜ਼ ਕੁਛ ਇਸ ਤਰ੍ਹਾਂ ਦੇ ਜਿਹੜੇ ਝਟਕੇ ਤੋਂ ਥੋੜ੍ਹੀਆਂ ਬਾਹਰ ਹੁੰਦੀਆਂ ਹੈਗੀਆਂ, ਉਸ ਫੈਮਿਲੀਜ਼ ਨਾਲ ਅਸੀਂ ਅੱਗੇ ਉਹਨਾਂ ਦੀਆਂ ਬੇਸਿਕ ਜਿਹੜੀਆਂ ਨੀਡਸ ਹੈ ਉਹਨਾਂ ਬਾਰੇ ਡਿਸਕਸ ਕਰਦੇ ਹਾਂ ਵੀ ਤੁਹਾਡੇ ਜਿਹੜੇ ਪਰਿਵਾਰ ਦੇ ਮੈਂਬਰ ਚਲੇ ਗਏ, ਤੁਹਾਡੀ ਉਸ ਮੈਂਬਰ ਤੇ ਕਿੰਨੀ ਕੁ ਡਿਪੈਂਡੈਂਸੀ ਸੀ, ਤਾਂ ਉਹ ਡਿਪੈਂਡੈਂਸੀ ਤੋਂ ਜਿਹੜੀ ਟੀਮ ਹੈ, ਟੀਮ ਦੇ ਵਿੱਚ 4 ਤੋਂ 5 ਮੈਂਬਰ ਹੁੰਦੇ ਆ ਆਲਮੋਸਟ ਹਰ ਇੱਕ ਟੀਮ ਦੇ ਵਿੱਚ 3 ਤੋਂ 4 ਤਾਂ ਡਾਕਟਰੇਟ ਲੈਵਲ ਦੇ ਜਿਹੜੇ ਹੈਗੇ ਆ ਮੈਂਬਰ ਹੁੰਦੇ ਆ, 1-2 ਮੈਂਬਰ ਜਿਹੜੇ ਹੈਗੇ ਆ ਉਹ ਜਿਵੇਂ ਕਿਸਾਨੀ ਨਾਲ ਜੁੜੇ ਮੈਂਬਰ ਹੁੰਦੇ ਆ, ਜਾਂ ਫਿਰ ਕੁਛ ਇੱਕ ਹਰ ਇੱਕ ਟੀਮ ਦੇ ਵਿੱਚ ਜਾਂ ਬੈਂਕ ਨਾ ਹੋਏਗਾ ਜਾਂ ਕਿਸੇ ਫਾਈਨੈਂਸ਼ੀਅਲ ਗਰੁੱਪ ਨਾ ਹੋਏਗਾ, ਉਸ ਤਰ੍ਹਾਂ ਦੀਆਂ ਟੀਮਸ ਹੈਗੀਆਂ ਅਲੱਗ-ਅਲੱਗ ਡਿਸਟ੍ਰਿਕਟ ਵਾਈਜ਼। ਤੇ ਹਰ ਇੱਕ ਡਿਸਟ੍ਰਿਕਟ ਵਾਈਜ਼ 3 ਤੋਂ 4 ਪ੍ਰੋਫੈਸਰ ਅਸੀਂ ਰੱਖਦੇ ਹਾਂ ਤਾਂ ਕਿ ਸਾਨੂੰ ਜਿਹੜੀ ਹੈਗੀ ਹੈ ਉਸ ਪਰਿਵਾਰ ਦੀ ਐਗਜ਼ੈਕਟ ਪੋਜੀਸ਼ਨ, ਐਗਜ਼ੈਕਟ ਨੀਡਸ ਜਿਹੜੀਆਂ ਹੈਗੀਆਂ ਪਤਾ ਲੱਗ ਜਾਣ ਵੀ ਕਿਹੜੀਆਂ ਇਹਨਾਂ ਦੀਆਂ ਬੇਸਿਕ ਨੀਡਸ ਹੈ, ਕਿਹੜੀਆਂ ਨੀਡਸ ਇਹਨਾਂ ਦੀਆਂ ਮਤਲਬ ਕਈ ਵਾਰੀ ਇਹ ਹੁੰਦਾ ਕੋਈ ਫੈਮਿਲੀ ਸਾਨੂੰ ਇਹ ਲੱਗਦਾ ਵੀ ਉਹ ਆਪਣੀਆਂ ਬੇਸਿਕ ਨੀਡਸ ਤੋਂ ਵੱਧ ਵੀ ਡਿਮਾਂਡ ਕਰਦੀ ਹੈ, ਫਿਰ ਅਸੀਂ ਉੱਥੇ ਥੋੜ੍ਹਾ ਜਿਹਾ ਆਬਜੈਕਟ ਵੀ ਕਰਦੇ ਹਾਂ ਵੀ ਤੁਸੀਂ ਜਿਹੜੀਆਂ ਪਹਿਲਾਂ ਬੇਸਿਕ ਨੀਡਸ ਕੰਪਲੀਟ ਕਰੋ, ਤਾਂ ਉਸ ਤੋਂ ਅੱਗੇ ਜਿਹੜਾ ਹੈਗਾ ਅਸੀਂ ਕਰਦੇ ਹਾਂ, ਪਰਸਿਊ ਕਰਦੇ ਹਾਂ। ਤੇ ਉਹ ਅਸੈਸਮੈਂਟ ਜਿਹੜੀ ਹੈਗੀ ਟੀਮਸ ਨੇ ਕਰ ਲੈਣੀ ਹੁੰਦੀ ਹੈ। ਜਿਹੜੀ ਲੈਵਲ 1 ਦੇ ਵਿੱਚ ਪਹਿਲੀ ਵਾਰ ਜਿਹੜੀ ਟੀਮ ਅਸੈਸਮੈਂਟ ਕਰਿਆ ਹੁੰਦੀ ਹੈ, ਲੈਵਲ 2 ਦੇ ਵਿੱਚ ਉਹ ਕੇਸ ਜਿਹੜਾ ਹੈਗਾ ਸਾਡੀ 5 ਮੈਂਬਰੀ ਟੀਮ ਹੈ ਜਿਹੜੀ ਓਵਰਆਲ ਇੰਡੀਆ ਬਣੀ ਹੋਈ ਹੈ, ਉਹ ਲੈਵਲ 2 ਦੇ ਵਿੱਚ ਫਿਰ ਕੇਸ ਅਸੈਸ ਹੁੰਦਾ ਹੈਗਾ। ਮੀਨਸ ਕਹਿਣ ਦਾ ਮਤਲਬ ਉਸ ਕੇਸ ਤੇ ਪਹਿਲਾਂ ਕੁਝ ਟਾਈਮ ਲੱਗ ਚੁੱਕਿਆ, 4-5 ਘੰਟੇ ਲੱਗ ਚੁੱਕਿਆ, ਫਿਰ ਅੱਧਾ-ਪੌਣਾ ਘੰਟਾ ਉਸ ਕੇਸ ਤੇ ਇੱਕ ਸੈਂਟਰਲ ਟੀਮ ਜਿਹੜੀ ਹੈਗੀ ਲਗਾਉਂਦੀ ਹੈ। ਸੈਂਟਰਲ ਟੀਮ ਤੋਂ ਬਾਅਦ ਉਹ ਕੇਸ ਜਿਹੜਾ ਹੈਗਾ ਇੱਕ ਆਪਣੇ ਡਾਕੂਮੈਂਟੇਸ਼ਨ ਕਹਿ ਲਓ ਉਸ ਸਟੈਬਲਿਸ਼ਮੈਂਟ ਟਾਈਪ, ਜਿਵੇਂ ਆਪਾਂ ਕਹਿੰਦੇ ਹਾਂ ਕਲੈਰੀਕਲ ਬ੍ਰਾਂਚ ਵਿੱਚ ਚਲਾ ਜਾਂਦਾ ਹੈ। ਕਲੈਰੀਕਲ ਬ੍ਰਾਂਚ ਜਿਹੜੀ ਹੈਗੀ ਉਹਨਾਂ ਦੀ ਫੁੱਲ ਡਾਕੂਮੈਂਟੇਸ਼ਨ A to Z, ਕੋਈ ਵੀ ਉਹਦੇ 'ਚ ਉਹ ਕੰਪਰੋਮਾਈਜ਼ ਨਹੀਂ ਕਰਦੇ, ਹਰ ਇੱਕ ਡਾਕੂਮੈਂਟ ਰਿਟਨ ਦੇ ਵਿੱਚ ਉਹ ਡਾਕੂਮੈਂਟ ਲਿਆ ਜਾਂਦਾ ਹੈ। ਉਹ ਡਾਕੂਮੈਂਟ ਜਦੋਂ ਡਾਕੂਮੈਂਟੇਸ਼ਨ ਕੰਪਲੀਟ ਹੋ ਜਾਂਦੀ ਹੈ, ਫਿਰ ਫਾਈਨੈਂਸ਼ੀਅਲ ਲੈਵਲ ਤੇ ਜਿਹੜਾ ਹੈਗਾ ਆਫਿਸ ਸੈਕਟਰੀ ਕੋਲ ਜਿਹੜਾ ਕੇਸ ਹੈ ਚਲਾ ਜਾਂਦਾ। ਆਫਿਸ ਜਿਹੜਾ ਸੈਕਟਰੀ ਹੈ ਉਹ ਕੇਸ ਨੂੰ ਜਿਹੜਾ ਹੈਗਾ ਫਾਈਨਲੀ ਸਾਰੀ ਡਾਕੂਮੈਂਟੇਸ਼ਨ ਦੇਖ ਕੇ ਅਪਰੂਵ ਕਰਦਾ। ਕਹਿੰਦਾ ਮਤਲਬ ਇੱਕ ਪਰਿਵਾਰ ਤੇ ਆਲਮੋਸਟ 30 to 40 ਆਵਰਸ ਦੀ ਐਫਰਟਸ ਹੈ ਜਿਹੜੀ ਆਤਮ ਪ੍ਰਗਾਸ ਲਗਾ ਰਿਹਾ। ਤੇ ਜਿਵੇਂ ਇੱਕ ਮੈਨੂੰ ਡਾਕਟਰ ਮੱਲੀ ਦੀ ਜਿਹੜੀ ਹੈਗੀ ਇਹ ਗੱਲ ਯਾਦ ਆ ਰਹੀ ਹੈ ਵੀ ਆਲ ਆਰ ਵਰਕਰਸ, ਇਹਦੇ ਵਿੱਚ ਕੋਈ ਸ਼ੱਕ ਨਹੀਂ। ਸਭ ਤੋਂ ਪਹਿਲਾਂ ਇਸ ਪ੍ਰੋਜੈਕਟ ਦੇ ਵਿੱਚ ਕੰਮ ਕਰਨ ਵਾਲੇ ਡਾਕਟਰ ਵਰਿੰਦਰਪਾਲ ਜੀ ਆਪ ਹੈ। ਉਹ ਸਾਨੂੰ ਲੱਗਦਾ ਹੀ ਨਹੀਂ ਹੁੰਦਾ ਵੀ ਉਹ ਚੇਅਰਮੈਨ ਹੈ,
ਸਾਨੂੰ ਕਈ ਵਾਰੀ ਐਂ ਲੱਗਦਾ ਵੀ ਉਹ ਵਰਕਰ ਹੈ ਤੇ ਅਸੀਂ ਜਿਹੜੇ ਹੈਗੇ ਉਹਨਾਂ ਤੋਂ ਕੰਮ ਕਰਾ ਰਹੇ ਹਾਂ। ਉਹਨਾਂ ਨੂੰ ਦੇਖ ਕੇ ਸਾਨੂੰ ਐਂ ਲੱਗਦਾ ਵੀ ਜੇ ਉਹ 10 ਘੰਟੇ ਕੰਮ ਕਰਦੇ ਸਾਨੂੰ 15 ਘੰਟੇ ਕੰਮ ਕਰਨਾ ਚਾਹੀਦਾ ਹੈ। ਔਰ ਹੈਰਾਨੀ ਦੀ ਗੱਲ ਇਹ ਹੈ ਵੀ ਜਦੋਂ ਪ੍ਰੋਜੈਕਟ ਸ਼ੁਰੂ ਹੋਇਆ ਪਹਿਲੇ 10 ਦਿਨ ਦੇ ਵਿੱਚ ਹੀ ਇਹਨਾਂ ਨੇ ਆਪਣੇ ਜਿਹੜੇ ਸੰਗਰੂਰ ਡਿਸਟ੍ਰਿਕਟ ਦੇ ਸਾਰੇ ਫੈਮਿਲੀਜ਼ ਕਵਰ ਕਰ ਲਏ। ਸਾਨੂੰ ਟੈਨਸ਼ਨ ਹੋ ਗਈ ਵੀ ਦੂਸਰੇ ਜਿਹੜੇ ਡਿਸਟ੍ਰਿਕਟ ਹੈ ਵੀ ਹਾਂਜੀ ਜਿਹੜੇ ਸਾਡੇ ਚੇਅਰਮੈਨ ਆ ਉਹ ਸਾਰਾ ਕੁਝ ਕੰਮ ਕੰਪਲੀਟ ਕਰੀ ਬੈਠੇ ਆ ਜੀ। ਅੱਛਾ ਚਲੋ ਮੈਂ ਉਸ ਪ੍ਰੋਸੈਸ ਤੇ ਆਨਾ ਹੈਗਾ ਵੀ ਡੋਨੇਸ਼ਨ ਪਹਿਲੇ ਡੋਨੇਸ਼ਨ ਸਾਨੂੰ ਕਿਉਂ ਚਾਹੀਦੀ ਹੈ। ਡੋਨੇਸ਼ਨ ਜਿਹੜੀ ਹੈਗੀ ਹੈ ਮੈਨੂੰ ਜੋ ਲੱਗਦਾ ਵੀ ਕੋਈ ਵੀ ਸੰਸਥਾ ਇੰਨਾ ਐਫਰਟਸ ਲਗਾ ਹੀ ਨਹੀਂ ਰਹੀ ਕਿਸੇ ਪਰਿਵਾਰ ਤੇ, ਪਰਿਵਾਰ ਨੂੰ ਅਸੈਸ ਕਰਨ ਤੇ ਜਾਂ ਫੈਮਿਲੀ ਨੂੰ ਅਸੈਸ ਕਰਨ ਤੇ। ਸੈਕੰਡ ਜਿਹੜਾ ਹੈਗਾ ਡੋਨੇਸ਼ਨ ਜਿਹੜੀ ਹੈਗੀ ਆਪਾਂ ਕਹਿੰਦੇ ਕਿਉਂ ਚਾਹੀਦੀ, ਟਰਾਂਸਪੇਰੈਂਸੀ ਹੈ ਜੀ। ਈਚ ਐਂਡ ਐਵਰੀਥਿੰਗ ਇਜ਼ ਅਵੇਲੇਬਲ ਔਨ ਵੈਬਸਾਈਟ ਪੋਰਟਲ। ਤੁਸੀਂ ਦੇਖੋ ਸਭ ਤੋਂ ਪਹਿਲਾਂ ਪੋਰਟਲ ਤਿਆਰ ਕੀਤਾ ਉਹਨਾਂ ਨੇ। ਅਸੀਂ ਫੈਮਿਲੀ ਬਾਅਦ ਜਾ ਰਹੇ ਹਾਂ, ਪੋਰਟਲ ਪਹਿਲਾਂ ਤਿਆਰ ਹੈ। ਅਸੀਂ ਫੈਮਿਲੀ ਜਾ ਕੇ ਵਾਪਸ ਘਰ ਆਉਂਦੇ ਹਾਂ, ਸਾਨੂੰ ਪਤਾ ਲੱਗ ਜਾਂਦਾ ਵੀ ਸਾਡਾ ਜਿਹੜਾ ਡਾਟਾ ਆਨਲਾਈਨ ਪੈ ਗਿਆ। ਸਾਨੂੰ ਫੈਮਿਲੀ ਦੱਸਦੀ ਹੈ ਸਾਡਾ ਜੀ ਆਨਲਾਈਨ ਅਵੇਲੇਬਲ ਹੋ ਗਿਆ ਡਾਟਾ। ਮਤਲਬ ਵੀ ਇੰਨਾ ਜਿਹੜਾ ਹੈਗਾ ਪ੍ਰੋਸੈਸ ਜਿਹੜਾ ਹੈਗਾ ਇਹਨਾਂ ਨੇ ਆਨਲਾਈਨ ਸਾਰਾ ਕੁਝ ਟਰਾਂਸਪੇਰੈਂਟ ਕਰ ਰੱਖਿਆ। ਉਹਦੇ ਨਾਲ ਇਹ ਹੈ ਵੀ ਜਿਵੇਂ ਡਾਕਟਰ ਸਾਹਿਬ ਆਪ ਕਹਿੰਦੇ ਹੁੰਦੇ ਵੀ ਸਾਮੀ ਵੰਡ ਹੋਣੀ ਚਾਹੀਦੀ ਹੈ ਸਾਧਨਾਂ ਦੀ। ਜਿਹੜੀ ਡੋਨੇਸ਼ਨ ਦੇ ਰਹੇ ਆ ਵੀ ਡੋਨੇਸ਼ਨ ਦੀ ਸਾਮੀ ਵੰਡ ਹੋ ਜਾਏ, ਬਰਾਬਰ ਵੰਡ ਜਿਹੜੀ ਹੈਗੀ ਹੈ। ਦੇਖੋ ਉਹਦੇ ਤੋਂ ਸਾਰਿਆਂ ਨੂੰ NRI ਜਾਂ ਅਸੀਂ ਕਿਤੇ ਵੀ ਬੈਠੇ ਜਦੋਂ ਆਨਲਾਈਨ ਡਾਟਾ ਅਵੇਲੇਬਲ ਹੈ ਤਾਂ ਸਾਨੂੰ ਦੇਖ ਰਿਹਾ ਵੀ ਕਿਹੜੇ ਪਰਿਵਾਰ ਨੂੰ ਕਿੰਨੀ ਸਪੋਰਟ ਹੋਈ ਹੈ, ਕਿਹੜੇ ਪਰਿਵਾਰ ਦੀ ਕੀ ਕੰਡੀਸ਼ਨ ਹੈ ਉਹ ਵੀ ਸਾਨੂੰ ਪਤਾ ਚੱਲ ਰਿਹਾ ਕਿਉਂਕਿ ਉਹਦੇ ਸਾਰਾ ਪਿਕਸ ਵਗੈਰਾ ਅਵੇਲੇਬਲ ਹੈ। ਤੇ ਡੋਨੇਸ਼ਨ ਲਈ ਜਿਹੜੀ ਹੈਗੀ ਹੈ ਮੈਂ ਇੱਕ ਬੇਨਤੀ ਕਰਨਾ ਚਾਹੂੰਗਾ ਵੀ atamprakash.org ਤੇ ਜਦੋਂ ਅਸੀਂ ਵੈਬਸਾਈਟ ਤੇ ਵੈਬ ਲਿੰਕ ਖੋਲਦੇ ਹਾਂ ਤਾਂ ਉੱਥੇ ਡੋਨੇਸ਼ਨ ਦਾ ਜਿਹੜਾ ਹੈਗਾ ਇੱਕ ਮੈਨੂ ਬਣਿਆ ਹੈ। ਡੋਨੇਸ਼ਨ ਮੈਨੂ ਤੇ ਜਦੋਂ ਅਸੀਂ ਕਲਿੱਕ ਕਰਦੇ ਹਾਂ ਤਾਂ ਉੱਥੇ ਦੋ ਟਾਈਪ ਦੇ ਜਿਹੜੇ ਹੈਗੇ ਆ ਸਾਡੇ ਕੋਲ ਅਕਾਊਂਟਸ ਆਉਂਦੇ ਆ। ਇੱਕ ਅਕਾਊਂਟ ਜਿਹੜਾ ਹੈਗਾ ਸਾਡਾ ਇੰਡੀਅਨ ਅਕਾਊਂਟ ਹੈ, ਜਿਸ ਤਰ੍ਹਾਂ ਦੇ ਇੰਡੀਅਨ ਸਿਟੀਜ਼ਨ ਜਿਹੜੇ ਹੈਗੇ ਆ ਸਾਡੇ ਭਾਰਤ ਦੇ ਨਾਗਰਿਕ ਜਿਹੜੇ ਹੈਗੇ ਇੰਡੀਅਨ ਅਕਾਊਂਟਸ ਦੇ ਥਰੂ ਟ੍ਰਾਂਸਫਰ ਕਰ ਸਕਦੇ। ਉਹਦੇ ਦੋ ਮੋਡ ਹੈ, ਇੰਟਰਨੈਟ ਬੈਂਕਿੰਗ ਦੇ ਥਰੂ ਵੀ ਕਰ ਸਕਦੇ ਆ। ਸੈਕੰਡ ਜਿਹੜੀ ਪੇਯੂ ਮਨੀ ਹੈ ਉਸ ਅਕਾਊਂਟ ਦੇ ਥਰੂ ਵੀ ਕਰ ਸਕਦੇ ਹੋ। ਤੇ ਜਿਹੜਾ ਹੈਗਾ ਫੋਰਨ ਅਕਾਊਂਟ ਦੇ ਵਿੱਚ ਸਾਡੇ ਕੋਲ FCRA ਅਵੇਲੇਬਲ ਹੈ, ਜਿਹਦੇ 'ਚ ਫੋਰਨ ਤੋਂ ਅਸੀਂ ਫੰਡ ਜਿਹੜੇ ਹੈਗੇ ਲੈ ਸਕਦੇ ਹਾਂ। ਉਹਦੇ 'ਚ ਜਿਹੜੇ NRIs ਹੈ ਉਹ FCRA ਦੇ ਥਰੂ ਉਹ ਅਕਾਊਂਟ ਅਲੱਗ ਅਵੇਲੇਬਲ ਹੈ। ਉਹਦੇ ਥਰੂ ਡਾਟਾ ਜਿਹੜਾ ਹੈਗਾ ਆਪਣਾ ਜਿਹੜੀ ਹੈਗੀ ਹੈ ਟ੍ਰਾਂਜੈਕਸ਼ਨਸ ਕਰ ਸਕਦੇ ਆ। ਤੇ ਜਿਵੇਂ ਮੰਥਲੀ ਸਾਡੀ ਜਿਹੜੀ ਰਿਕੁਆਇਰਮੈਂਟ ਹੈ ਕਿਸਾਨਾਂ ਦੀ, ਉਹਨਾਂ ਲਈ ਸਾਨੂੰ ਜਿਹੜਾ ਹੈਗਾ ਮੰਥਲੀ ਪੇਮੈਂਟ ਜਿਹੜੀ ਹੈਗੀ ਹੈ ਉਹ ਆਟੋ ਡੈਬਿਟ ਅਸੀਂ ਮੰਥਲੀ ਵੀ ਲਗਾ ਸਕਦੇ ਹਾਂ। ਸੌਰੀ ਮੈਂ ਇੰਟਰਪਟ ਕਰ ਰਿਹਾ, ਮੇਰੀ ਨਾ ਬੈਟਰੀ ਬਹੁਤ ਲੋ ਹੋ ਗਈ ਤੇ ਲਾਈਟ ਦੀ ਪ੍ਰੋਬਲਮ। ਡਾਕਟਰ ਸਾਹਿਬ ਤੁਸੀਂ ਕੰਟੀਨਿਊ ਕਰੋਗੇ ਡਾਕਟਰ ਰਵਿੰਦਰਪਾਲ ਜੀ? ਮੈਂ ਕੋਈ ਨਾ ਮੈਂ ਬੈਟਰੀ ਬਹੁਤ ਲੋ ਹੋ ਗਈ। ਸੋ ਇਹਦੇ ਚ ਇਸ ਤਰ੍ਹਾਂ ਹੈਗਾ, ਦੇਖੋ ਜਿਹੜੇ ਡੋਨਰਸ ਨੇ ਨਾ ਜਿਸ ਤਰ੍ਹਾਂ ਸਿਮਰ ਪਹਿਲਾਂ ਤਾਂ ਮੇਨ ਹੋਮ ਪੇਜ ਦਿਖਾ ਦਿਓ, ਡੋਨੇਸ਼ਨ ਵਾਲਾ ਹੋਮ ਪੇਜ ਦਿਖਾ ਦਿਓ। ਫॉर सम रीजन एरर है, कोई एरर हैगा ਉਹ ਚੱਲ ਨਹੀਂ ਰਿਹਾ। ਸੋ ਹੋਮ ਪੇਜ ਤੇ ਜਾਓਗੇ, ਡੋਨੇਸ਼ਨ ਖੋਲੋਗੇ ਤੇ ਉਹਦੇ ਵਿੱਚ ਤੁਹਾਨੂੰ ਸਾਡੇ ਬੈਂਕ ਅਕਾਊਂਟ ਦੀਆਂ ਡਿਟੇਲਸ ਮਿਲ ਜਾਣਗੀਆਂ। ਇੱਕ ਇੰਡੀਅਨ ਬੈਂਕ ਅਕਾਊਂਟ ਹੈ, ਇੱਕ ਫੋਰਨ ਦੀਆਂ ਕੰਟਰੀਬਿਊਸ਼ਨ ਵਾਸਤੇ ਹੈ। ਸਾਡੇ ਕੋਲ ਗਵਰਨਮੈਂਟ ਆਫ ਇੰਡੀਆ ਦਾ FCRA ਦੇ ਅੰਡਰ ਸਾਡੀ ਰਜਿਸਟ੍ਰੇਸ਼ਨ ਹੈ ਆਤਮ ਪ੍ਰਕਾਸ਼ ਦੀ। ਸੋ ਤੁਸੀਂ ਜੇ ਫੋਰਨ ਤੋਂ ਕਰ ਰਹੇ ਹੋ ਤਾਂ ਉਹਦੇ ਚ ਅਕਾਊਂਟ ਅਵੇਲੇਬਲ ਹੈ ਆਲਰੇਡੀ, ਇੰਡੀਆ ਤੋਂ ਕਰ ਰਹੇ ਹੋ ਤਾਂ ਵੀ ਅਵੇਲੇਬਲ ਹੈ। ਸੋ ਉਹਦੇ ਰਾਹੀਂ ਤੁਸੀਂ ਆਪਣੀਆਂ ਪੇਮੈਂਟ ਸਾਨੂੰ ਭੇਜ ਸਕਦੇ ਹੋ। ਤੇ ਇੱਕ ਇਹਦੇ ਮੇਕ ਏ ਡੋਨੇਸ਼ਨ ਬਟਨ ਹੈ, ਦੇਖੋ ਤੁਸੀਂ ਆ ਵੈਬਸਾਈਟ ਤੇ ਦੇਖ ਰਹੇ ਹੋ। ਇਹਦੇ ਤੇ ਜਾ ਕੇ ਮੈਂ ਤੁਹਾਨੂੰ ਰਿਕੁਐਸਟ ਕਰੂੰਗਾ ਵੀ ਆਪਣੇ ਆਪ ਨੂੰ ਰਜਿਸਟਰ ਜ਼ਰੂਰ ਕਰ ਲਵੋ। ਇੱਥੇ ਤੁਹਾਡੀ ਕਮਿਟਮੈਂਟ ਸਾਡੇ ਕੋਲ ਆ ਜਾਂਦੀ ਹੈ ਕਿ ਅਸੀਂ ਮੰਥਲੀ ਜਾਂ ਐਨੂਅਲੀ ਜਾਂ ਵਨ ਟਾਈਮ ਇਹ ਤੁਹਾਨੂੰ ਡੋਨੇਟ ਕਰਾਂਗੇ, ਤਾਂ ਕਿ ਅਸੀਂ ਤੁਹਾਡੀਆਂ ਕਮਿਟਮੈਂਟ ਦੇ ਹਿਸਾਬ ਦੇ ਨਾਲ ਅਸੀਂ ਅੱਗੇ ਫਰਦਰ ਫਾਰਮਰਸ ਨਾਲ ਕਮਿਟਮੈਂਟ ਕਰ ਸਕਦੇ ਹਾਂ। ਸੋ ਇਹ ਮੇਕ ਏ ਡੋਨੇਸ਼ਨ ਬਟਨ ਦੇ ਵਿੱਚ ਜਿਸ ਤਰ੍ਹਾਂ ਤੁਸੀਂ ਸਿਮ ਟਰਾਈ ਕਰ ਰਹੇ, ਸ਼ਾਇਦ ਕੋਈ ਇਸ਼ੂ ਆ ਰਿਹਾ ਨੈਟਵਰਕ ਦਾ, ਮੇਕ ਏ ਡੋਨੇਸ਼ਨ ਵਿੱਚ ਜਾਓਗੇ ਤੁਹਾਡਾ ਅਕਾਊਂਟ ਕ੍ਰੀਏਟ ਕਰ ਲਵੇਗਾ। ਜੇ ਤੁਹਾਡਾ ਅਕਾਊਂਟ ਕ੍ਰੀਏਟ ਪਹਿਲਾਂ ਹੀ ਹੋਇਆ ਤਾਂ ਅੱਗੇ ਤੁਹਾਨੂੰ ਪੁੱਛ ਲਵੇਗਾ ਤੁਸੀਂ ਤੁਹਾਡੀ ਕੀ ਕਮਿਟਮੈਂਟ ਕਰਨੀ ਚਾਹੁੰਦੇ ਹੋ, ਮੰਥਲੀ, ਐਨੂਅਲੀ, ਵਨ ਟਾਈਮ। ਸੋ ਉਹ ਸਾਡੇ ਰਿਕਾਰਡ ਵਿੱਚ ਉਹ ਚੀਜ਼ ਆ ਜਾਵੇਗੀ ਤੇ ਅਸੀਂ ਉਹਦੇ ਹਿਸਾਬ ਨਾਲ ਅੱਗੇ ਫੈਮਲੀਜ਼ ਨੂੰ ਕਮਿਟ ਕਰ ਸਕਦੇ ਹਾਂ। ਸੋ ਸਾਨੂੰ ਲੰਮਸਮ ਸਪੋਰਟ, ਜਿਵੇਂ ਤੁਹਾਨੂੰ ਮੈਂ ਪਹਿਲਾਂ ਵੀ ਦੱਸਿਆ ਸੀਗਾ ਕਿ ਸਾਨੂੰ ਹੁਣ ਤੱਕ ਜਿੰਨੀਆਂ ਅਸੀਂ ਫੈਮਲੀਜ਼ ਅਸੈਸ ਕੀਤੀਆਂ ਨੇ ਉਹਨਾਂ ਦੇ ਲਈ 54 ਲੱਖ ਦੀ ਲੋੜ ਸੀ ਤੇ 39,20,000 ਸਾਨੂੰ ਡੋਨਰਸ ਨੇ ਦੇ ਦਿੱਤਾ। ਪਰ ਜਿਹੜੀ ਸਾਡੀ ਮੰਥਲੀ ਲੋੜ ਆ ਨਾ ਉਹਦੇ ਲਈ ਸਾਡੇ ਕੋਲ ਬਹੁਤ ਕਹਿ ਲਓ ਮਾਈਨਰ ਜੀਆਂ ਕਮਿਟਮੈਂਟਸ ਅਜੇ ਆਈਆਂ ਨੇ। ਹਰ ਕੋਈ ਵਨ ਟਾਈਮ ਹੀ ਜਨਰਲੀ ਡੋਨੇਟ ਕਰ ਰਿਹਾ। ਸੋ ਇਹ ਬਹੁਤ ਇੰਪੋਰਟੈਂਟ ਹੈ ਕਿ ਸਾਨੂੰ 3.25 ਲੱਖ ਰੁਪਇਆ ਲਗਭਗ ਜਿਹੜੀ ਫਿਗਰ 3,15,000 ਲਿਖੀ ਹੋਈ ਹੈ ਤੇ ਇਹ ਹੈਗੀ ਹੈ ਸਿਰਫ 151 ਫੈਮਲੀਜ਼ ਵਾਸਤੇ। ਬਾਕੀ ਦੀਆਂ ਫੈਮਲੀਜ਼ ਅਜੇ ਅਸੈਸ ਹੋਣੀਆਂ ਨੇ। ਸੋ ਆ ਖੁੱਲ ਗਿਆ ਜੀ ਪੇਜ ਤੇ। ਸੋ ਦੋਨੋਂ ਸਾਡੇ ਅਵੇਲੇਬਲ ਨੇ, ਇੰਡੀਅਨ ਅਕਾਊਂਟ ਵੀ ਤੇ ਫੋਰਨ ਅਕਾਊਂਟ ਵੀ। ਇੰਡੀਅਨ ਅਕਾਊਂਟਸ ਦੇ ਵਿੱਚ ਤੁਸੀਂ ਜਿਹੜੀ ਹੈਗੀ ਆ ਪੇਯੂ ਮਨੀ ਰਾਹੀਂ ਵੀ ਪੇਮੈਂਟ ਕਰ ਸਕਦੇ ਹੋ। ਜਿਹੜਾ ਫੋਰਨ ਅਕਾਊਂਟ ਹੈ ਉਹਦੇ ਲਈ ਹਜੇ ਪੇਯੂ ਮਨੀ ਵਾਲਾ ਡਿਵੈਲਪ ਨਹੀਂ ਹੋਇਆ, ਬਟ ਇਟ ਇਜ਼ ਅੰਡਰ ਡਿਵੈਲਪਮੈਂਟ। ਆਉਣ ਵਾਲੇ 8-10 ਦਿਨ ਵਿੱਚ ਉਹ ਵੀ ਤੁਸੀਂ ਡਾਇਰੈਕਟਲੀ ਆਨਲਾਈਨ ਇਹ ਤੇ ਕਰ ਸਕਦੇ ਹੋ। ਪਰ ਜਦੋਂ ਪੇਯੂ ਮਨੀ ਰਾਹੀਂ ਆਪਾਂ ਪੇਮੈਂਟ ਕਰਦੇ ਹਾਂ ਉੱਥੇ ਥੋੜੇ ਜਿਹੇ ਚਾਰजेस ਪੇਯੂ ਮਨੀ ਲੈਂਦਾ ਹੈ। ਜੇ ਤੁਸੀਂ ਬੈਂਕ ਰਾਹੀਂ ਆਟੋ ਡੈਬਿਟ ਲਗਾ ਦਿੰਦੇ ਹੋ ਤਾਂ ਤੁਹਾਨੂੰ ਕੋਈ ਉਹਦੇ ਚਾਰजेस ਨਹੀਂ ਪੈਂਦੇ। ਸੋ ਬੈਟਰ ਹੈ ਕਿ ਤੁਸੀਂ ਆਪਣੇ ਇੰਟਰਨੈਟ ਬੈਂਕਿੰਗ ਰਾਹੀਂ ਆਟੋ ਡੈਬਿਟ ਹੀ ਤੁਸੀਂ ਜਿਹੜਾ ਲਗਾ ਲਵੋ।
ਤੇ ਬਾਹਰ ਆ ਕੇ ਤੁਸੀਂ ਵਲੰਟੀਅਰ, ਜਿੱਥੇ ਮੈਂ ਤੁਹਾਨੂੰ ਦਿਖਾ ਰਿਹਾ ਸੀ ਹੁਣੇ, ਉੱਥੇ ਆਪਣੀ ਜਿਹੜੀ ਹੈਗੀ ਆ ਤੁਸੀਂ ਮੰਥਲੀ ਕਮਿਟਮੈਂਟ ਸਾਨੂੰ ਕਾਈਂਡਲੀ ਕਰੋ, ਕਿਉਂਕਿ 3,15,000 ਦਾ ਜਿਹੜਾ ਸਾਡੇ ਕੋਲੇ ਮੰਥਲੀ ਸਾਨੂੰ ਲੋਡ ਹੈ, ਉਹ ਲਮਸਮ ਅਮਾਉਂਟ ਵਿੱਚੋਂ ਹੀ ਅਸੀਂ ਪਰਿਵਾਰਾਂ ਦੀ ਮੰਥਲੀ ਹੈਲਪ ਸ਼ੁਰੂ ਕਰ ਦਿੱਤੀ ਹੈ, ਤਾਂ ਕਿ ਉਹ ਪਰਿਵਾਰਾਂ ਨੂੰ ਲੋਡ ਹੈ ਸ਼ੁਰੂ ਕਰ ਦਈਏ। ਬਟ ਸਾਡੇ ਕੋਲੇ ਨੈਗਲੀਜੀਬਲ ਜਿਹੜੀਆਂ ਮੰਥਲੀ ਕਮਿਟਮੈਂਟਸ ਨੇ, ਉਹ ਮੈਂ ਸਾਰੇ NRIs ਨੂੰ ਜਾਂ ਇੰਡੀਅਨਸ ਨੂੰ ਵੀ ਬੇਨਤੀ ਕਰੂੰਗਾ ਵੀ ਇਹ ਪਰਿਵਾਰ ਸਾਡੇ ਆਪਣੇ ਪਰਿਵਾਰ ਨੇ, ਤੇ ਅਸੀਂ ਬਹੁਤ ਛਾਨਣੀ ਮਾਰ ਕੇ ਨਾ ਪਰਿਵਾਰਾਂ ਨੂੰ ਪੈਸਾ ਦੇ ਰਹੇ ਹਾਂ। ਇਹ ਨਹੀਂ ਕਿ ਐਵੇਂ ਹੀ ਕਿਸੇ ਦੀ ਸਿਫਾਰਿਸ਼ ਦੇ ਉੱਤੇ ਜਾਂ ਆਪਣੀ ਉਦਾਂ ਹੀ ਨਹੀਂ, ਨਥਿੰਗ ਲਾਈਕ ਦੈਟ। ਕਈ ਲੋੜਵੰਦ ਪਰਿਵਾਰ ਨੇ, ਉਹਨਾਂ ਨੂੰ ਬਹੁਤ ਦੇ ਰਹੇ ਆ, ਕਈਆਂ ਨੂੰ ਬਿਲਕੁਲ ਨਹੀਂ ਦੇ ਰਹੇ, ਜਿਹੜੇ ਕਹਿੰਦੇ ਨੇ ਲੋੜ ਨਹੀਂ ਹੈ। ਸਾਨੂੰ ਲੱਗਦਾ ਸਾਡਾ ਪਰਪਸ ਆ ਵੀ ਸੈਲਫ ਰਿਲਾਇੰਸ ਹੋ ਜਾਵੇ ਨਾ ਪਰਿਵਾਰਾਂ ਦੀ, ਜਿਹਨੂੰ ਜਿੰਨੀ ਲੋੜ ਹੈ ਸਾਂਝੀ ਵੰਡ ਹੋ ਜਾਵੇ। ਸੋ ਇਹਦੇ ਸਾਡੀ ਇਹੀ ਬੇਨਤੀ ਹੈ ਕਿ ਤੁਸੀਂ ਸਾਡੇ ਇੱਥੇ ਵੈਬਸਾਈਟ ਤੇ ਆ ਕੇ ਆਪਣੇ ਆਪ ਨੂੰ ਐਜ਼ ਏ ਡੋਨਰ ਰਜਿਸਟਰ ਕਰ ਲਵੋ। ਉਸ ਤੋਂ ਬਾਅਦ ਵਲੰਟੀਅਰ ਦੀ ਵੀ ਸਾਨੂੰ ਲੋੜ ਹੈ। ਤੁਹਾਡੇ ਜਿਹੜੀਆਂ ਫੈਮਿਲੀਜ਼ ਬਾਹਰ ਬੈਠੀਆਂ ਨੇ, ਆਪਣੇ ਜਿਹੜੇ ਇੱਥੇ ਸੱਜਣ ਮਿੱਤਰ ਜਿਹੜੇ ਇੰਡੀਆ 'ਚ ਰਹਿ ਰਹੇ ਨੇ, ਉਹਨਾਂ ਨੂੰ ਪ੍ਰੇਰਿਤ ਕਰੋ ਕਿ ਕੋਆਰਡੀਨੇਟਰ ਵਜੋਂ ਉਹ ਅੱਗੇ ਆਉਣ। ਇੱਕ ਪਰਿਵਾਰ ਦੀ ਜ਼ਿੰਮੇਵਾਰੀ ਇੱਕ ਪਰਿਵਾਰ ਲਵੇ ਤਾਂ ਬਹੁਤ ਵਧੀਆ ਢੰਗ ਦੇ ਨਾਲ ਮੈਨੇਜ ਹੋ ਜਾਵੇਗਾ। ਮੈਂਟਰਿੰਗ ਦੀ ਕੰਮ ਤੁਸੀਂ ਬਾਹਰੋਂ ਵੀ ਕਰ ਸਕਦੇ ਹੋ। ਟੀਚਰਸ ਅਸੀਂ ਜਿਹੜੇ ਚੰਗੇ ਨੇ ਉਹ ਬੱਚਿਆਂ ਨਾਲ ਅਟੈਚ ਕਰ ਰਹੇ ਹਾਂ, ਜਿੱਥੇ ਪਰਿਵਾਰ ਦੱਸਦੇ ਨੇ ਕਿ ਸਾਡਾ ਬੱਚਾ ਫਲਾਣੇ ਸਰਕਾਰੀ ਸਕੂਲ 'ਚ ਪੜ੍ਹਦਾ ਜਾਂ ਉੱਥੇ ਪੜ੍ਹਦਾ, ਤੇ ਬੱਚੇ ਨੂੰ ਉੱਥੇ ਚੰਗਾ ਟੀਚਰ ਅਵੇਲੇਬਲ ਨਹੀਂ ਆ, ਉਹਨੂੰ ਟਿਊਸ਼ਨ ਚਾਹੀਦੀ ਆ, ਉਹਨੂੰ ਸੈਲਫ ਸਟੱਡੀ ਦੇ ਵਿੱਚ ਹੈਲਪ ਲਈ ਕੋਈ, ਉਹ ਅਸੀਂ ਪ੍ਰੋਵਾਈਡ ਕਰ ਰਹੇ ਹਾਂ। ਸੋ ਤੁਸੀਂ ਉੱਥੇ ਵਲੰਟੀਅਰ ਯੂਰਸੈਲਫ ਵਿੱਚ ਜਾ ਕੇ ਜੋ ਤੁਹਾਡੀ ਸਮਰੱਥ ਹੈ ਉਹਦੇ ਮੁਤਾਬਕ ਕਰਨ ਦੀ ਕੋਸ਼ਿਸ਼ ਕਰੋ, ਚਾਹੇ ਡੋਨਰ, ਚਾਹੇ ਮੈਂਟਰ, ਚਾਹੇ ਟੀਚਰ ਜਾਂ ਕਰੀਅਰ ਕਾਉਂਸਲਰ। ਦੇਖੋ ਅਸੀਂ ਕਰੀਅਰ ਕਾਉਂਸਲਿੰਗ ਦਾ ਵੀ ਇੱਕ ਸੈੱਲ ਬਣਾਇਆ, ਸਾਡੇ ਗੁਰੂ ਨਾਨਕ ਇੰਜੀਨੀਅਰਿੰਗ ਕਾਲਜ ਦੇ ਰਿਟਾਇਰਡ ਪ੍ਰਿੰਸੀਪਲ ਨੇ ਪ੍ਰੋਫੈਸਰ ਸੁਰਿੰਦਰਬੀਰ ਸਿੰਘ ਜੀ, ਉਹਨੂੰ ਹੈਡ ਕਰ ਰਹੇ ਨੇ। ਸੋ ਜਿਹੜੇ ਬੱਚੇ ਇਸ ਵੇਲੇ +2 ਦੇ ਵਿੱਚ ਨੇ, ਮੈਟ੍ਰਿਕ ਦੇ ਵਿੱਚ ਨੇ, ਉਹਨਾਂ ਨਾਲ ਗੱਲਬਾਤ ਕਰਕੇ ਉਹਨਾਂ ਦੀ ਕਾਬਲੀਅਤ ਨੂੰ, ਉਹਨਾਂ ਦੀ ਜਿਹੜੀਆਂ ਉਹਨਾਂ ਦੀਆਂ ਆਪਣੀ ਸਮਰੱਥਾ ਹੈ ਜਾਂ ਉਹਨਾਂ ਦੇ ਇੰਟਰਸਟ ਨੇ, ਉਹਨੂੰ ਵਾਚ ਕਰਕੇ ਡਾਇਰੈਕਸ਼ਨ ਦੇਣੀ। ਸੋ ਆ ਹੁਣੇ ਮੈਂ ਦੇਖ ਰਿਹਾ ਸੀ ਫੇਸਬੁੱਕ ਤੇ ਕਿਸੇ ਨੇ ਸ਼ਾਇਦ ਸਿਮਰਨ ਕੌਰ ਚੜ੍ਹਦੀ ਕਲਾ ਲਿਖਿਆ, ਉਹਨਾਂ ਨੇ ਇੱਕ ਸਵਾਲ ਪੁੱਛਿਆ ਹੈ, please can the Atam Prakash team also play an active part in bringing families back together? So many brothers fought to become Udud ki likha, thus dividing their land, yet doubling, tripling their cost with 2-3 tractors, tubers, laborers, household। मैं ਤੁਹਾਨੂੰ ਇੱਕ ਕੇਸ ਸਟੱਡੀ ਦੱਸਦਾ ਇਹਦੇ ਵਿੱਚ। ਆਪਣੇ ਨਾਲ ਜਸਵੰਤ ਸਿੰਘ ਜੀ ਜੁੜੇ ਹੋਏ ਨੇ, ਇਹਨਾਂ ਦੇ ਕਾਲਜ ਦੇ ਇੱਕ ਸ਼ਰਮਾ ਜੀ ਪ੍ਰੋਫੈਸਰ ਨੇ, ਤੇ ਅਸੀਂ ਉਹਨਾਂ ਨੂੰ ਇੱਕ ਫੈਮਿਲੀ ਦਿੱਤੀ ਐਜ਼ ਏ ਕੋਆਰਡੀਨੇਟਰ। ਇਹਨਾਂ ਨੇ ਸਾਨੂੰ 20-25 ਕੋਆਰਡੀਨੇਟਰ ਦਿੱਤੇ ਨੇ ਜਸਵੰਤ ਸਿੰਘ ਜੀ ਨੇ ਆਪਣੇ ਕਾਲਜ ਵਿੱਚੋਂ। ਉਹਨਾਂ ਦੇ ਟੀਚਰਸ ਜਿਵੇਂ ਹੁਣ ਫੀਲਡ ਸਾਰੇ ਪਾਸੇ ਵਿਜ਼ਿਟ ਕਰ ਰਹੇ ਨੇ। ਇੱਕ ਫੈਮਿਲੀ ਨੂੰ ਅਸੀਂ ਸਪੋਰਟ ਕਰਨੀ ਸੀਗੀ, ਉਹ 2 ਪਰਿਵਾਰ ਵੰਡੇ ਹੋਏ ਸੀ, ਤੇ ਇੱਕ ਚਾਹੁੰਦਾ ਸੀ ਫੈਮਿਲੀ, ਇੱਕ ਬ੍ਰਦਰ ਵੀ ਮੈਨੂੰ ਵੱਧ ਮਿਲ ਜਾਵੇ, ਦੂਜਾ ਕਹਿੰਦਾ ਸੀ ਮੈਨੂੰ ਵੱਧ ਮਿਲ ਜਾਵੇ, ਜਿੱਦਾਂ ਆਮ ਹੁੰਦਾ। ਉਹ ਸ਼ਰਮਾ ਜੀ ਨੇ ਕਿੰਨਾ ਸੋਹਣਾ ਐਕਟ ਕੀਤਾ, ਉਹ ਕਹਿੰਦੇ ਤੁਹਾਨੂੰ ਦੋਨਾਂ ਚੋਂ ਕਿਸੇ ਨੂੰ ਨਹੀਂ ਮਿਲਣਾ, ਵੀ ਮਿਲੂਗਾ ਤਾਂ ਜਿਹੜੀ ਘਰ ਦੇ ਵਿਚਾਲੇ ਕੰਧ ਪਾਈ ਇਹਨੂੰ ਢਾ ਲਓ ਤੇ ਦੋਨੋਂ ਇੱਕ ਹੋ ਜਾਓ ਤੇ ਆਪਣੇ ਖਰਚੇ ਘਟਾਓ। ਤੇ ਉਹਨਾਂ ਨੇ ਫਿਰ ਪਰਿਵਾਰ ਵਿੱਚ ਗੱਲਬਾਤ ਕੀਤੀ, ਤੇ ਹੌਲੀ ਹੌਲੀ ਰਾਣੀ ਸ਼ਰਮਾ ਜੀ ਨੇ ਜਾ ਕੇ ਉਹਨਾਂ ਨੂੰ ਕਾਉਂਸਲਿੰਗ ਕੀਤੀ। ਉਹ ਉਹਨਾਂ ਦੀਆਂ ਗੱਲਬਾਤ ਹੁੰਦੀ ਉਹ ਇੱਕ ਦਿਨ ਦੱਸਦੇ, ਕਹਿੰਦੇ ਕਾਲਜ ਮੇਰੇ ਕੋਲੇ ਆ ਕੇ ਦੋਨੋਂ ਇਕੱਠੇ ਹੋ ਗਏ, ਕੰਧ ਢਾਤੀ ਤੇ ਅਸੀਂ ਹੁਣ ਇਕੱਠੇ ਮਤਲਬ ਕਿ ਪਰਿਵਾਰ ਚ ਰਲ ਕੇ ਰਵਾਂਗੇ। ਕਿਉਂਕਿ ਦਿਸ ਇਜ਼ ਵਨ ਕੇਸ ਸਟੱਡੀ ਕਿ ਸਾਡੇ ਕੋਆਰਡੀਨੇਟਰਸ ਨੂੰ ਅਸੀਂ ਇਸ ਤਰ੍ਹਾਂ ਪ੍ਰੇਰਿਤ ਕਰਦੇ ਹਾਂ ਕਿ ਪਰਿਵਾਰਾਂ ਚ ਮਿਲਵਰਤਨ ਲਿਆਓ, ਹਨਾ। ਐਵੇਂ ਆਪਾਂ 2-2 ਕਿੱਲਿਆਂ ਦੇ ਲਈ ਅਲੱਗ-ਅਲੱਗ ਟਰੈਕਟਰ ਰੱਖੀ ਬੈਠੇ ਆ। ਸਗੋਂ ਅਸੀਂ ਤਾਂ ਪਰਿਵਾਰਾਂ ਤੋਂ ਵੀ ਅੱਗੇ ਜਾਣ ਦੀ ਕੋਸ਼ਿਸ਼ ਕਰਾਂਗੇ। ਇਹ ਹੁਣ ਜਿਹੜੀ ਇਸ ਵੇਲੇ ਡਾਕਟਰ ਸਾਹਿਬ ਇੱਕ ਮਿੰਟ, ਇਹ ਮੈਂ ਤੁਹਾਨੂੰ ਉੱਥੇ ਵੀ ਯਾਦ ਕਰਾਉਣਾ ਵੀ ਜਦੋਂ ਸਭ ਤੋਂ ਪਹਿਲੀ ਫੈਮਿਲੀ ਚ ਆਪਾਂ ਬਲਦਪੁਰ ਗਏ ਸੀ, ਉੱਥੇ ਵੀ ਉਹਨਾਂ ਚ ਡਿਸਪਿਊਟ ਸੀ। ਹਾਂਜੀ ਤੇ ਇਸ ਲਈ ਉਹਨਾਂ ਨੂੰ ਪੰਜਾਬ ਗਵਰਨਮੈਂਟ ਵੱਲੋਂ ਜਿਹੜਾ 5 ਲੱਖ ਰੁਪਏ ਮਿਲਣਾ ਸੀ, ਇਸ ਲਈ ਉਹਨਾਂ ਨੂੰ ਮਿਲ ਨਹੀਂ ਸਕਿਆ। ਤੇ ਆਪਾਂ ਡਿਸਾਈਡ ਕੀਤਾ ਸੀ ਵੀ ਇਹ ਫਿਰ ਪੰਚਾਇਤ ਨੂੰ ਬੁਲਾਇਆ, ਤੇ ਪੰਚਾਇਤ ਨੂੰ ਆਪਾਂ ਡਿਊਟੀ ਲਾ ਕੇ ਆਏ ਸੀ ਕਿ ਇਹਦੇ ਫੈਮਿਲੀ ਦਾ ਡਿਸਪਿਊਟ ਵੀ ਆਪਾਂ ਇੰਟਰਫੀਰੈਂਸ ਡਿਸਪਿਊਟ ਚ ਨਾ ਕਰੋ, ਵੀ ਪੰਚਾਇਤ ਲੈਵਲ ਤੇ ਇਹਨਾਂ ਦਾ ਹੱਲ ਹੋਣ ਦਿਓ। ਫਿਰ ਪੰਚਾਇਤ ਨੂੰ ਆਪਾਂ ਡਿਊਟੀ ਲਾ ਕੇ ਆਏ, ਇਹ ਹਫ਼ਤੇ ਬਾਅਦ ਪੰਚਾਇਤ ਨੇ ਉਹਨਾਂ ਦਾ ਡਿਸਪਿਊਟ ਮਤਲਬ ਕਿ ਸੋਲਵ ਕਰਤਾ, ਤੇ ਉਸ ਤੋਂ ਬਾਅਦ ਉਹਨਾਂ ਨੂੰ ਉਹ 5 ਲੱਖ ਦੀ ਗ੍ਰਾਂਟ ਮਿਲ ਗਈ। ਸੋ ਇਹ ਸਾਰੇ ਕੰਮ ਜੋ ਤੁਹਾਡੇ ਮਨ ਵਿੱਚ ਆ ਸਕਦਾ ਨਾ ਆਡੀਅנס ਦੇ, ਉਹ ਭਾਵੇਂ ਅਸੀਂ ਗੱਲਾਂ ਬਾਤਾਂ ਕੋਈ ਪੁਆਇੰਟ ਮਿਸ ਕਰ ਗਏ ਹੋਈਏ, ਬਟ ਵੀ ਆਰ ਟੇਕਿੰਗ ਕੇਅਰ ਆਫ ਆਲ ਦੋਜ਼। ਕਿਉਂਕਿ ਸਾਡਾ ਪਰਪਸ ਇਹ ਨਹੀਂਗਾ ਇੱਕ ਵਾਰੀ ਦੌਰਾ ਕਰਕੇ ਲੱਖ ਰੁਪਇਆ 2 ਲੱਖ ਹੱਥ ਫੜਾ ਕੇ ਵਾਪਸ, ਨਹੀਂ। ਅਸੀਂ ਸੁਸਾਇਟੀ ਨੂੰ ਖੜਾ ਕਰਨਾ ਚਾਹੁੰਦੇ ਹਾਂ। ਸਿਰਫ ਇਹਨਾਂ ਪਰਿਵਾਰਾਂ ਦੀ ਸੈਲਫ ਰਿਲਾਇੰਸ ਨਹੀਂ, ਸੁਸਾਇਟੀ ਦੀ ਸੈਲਫ ਰਿਲਾਇੰਸ ਬਹੁਤ ਇੰਪੋਰਟੈਂਟ ਹੈ, ਤੇ ਅਸੀਂ ਬਹੁਤ ਸਿੰਸੀਅਰਲੀ ਇਹਦੇ ਤੇ ਕੰਮ ਕਰ ਰਹੇ ਹਾਂ। ਤੇ ਸਾਨੂੰ ਖੁਸ਼ੀ ਹੈ ਕਿ ਸਾਨੂੰ ਤੁਹਾਡੇ ਵਰਗੇ ਸੱਜਣਾਂ ਦਾ ਸਹਿਯੋਗ ਵੀ ਬਹੁਤ ਮਿਲ ਰਿਹਾ। ਤੁਸੀਂ ਹੁਣ ਡੋਨੇਸ਼ਨ ਦੀ ਗੱਲ ਕੀਤੀ ਹੈ, ਵੀ ਮਤਲਬ ਕਿ ਮੇਰੀ ਸਾਰੀ ਟੀਮ ਨੂੰ ਪਤਾ ਇਸ ਗੱਲ ਦਾ ਕਿ ਅਸੀਂ ਪੈਸੇ ਇਕੱਠੇ ਕਰਨ ਵੱਲ ਤਾਂ ਜਾ ਹੀ ਨਹੀਂ ਸਕੇ, ਸਾਨੂੰ ਟਾਈਮ ਹੀ ਨਹੀਂ ਲੱਗਿਆ।
ਸਾਨੂੰ ਜੇ ਅੱਜ 40 ਲੱਖ ਰੁਪਏ ਡੋਨਰਸ ਨੇ ਦੇ ਦਿੱਤਾ ਨਾ, ਤੇ ਸਾਡੇ ਚੋਂ ਕਿਸੇ ਮੈਂਬਰ ਨੇ ਕੋਈ ਫੰਡ ਰੇਜ਼ਿੰਗ ਦੀ ਕੰਪੇਨ ਨਹੀਂ ਚਲਾਈ, ਕੁਛ ਨਹੀਂ ਚਲਾਇਆ। ਜਿੱਦਣ ਅਸੀਂ ਇਹ ਕੰਮ ਆਰੰਭ ਕੀਤਾ ਸੀ, ਸਾਡੀ ਟੀਮ ਸੋਚਦੀ ਸੀ ਤਾਂ ਕੰਮ ਬੜਾ ਵੱਡਾ ਪੈਸਾ ਆਊਗਾ ਕਿੱਥੋਂ, ਤੇ ਅਸੀਂ ਪਰ ਪ੍ਰਮਾਤਮਾ ਦੇ ਭਰੋਸਾ ਰੱਖ ਕੇ ਕੰਮ ਸ਼ੁਰੂ ਕਰ ਦਿੱਤਾ। ਤੇ ਸਾਨੂੰ ਕੰਮ ਵਿੱਚੋਂ ਹੀ ਨਹੀਂ ਵੇਲ ਮਿਲ ਰਿਹਾ, ਪਰਿਵਾਰਾਂ ਨੂੰ ਜਾਣਾ, ਰਿਵਿਊ ਕਰਨਾ, ਬੱਚਿਆਂ ਦਾ ਦਾਖਲਾ ਕਰਾਉਣਾ, ਘਰ ਦੀ ਕੰਸਟਰਕਸ਼ਨ ਕਰਾਉਣੀ, ਤੇ ਪੈਸੇ ਜਿਹੜੇ 40 ਲੱਖ ਆਏ ਨੇ, ਅਸੀਂ ਮਤਲਬ ਕਿ ਇਸ ਗੱਲ ਨੂੰ ਪ੍ਰਵਾਨ ਕਰਦੇ ਹਾਂ ਕਿ ਅਸੀਂ ਕੋਈ ਉਦਮ ਨਹੀਂ ਕੀਤਾ ਇਹਨੂੰ ਇਕੱਠਿਆ ਕਰਨ ਦੇ ਲਈ। ਇਹ ਲੋਕੀ ਵੇਖ ਰਹੇ ਨੇ ਵੀ ਅਸੀਂ ਕਿਸ ਸਿੰਸੈਰਿਟੀ ਨਾਲ ਕਰ ਰਹੇ ਹਾਂ, ਉਹ ਉਦਾਂ ਹੀ ਸਹਿਯੋਗ ਆ ਰਿਹਾ। ਹੁਣ ਤੁਹਾਨੂੰ ਤੁਸੀਂ ਨੋਟਿਸ ਕੀਤਾ, ਤੁਸੀਂ ਸਾਨੂੰ ਮੰਥਲੀ ਸਹਿਯੋਗ ਕਰਨ ਲਈ ਬੜੀ ਵੱਡੀ ਮੂਵਮੈਂਟ ਖੜੀ ਕਰਨੀ ਚਾਹੁੰਦੇ ਹੋ ਕਿ 10,000 ਮੈਂਬਰ ਤੁਹਾਡੇ ਨਾਲ ਜੁੜੇ ਨੇ, ਕੋਈ 25-30 ਪਾਉਂਡ ਡਾਲਰ ਪਾਉਣਗੇ ਤਾਂ ਵੀ ਸਾਡਾ ਇਹ ਇਕੱਠਾ ਹੋ ਜਾਊਗਾ। ਸੋ ਇਹ ਅਸੀਂ ਸਮਝਦੇ ਹਾਂ ਵੀ ਸੋਸਾਇਟੀ ਵਿੱਚ ਤੁਹਾਡੇ ਵਰਗੇ ਲੋਕ ਹੈਗੇ ਨੇ ਜਿਹੜੇ ਚੰਗੇ ਕੰਮ ਨੂੰ ਵੇਖਦੇ ਨੇ, ਆਪਣਾ ਕੰਟਰੀਬਿਊਟ ਕਰ ਦਿੰਦੇ ਨੇ। ਉਹ ਜਦੋਂ ਸਾਰੀ ਚੀਜ਼ ਪੂਲ ਹੁੰਦੀ ਹੈ ਫਿਰ ਸਮਾਜ ਦਾ ਵੱਡਾ ਭਲਾ ਹੋ ਜਾਂਦਾ। ਸੋ ਇਹ ਸਾਰਾ ਕਾਰਜ ਜਿਹੜਾ ਤੁਸੀਂ ਅੱਜ ਆਪਣੇ ਪਲੇਟਫਾਰਮ ਤੇ ਉਹ ਕੀਤਾ ਹੈ ਯਤਨ, ਅਸੀਂ ਤੁਹਾਡੇ ਧੰਨਵਾਦੀ ਹਾਂ। ਤੇ ਅਸੀਂ ਤੁਹਾਨੂੰ ਇੰਸ਼ੋਰ ਕਰਾਉਂਦੇ ਹਾਂ ਕਿ ਤੁਹਾਡੇ ਮਨ 'ਚ ਜੋ ਕੁਝ ਵੀ ਆਵੇਗਾ, ਸਾਡੀ ਟੀਮ ਆਲਰੇਡੀ ਉਹਨੂੰ ਯਤਨ ਕਰ ਰਹੀ ਹੋਵੇਗੀ, ਨਹੀਂ ਤਾਂ ਅਸੀਂ ਉਹਨੂੰ ਜੋ ਤੁਹਾਡਾ ਸੁਜੈਸ਼ਨ ਹੋਵੇਗਾ ਅਸੀਂ ਉਹਨੂੰ ਮਤਲਬ ਕਿ ਲੈਟਰ ਐਂਡ ਸਪਿਰਿਟ ਇੰਪਲੀਮੈਂਟ ਕਰਨ ਦੀ ਆਪਣੀ ਪੂਰੀ ਵਾਹ ਲਾ ਦੇਵਾਂਗੇ। ਪਰ ਆਪਾਂ ਇੱਕ ਕਾਫਲਾ ਬਣਾ ਲਈਏ ਤੇ ਇਹ ਸਿਰਫ ਇਹਨਾਂ ਕਿਸਾਨਾਂ ਨੂੰ ਸੰਭਾਲਣ ਦੀ ਗੱਲ ਨਹੀਂ, ਥੱਲੇ ਬਹੁਤ ਕੁਝ ਕਰਨ ਵਾਲਾ ਪਿਆ। ਸਮਾਜ ਵਿੱਚ ਗੰਦ ਇੰਨਾ ਹੈਗਾ ਜਿਹਦੀ ਸਫਾਈ ਕਰਨ ਦੇ ਲਈ ਇੱਕ ਬਹੁਤ ਵੱਡਾ ਕਾਫਲਾ ਚਾਹੀਦਾ। ਸੋ ਆਤਮ ਪ੍ਰਕਾਸ਼ ਦਾ ਟੋਟਲ ਵਿਜ਼ਨ ਹੈ ਨਾ, ਅਸੀਂ ਸੁਸਾਇਟੀ ਦੀ ਪ੍ਰੋਸਪੈਰਿਟੀ ਚਾਹੁੰਦੇ ਹਾਂ, ਅਸੀਂ ਸੁਸਾਇਟੀ ਵਿੱਚ ਪਿਆਰ, ਇਤਫਾਕ, ਭਰੋਸਾ ਚਾਹੁੰਦੇ ਹਾਂ। ਅਸੀਂ ਇਹ ਚਾਹੁੰਦੇ ਹਾਂ, ਤੁਸੀਂ ਅੱਜ ਮੈਡਮ ਜੀ ਸਿਮਰਨ ਜੀ UK ਤੋਂ ਗੱਲ ਕਰ ਰਹੇ ਨੇ, ਤੁਹਾਨੂੰ ਮਜਬੂਰ ਕਰਦੀ ਹੈ ਪੰਜਾਬ ਆਉਣ ਲਈ ਕਿ ਛੱਡ ਕੇ ਇੰਗਲੈਂਡ ਛੱਡ ਇੱਥੇ ਕੀ ਧਰਿਆ ਪਿਆ। ਸੋ ਅਸੀਂ ਉਹ ਜਿਹਾ ਪੰਜਾਬ ਸਿਰਜਣਾ ਚਾਹੁੰਦੇ ਹਾਂ ਕਿ ਤੁਸੀਂ ਮਹਿਸੂਸ ਕਰੋ ਕਿ ਅਸੀਂ ਗਲਤੀ ਕੀਤੀ ਇੰਗਲੈਂਡ ਆ ਕੇ। ਬਿਲਕੁਲ ਜੀ, ਮੇਰਾ ਤਾਂ ਵਿਜ਼ਨ ਹੈ ਜੀ, ਦਿਸ ਇਜ਼ ਦ ਅਲਟੀਮੇਟ ਟਾਰਗੇਟ ਆਫ ਆਤਮ ਪ੍ਰਕਾਸ਼ ਕਿ ਅਸੀਂ ਪੰਜਾਬ ਨੂੰ ਉਸ ਲੈਵਲ ਤੇ ਖੜਾ ਕਰ ਦਈਏ ਤੇ ਵਿਦੇਸ਼ਾਂ ਜਾਂ ਡਾਇਸਪੋਰਾ ਬੈਠਾ ਨਾ ਉਹ ਪਛਤਾਵੇ ਅਸੀਂ ਪੰਜਾਬ ਛੱਡ ਕੇ ਇੱਥੋਂ ਚਲੇ ਗਏ। ਸੋ ਵੀ ਆਰ ਵਰਕਿੰਗ ਇਨ ਦੈਟ ਸਪਿਰਿਟ। ਸਾਨੂੰ ਤੁਹਾਡਾ ਪਿਆਰ, ਤੁਹਾਡਾ ਅਸੀਸਾਂ, ਹੌਸਲਾ ਮਿਲੇਗਾ, ਅਸੀਂ ਇਹ ਮਿਸ਼ਨ ਵਿੱਚ ਜ਼ਰੂਰ ਕਾਮਯਾਬੀ ਹਾਸਲ ਕਰਾਂਗੇ। ਥੈਂਕ ਯੂ ਸਰ। ਮੇਰਾ ਰਿਵਰਸ ਮਾਈਗ੍ਰੇਸ਼ਨ ਸ਼ੁਰੂ ਹੋਣ ਵਾਲੀ ਹੈ। ਬਹੁਤ ਇੱਕ ਸਵਾਲ ਉੱਠਿਆ ਹੈ ਐਕਚੁਅਲੀ, ਮੈਂ ਤੁਹਾਨੂੰ ਇਹ ਦੱਸਾਂ ਕਿ ਜਿਹੜੀ ਇੱਕ ਆਪਣੇ ਦੇਸ਼ ਦੀ ਜਿਹੜੀ ਤਾਂਘ ਹੈ ਉਹ ਇੰਨੀ ਜ਼ਿਆਦਾ ਹੈ ਸਾਡੇ ਵਰਗੇ ਲੋਕਾਂ 'ਚ ਇੱਥੇ ਬੈਠਿਆਂ ਕਿ ਸਾਡਾ ਜੀ ਕਰਦਾ ਹੈ ਕਿ ਅਸੀਂ ਬਾਰਡਰਾਂ ਤੇ ਜਾ ਕੇ ਬੈਠੀਏ ਸਾਰਿਆਂ ਦੇ ਨਾਲ। ਸੋ ਸਾਡਾ ਜੀ ਇਹ ਕਰਦਾ ਕਿ ਅਸੀਂ ਬਾਰਡਰਾਂ ਤੇ ਬੈਠਣ ਦੀ ਸਮੱਸਿਆ ਹੀ ਹੱਲ ਕਰੀਏ। ਅਸੀਂ ਕਦੋਂ ਤੱਕ ਬਾਰਡਰਾਂ ਤੇ ਬੈਠੇ ਰਵਾਂਗੇ? ਅਸੀਂ ਕੁਝ ਏਦਾਂ ਦਾ ਕਰੀਏ ਕਿ ਦਿਨ ਹੀ ਨਾ ਦੇਖਣੇ ਪੈਣ ਬਾਰਡਰਾਂ ਤੇ ਦੇਖਣ ਵਾਲੇ। ਬਿਲਕੁਲ। ਇੱਕ ਸਵਾਲ ਆਇਆ ਜੀ ਆਪਣੇ ਕੋਲ, ਡਾਕਟਰ ਪ੍ਰਿਥੀਪਾਲ ਸਿੰਘ ਢਿੱਲੋਂ ਨੇ, ਉਹਨਾਂ ਨੇ ਸਵਾਲ ਪੁੱਛਿਆ, ਮਾਈ ਕੁਐਸਚਨ ਇਜ਼ ਡੂ ਦੇ ਇਨਵੋਲਵ ਦ ਪੰਚਾਇਤ ਮੈਂਬਰਸ? ਬਿਲਕੁਲ ਜੀ, ਜਦੋਂ ਅਸੀਂ ਆਪਣਾ ਰਿਵਿਊ ਫਾਰਮ ਭਰਦੇ ਹਾਂ ਜੀ, ਉਹਦੇ ਵਿੱਚ ਕੀ ਹੁੰਦਾ ਹੈ ਵੀ ਅਸੀਂ ਪਿੰਡ ਦੇ ਵਿੱਚੋਂ ਘੱਟੋ ਘੱਟ 2 ਮੋਹਤਵਾਰਾਂ ਤੋਂ ਉਹ ਜੋ ਵੀ ਜਾਣਕਾਰੀ ਇਕੱਠੀ ਕਰਨ ਤੋਂ ਬਾਅਦ ਅਟੈਸਟ ਕਰਾਉਣੀ ਹੁੰਦੀ ਹੈ। ਉਹਦੇ ਵਿੱਚ ਇੱਕ ਬੰਦਾ ਪੰਚਾਇਤ ਦਾ ਮੁਖੀ ਹੁੰਦਾ ਜਾਂ ਪੰਚਾਇਤ ਦਾ ਕੋਈ ਮੈਂਬਰ ਹੁੰਦਾ, ਤੇ ਇੱਕ ਬੰਦਾ ਕੋਈ ਵੀ ਅਨਨੋਨ ਹੁੰਦਾ, ਕਿਉਂਕਿ ਪੰਚਾਇਤਾਂ ਵਿੱਚ ਕਈ ਵਾਰੀ ਪੋਲੀਟੀਕਲ ਪਾਰਟੀਆਂ ਜੁੜੀਆਂ ਹੁੰਦੀਆਂ ਨੇ। ਉਹ ਜੇ ਕਿਸਾਨ ਦੂਜੀ ਪਾਰਟੀ ਨਾਲ ਜੁੜਿਆ ਉਹਨੂੰ ਫਿਰ ਐਕਨੋਲੇਜ ਨਹੀਂ ਕਰਦੀਆਂ। ਸਾਨੂੰ ਇਦਾਂ ਵੀ ਮਹਿਸੂਸ ਹੁੰਦਾ। ਫਿਰ ਉਸ ਚੀਜ਼ ਨੂੰ ਅਨਬਾਇਸ ਐਂਡ ਫੇਅਰ ਕਰਨ ਦੇ ਲਈ ਅਸੀਂ ਫਿਰ ਪਿੰਡ ਦੀ ਪੰਚਾਇਤ ਦਾ ਇੱਕ ਨੁਮਾਇੰਦਾ ਲੈਂਦੇ ਹਾਂ ਤੇ ਇੱਕ ਅਸੀਂ ਪੰਚਾਇਤ ਤੋਂ ਬਾਹਰੋਂ ਕੋਈ ਵੀ ਹੋਰ ਰੈਂਡਮਲੀ ਲੈ ਲੈਂਦੇ ਹਾਂ, ਤਾਂ ਕਿ ਸਾਨੂੰ ਇਹ ਸੈਟਿਸਫਾਈ ਹੋ ਜਾਵੇ ਜੋ ਸਾਨੂੰ ਪਰਿਵਾਰ ਨੇ ਜਾਣਕਾਰੀ ਦਿੱਤੀ ਹੈ ਉਹ ਵਾਕਈ ਤਸਦੀਕ ਹੋ ਗਈ ਹੈ ਤੇ ਠੀਕ ਹੈ ਜੀ। ਇੱਕ ਹੋਰ ਸਵਾਲ ਆਇਆ ਜੀ, ਆਪਣੀ ਡਿਸਕਸ਼ਨ ਬਹੁਤ ਇੰਨੀ ਵਧੀਆ ਜਾ ਰਹੀ ਹੈ, ਲੋਕੀ ਬਹੁਤ ਜੁੜੇ ਹੋਏ ਨੇ ਆਪਣੇ ਨਾਲ। ਸੋ ਆਈ ਐਮ ਰੀਅਲੀ ਪਲੀਜ਼ਡ। ਉਹਨਾਂ ਨੇ ਲਿਖਿਆ, ਸੋਨਲ ਸੰਗੇੜਾ ਨੇ, ਬਾਹਰ ਹੀ ਰਹਿੰਦੇ ਨੇ, ਉਹਨਾਂ ਨੇ ਲਿਖਿਆ, ਕੈਨ ਵੀ ਗੈਟ ਇਨ ਟੱਚ ਵਿਦ ਫੈਮਿਲੀਜ਼ on a regular basis for mentoring and consulting with them, like adopt a family? ਸਾਨੂੰ ਬਹੁਤ ਖੁਸ਼ੀ ਹੋਵੇਗੀ ਜੀ। ਸਾਰੀਆਂ ਫੈਮਿਲੀ ਜਿਹੜੀਆਂ ਅਸੀਂ ਅਸੈਸ ਕਰ ਰਹੇ ਹਾਂ ਸਾਡੀ ਵੈਬਸਾਈਟ ਤੇ ਪਈਆਂ ਨੇ, ਤੇ ਸੋਨਲ ਸੰਗੇੜਾ ਜੀ ਨੂੰ ਬੇਨਤੀ ਹੈ ਵੀ ਸਾਰੇ ਕਿਸਾਨਾਂ ਨੂੰ ਦੇਖ ਲੈਣ, ਵਿਜ਼ਿਟ ਕਰ ਲੈਣ। ਜਿਹੜੀ ਫੈਮਿਲੀ ਨੂੰ ਅਡਾਪਟ ਕਰਨਾ ਚਾਹੁੰਦੇ ਨੇ ਅਸੀਂ ਉਹਨਾਂ ਨੂੰ ਹੀ ਉਸ ਫੈਮਿਲੀ ਦੇ ਕੋਆਰਡੀਨੇਟਰ ਬਣਾ ਦੇਵਾਂਗੇ। ਤੇ ਉਸ ਤੋਂ ਬਾਅਦ ਉਹ once Sonal Sangheda ji is the coordinator of any family, he can see all the details of that family. Otherwise ਤਾਂ ਉੱਥੇ ਅਸੀਂ ਬਾਹਰ ਸਾਰੀ ਬਰੀਫ ਜਾਣਕਾਰੀ ਦੇ ਰਹੇ ਹਾਂ, ਪਰ ਜਦੋਂ ਉਹਨੂੰ ਕੋਆਰਡੀਨੇਟਰ ਬਣਾਤਾ ਫਿਰ ਕਿੰਨੇ ਬੱਚੇ ਨੇ, ਕਿੰਨੀ ਉਮਰ ਹੈ, ਕਿਹੜੀ ਕਲਾਸ ਪੜ੍ਹਦੇ ਨੇ, ਕਿੰਨਾ ਕਰਜ਼ਾ ਆਇਆ, ਉਹ ਸਾਰਾ ਉਹਨਾਂ ਨੂੰ ਮਿਲ ਜਾਵੇਗਾ। ਤੇ ਉਹ ਉਹਦੇ ਮਾਸਟਰ ਬਣ ਕੇ, ਉਹਦੇ ਮੈਂਟਰ ਬਣ ਕੇ, ਉਹਦੇ ਕੋਆਰਡੀਨੇਟਰ ਬਣ ਕੇ ਉਹ ਫੈਮਿਲੀਜ਼ ਨੂੰ, ਉਸ ਫੈਮਿਲੀ ਨੂੰ ਉਹ 2 ਲੈਣ, 4 ਲੈਣ, 5 ਲੈਣ, ਜਿੰਨੀਆਂ ਮਰਜ਼ੀ ਫੈਮਿਲੀ
ਲੈਣ ਤੇ ਉਹ ਡਾਇਰੈਕਟਲੀ ਉਹਨਾਂ ਫੈਮਲੀਜ਼ ਨੂੰ। ਅਸੀਂ ਤਾਂ ਜੀ ਇੱਕ ਕਹਿ ਲਓ ਪੁਲ ਦਾ ਕੰਮ ਕਰ ਰਹੇ ਹਾਂ, ਅਸੀਂ ਇਹ ਚੋਂ ਕੁਝ ਨਹੀਂ ਹੈਗਾ ਵੀ ਅਸੀਂ ਆਪਣਾ ਬਿੱਲਾ ਲਾਉਣਾ ਹੈ। ਅਸੀਂ ਤਾਂ ਆਪਣੀ ਵੈਬਸਾਈਟ ਤੇ ਲਿਖੀ ਜਾ ਰਹੇ ਹਾਂ, ਇਸ ਪਰਿਵਾਰ ਨੂੰ SGPC ਨੇ ਇੰਨਾ ਦੇਤਾ, ਅਕਾਲ ਕਾਲਜ ਨੇ ਇੰਨਾ ਦੇਤਾ, ਪੰਜਾਬ ਸਰਕਾਰ ਨੇ ਇੰਨਾ ਦੇਤਾ, NRI ਨੇ ਜੋ ਦਿੱਤਾ, ਅਸੀਂ ਉਹ ਸੋਨਲ ਸੰਘੇੜਾ ਜੀ ਦਾ ਨਾਮ ਉੱਥੇ ਮੈਂਸ਼ਨ ਕਰ ਦੇਵਾਂਗੇ ਐਂਡ ਹੀ ਕੈਨ take over any number of families as per their capability or ਉਹਨਾਂ ਦੀ ਯਥਾਸ਼ਕ ਸਮਰੱਥਾ ਜਿਵੇਂ I mean ਜਿੰਨਾ ਆਪਾਂ ਜਿਹੜੀ ਤੁਹਾਡੀ ਵੈਬਸਾਈਟ ਹੈ I think ਕਿ ਜਿੰਨੇ ਆਪਣੇ ਸਾਡੇ ਵਰਗੇ ਲੋਕ ਬਾਹਰ ਬੈਠੇ ਨੇ we can volunteer as mentors and counselors ਕਿਉਂਕਿ ਕਾਫੀ ਆਪਣੇ ਚੋਂ ਇਸ ਤਰ੍ਹਾਂ ਦੇ ਲੋਕ ਨੇ, ਸਾਡੇ ਗਰੁੱਪ 'ਚ ਹੀ ਇਸ ਤਰ੍ਹਾਂ ਦੇ ਲੋਕ ਨੇ who are teachers, who are career counselors। so ਮੇਰੀ ਅੱਜ ਸਾਰਿਆਂ ਨੂੰ ਬੇਨਤੀ ਹੈ ਕਿ ਪਲੀਜ਼ ਜਸਟ ਗੋ ਔਨ ਟੂ ਦ ਵੈਬਸਾਈਟ, ਵੋਲੰਟੀਅਰ। ਜੇ ਇੱਕਦਮ ਆਪਾਂ ਜਾ ਨਹੀਂ ਸਕਦੇ ਇਸ ਵੇਲੇ ਇੰਡੀਆ ਕਿਉਂਕਿ ਓਬਵੀਅਸਲੀ ਹਾਲਾਤ ਇਸ ਤਰ੍ਹਾਂ ਦੇ ਨੇ, ਬਟ ਜਸਟ ਔਨ ਟੂ ਦ ਵੈਬਸਾਈਟ, ਵੋਲੰਟੀਅਰ ਤੇ ਤੁਹਾਡੇ ਨਾਲ ਸੰਪਰਕ ਕਰਕੇ ਅਸੀਂ ਇਹ ਅੱਜ ਆਪਣਾ ਇੱਕ ਸਟਾਰਟ ਤਾਂ ਕਰੀਏ ਇਹ ਜਿਹੜਾ ਕੰਮ ਹੈਗਾ। ਐਗਜ਼ੈਕਟਲੀ। ਦੇਖੋ ਤੁਹਾਡੇ ਕੋਲ 10,000 ਮੈਂਬਰ ਨੇ, ਜੇ 500 ਫੈਮਲੀਜ਼ ਨੇ, ਹੈਨਾ, 5 ਰਲ ਕੇ ਵੀ ਇੱਕ ਪਰਿਵਾਰ ਚੱਕ ਲੈਣਾ ਤੇ ਕੁਝ ਵੀ ਨਹੀਂ ਹੈਗਾ। ਬਿਲਕੁਲ ਬਿਲਕੁਲ ਵੀ ਕੈਨ ਡੂ ਵੰਡਰਸ ਹੈ ਨਾ, ਕਿਉਂਕਿ ਤੁਹਾਡੀ ਇੱਕ ਜਿਹੜੀ ਪਲੇਟਫਾਰਮ ਹੈ, ਯੂ ਆਰ ਪ੍ਰੋਵਾਈਡਿੰਗ ਅਸ ਵਿਦ ਦ ਸਟਰਕਚਰ, ਵਿਦ ਦ ਇਨਫਰਾਸਟਰਕਚਰ, ਦ ਆਰਗੇਨਾਈਜੇਸ਼ਨ ਐਂਡ ਦ ਕੋਆਰਡੀਨੇਸ਼ਨ। ਅਸੀਂ ਉਹਨੂੰ ਐਡ ਕਰਕੇ ਅਸੀਂ ਜੋ ਆਪਣੀ ਸਕਿੱਲ ਸੈਟ ਨੇ ਵੀ ਕੈਨ ਐਡ ਐਂਡ ਰਲ ਮਿਲ ਕੇ, ਜਿਵੇਂ ਤੁਸੀਂ ਅੱਗੇ ਵੀ ਕਿਹਾ ਕਿ ਇੱਕ collective effort ਜਿਹੜਾ ਹੈ ਉਹੀ ਕੰਮ ਕਰੇਗਾ। and we are not just looking at now, we are looking at the future of our country and Punjab। so ਬਹੁਤ ਅੱਛਾ ਲੱਗ ਰਿਹਾ ਹੈ, ਮੇਰਾ ਜੀ ਕਰ ਰਿਹਾ ਕਿ ਆਪਾਂ ਹਲੇ ਬਹੁਤ ਤੁਹਾਡੇ ਤੋਂ ਗੱਲਾਂ ਸੁਣੀਏ। ਪਰ ਇੱਕ ਸਾਡਾ ਲਾਸਟ ਇੱਕ ਕੁਐਸਚਨ ਹੈਗਾ ਜਿਹੜਾ ਕਾਫੀ ਥੋੜਾ ਮੈਨੂੰ ਲੱਗਦਾ ਥੋੜਾ ਜਿਹਾ ਐਡਰੈਸ ਕਰ ਲੈਣਾ ਚਾਹੀਦਾ, but I think it's a question in itself which could have another discussion। so that is a question of capable leadership। ਅਸੀਂ ਜਦੋਂ ਆਪਣਾ ਇਹ ਫੋਰਮ ਸ਼ੁਰੂ ਕੀਤਾ ਸੀਗਾ, ਹੁਣ ਵੀ ਬੜੇ ਸਾਨੂੰ ਕਦੀ ਵਿਊਅਰਸ ਪੁੱਛਦੇ ਨੇ ਕਿ if not the present government, who else? what is, how can we make this country a better place, our Punjab a better place? ਇੰਨੀ ਕਰਪਸ਼ਨ ਸੀਪ ਕਰ ਗਈ ਹੈ ਆਪਣੀਆਂ, ਜਿਵੇਂ ਆਪਾਂ ਕਹਿੰਦੇ ਫਾਊਂਡੇਸ਼ਨਸ ਦੇ ਵਿੱਚ, ਤੇ ਕਿਸ ਤਰ੍ਹਾਂ ਆਪਾਂ ਇਹਨੇ ਬਿਲਕੁਲ ਡੈਮੇਜ ਕਰ ਦਿੱਤਾ ਹੈ ਸੋਸਾਇਟੀ ਨੂੰ from so many fronts। so my question is ਕਿ ਆਪਾਂ ਇੱਕ ਡਿਫਰੈਂਸ ਲਿਆ ਸਕਦੇ ਹਾਂ by choosing the right leaders। what do you think we can do in terms of getting a capable leadership? ਕੁਐਸਚਨ ਬਹੁਤ ਹੀ $1 million ਕੁਐਸਚਨ ਹੈ ਇਸ ਵੇਲੇ ਉਹ ਸੋਸਾਇਟੀ ਵਿੱਚ ਜਿੱਥੇ ਸਾਰਾ ਕੁਝ ਕਰਪਸ਼ਨ ਦੇ ਵਿੱਚ ਓਤ-ਪੋਤ ਹੋਇਆ ਪਿਆ। ਬਟ ਵੀ ਆਰ ਆਲਵੇਜ਼ ਪੋਜ਼ਿਟਿਵ। ਜਿੱਥੋਂ ਮੈਂ ਗੱਲ ਸ਼ੁਰੂ ਕੀਤੀ ਸੀ ਆਪਾਂ ਉੱਥੇ ਹੀ ਬਹੁਤ ਵਧੀਆ ਤੁਸੀਂ ਕੁਐਸਚਨ ਕਰ ਲਿਆ, ਉੱਥੇ ਹੀ ਗੱਲ ਨੂੰ ਖਤਮ ਕਰਨ ਜਾ ਰਹੇ ਹਾਂ। ਸਾਡਾ ਬੇਸਿਕ ਆਬਜੈਕਟਿਵ ਹੀ ਆਤਮ ਪ੍ਰਕਾਸ਼ ਦਾ ਇਹ ਹੈ ਕਿ ਅਸੀਂ ਸੋਸਾਇਟੀ ਨੂੰ ਟਰੁਥਫੁਲ ਲੋਕ ਪੈਦਾ ਕਰਕੇ ਦੇਣੇ ਆ, ਹਿਊਮਨ ਰਿਸੋਰਸਸ ਨੂੰ ਡਿਵੈਲਪ ਕਰਕੇ ਸੋਸਾਇਟੀ ਨੂੰ ਦੇਣਾ ਹੈ। ਸੋ ਇਸ ਵੇਲੇ ਪ੍ਰੋਬਲਮ ਜਿਹੜੀ ਤੁਸੀਂ ਸਵਾਲ ਰੱਖ ਦਿੱਤਾ ਹੈ ਨਾ, ਸਾਡੇ ਹਿਊਮਨ ਰਿਸੋਰਸਸ ਨਹੀਂ ਡਿਵੈਲਪ ਹੋਏ। ਮਤਲਬ ਕਿ ਤੁਸੀਂ ਪੋਲੀਟੀਕਲ ਲੋਕਾਂ ਨੂੰ ਦੇਖੋ, 5 ਬੰਦੇ ਇੱਕ ਕਾਰ 'ਚ ਬੈਠੇ ਜਾ ਰਹੇ ਆ, ਪਤਾ ਨਹੀਂ ਕਿਹਨੇ ਕਿਹੜੀ ਕਾਰ 'ਚ ਉਤਰ ਕੇ ਸ਼ਾਮ ਨੂੰ ਕਿਹੜੀ ਕਾਰ 'ਚ ਚੜ ਜਾਣਾ, ਤੇ ਤੁਸੀਂ ਦੇਖ ਹੀ ਰਹੇ ਹੋ। ਮਤਲਬ ਕਿ ਪਤਾ ਹੀ ਨਹੀਂ ਲੱਗਣ ਡਿਆ ਹੋ ਕੀ ਰਿਹਾ ਹੈ ਨਾ। ਅੱਜ ਇੱਕ ਧਿਰ ਨੂੰ ਇਹ ਦੇ ਗੁਣ ਗਾ ਰਿਹਾ, ਸ਼ਾਮ ਨੂੰ ਕਹਿੰਦਾ ਇਹ ਸਭ ਤੋਂ ਗੰਦੀ ਹੈ। ਮਤਲਬ ਕਿ ਦਿਸ ਇਜ਼ ਆਲ ਨੌਨਸੈਂਸ। ਮਤਲਬ ਕਿ ਇਹਦਾ ਕਾਰਨ ਕੀ ਹੈ? ਅਸਲ 'ਚ ਜਿਹੜੇ ਲੋਕ ਬੇਈਮਾਨ ਨੇ ਉਹ ਸਾਰੇ ਲੀਡਰ ਨੇ, ਤੇ ਜਿਹੜੇ ਇਮਾਨਦਾਰ ਨੇ ਉਹ ਮਤਲਬ ਕਿ ਉਹ ਸਾਡੇ ਸਾਹਮਣੇ ਬੈਠੇ ਨੇ ਸਾਰੇ। ਸਿਸਟਮ ਦੇ ਵਿੱਚ ਇਮਾਨਦਾਰ ਲੋਕਾਂ ਦਾ ਅੱਗੇ ਆ ਸਕਣਾ ਪੋਸੀਬਲ ਹੀ ਨਹੀਂ, ਕਿਉਂਕਿ ਇੱਕ ਪਿੰਡ ਦੀ ਇਲੈਕਸ਼ਨ ਤੇ 1 ਕਰੋੜ ਰੁਪਇਆ ਲੱਗ ਜਾਂਦਾ। ਇਮਾਨਦਾਰ ਬੰਦੇ ਕੋਲੇ ਇੰਨੇ ਪੈਸੇ ਕਿੱਥੋਂ ਹੁੰਦੇ ਆ? ਸੋ ਇਮਾਨਦਾਰ ਬੰਦਾ ਇਲੈਕਸ਼ਨ ਨਹੀਂ ਲੜ ਸਕਦਾ। ਤੁਹਾਨੂੰ ਇਹਦੇ ਤੇ ਬੜਾ ਵੱਡਾ ਕੰਮ ਕਰਨਾ ਪਊ, ਇੱਕ ਪਬਲਿਕ ਪ੍ਰੈਸ਼ਰ ਕ੍ਰੀਏਟ ਕਰਨਾ ਪਊ ਕਿ ਜੇ ਇਮਾਨਦਾਰ ਬੰਦੇ ਅੱਗੇ ਆਉਣੇ ਤਾਂ ਇਲੈਕਸ਼ਨਾਂ ਉੱਤੇ ਇੰਨਾ ਗੰਦ, ਇੰਨੇ ਪੈਸੇ, ਉਹ ਚੀਜ਼ ਨਹੀਂ ਹੋਣੀ ਚਾਹੀਦੀ। ਅਦਰਵਾਈਜ਼ ਚੰਗੇ ਬੰਦੇ ਕਦੀ ਵੀ ਇਲੈਕਸ਼ਨ ਸਿਸਟਮ 'ਚ ਅੱਗੇ ਨਹੀਂ ਆ ਸਕਦੇ। ਸੋ ਇਹਦੇ 'ਚ ਬਹੁਤ ਵੱਡਾ ਕੰਮ ਕਰਨ ਦੀ ਲੋੜ ਹੈ। ਪਬਲਿਕ ਪ੍ਰੈਸ਼ਰ ਗਰੁੱਪਸ, ਜਿਵੇਂ ਕਿਸਾਨਾਂ ਦਾ ਬਣਿਆ ਹੁਣ, ਇਹ ਵੀ ਇੱਕ ਪ੍ਰੈਸ਼ਰ ਗਰੁੱਪ ਹੀ ਹੈ ਗਵਰਨਮੈਂਟ ਦੇ ਉੱਤੇ। ਇਹੋ ਜਿਹੇ ਗਰੁੱਪ ਮਤਲਬ ਕਿ ਆਰਗੇਨਾਈਜ਼ ਹੋ ਜਾਣੇ ਚਾਹੀਦੇ ਨੇ, ਫਿਰ ਉਹਨਾਂ ਗਰੁੱਪਸ ਦੇ ਵਿੱਚੋਂ ਚੰਗੇ ਬੰਦੇ ਜੇ ਕਿਤੇ ਅੱਗੇ ਆ ਸਕਣ। ਸੋ ਦਿਸ ਇਜ਼ ਦਾ ਸ਼ਾਰਟ ਟਰਮ ਸੋਲੂਸ਼ਨ। ਲੌਂਗ ਟਰਮ ਸੋਲੂਸ਼ਨ ਕੀ ਹੈ, ਜਿੱਤੇ ਅਸੀਂ ਆਲਰੇਡੀ ਕੰਮ ਕਰਦੇ ਪਏ ਹਾਂ। ਦੇਖੋ ਸਾਡੇ ਕੋਲੇ ਇਸ ਵੇਲੇ ਸਾਡੀ ਇੱਕ ਐਪ ਵੀ ਹੈ ਜੀ, ਆਤਮ ਪ੍ਰਕਾਸ਼ ਐਪ।
ਤੁਸੀਂ ਉਹਨੂੰ ਜ਼ਰੂਰ ਡਾਊਨਲੋਡ ਕਰਨਾ। ਅਸੀਂ ਐਕਚੁਅਲੀ ਇਸ ਐਪ ਨੂੰ ਡਿਵੈਲਪ ਕਰਨ ਦੇ ਵਿੱਚ ਬਹੁਤ ਤੇਜ਼ੀ ਨਾਲ ਵੱਧ ਰਹੇ ਸੀਗੇ ਕਿ ਇਧਰੋਂ ਕਿਸਾਨ ਮੋਰਚਾ ਜਿਹੜਾ ਉਹ ਲੱਗ ਗਿਆ ਤੇ ਸਾਡਾ ਸਾਰਾ ਧਿਆਨ ਡਾਇਵਰਟ ਹੋ ਗਿਆ ਕਿਸਾਨ ਮੋਰਚੇ ਸ਼ਹੀਦ ਹੋਏ ਪਰਿਵਾਰਾਂ ਦੀ ਸਾਂਭ ਸੰਭਾਲ ਲਈ। ਤੇ ਇਹ ਐਪ ਮਤਲਬ ਕਿ ਅਸੀਂ ਰਿਲੀਜ਼ ਕੀਤੀ ਹੋਈ ਹੈ, ਬਟ ਇਹ 'ਚ ਅਸੀਂ ਕਾਫੀ ਹਜੇ ਡਿਵੈਲਪਮੈਂਟ ਕਰਨੀ ਬਾਕੀ ਹੈ ਕਿਉਂਕਿ ਅਸੀਂ ਸਾਡਾ ਧਿਆਨ ਪਿਛਲੇ 8 ਮਹੀਨਿਆਂ 'ਚ ਇੱਧਰ ਡਿਵਰਟ ਹੋ ਚੁੱਕਿਆ ਤੇ ਉਹ ਕੰਮ ਰੁਕਿਆ ਹੋਇਆ। ਬਟ ਈਵਨ ਦੈਨ ਦਿਸ ਇਜ਼ ਅ ਵੈਰੀ ਗੁੱਡ ਕਹਿ ਲਓ ਰਿਸੋਰਸ ਮਟੀਰੀਅਲ। ਤੁਸੀਂ ਆਪਣੇ ਬੱਚਿਆਂ ਨੂੰ ਵੀ ਸਿਮਰਨ ਜੀ, ਕਿਰਨ ਜੀ, ਇਹਨੂੰ ਦਿਓ। ਇਹਦੇ ਵਿੱਚ ਕੀ ਹੁੰਦਾ ਮੈਂ ਤੁਹਾਨੂੰ ਬੇਸਿਕ ਗੱਲ ਦੱਸਦਾ। ਅਸੀਂ ਬੱਚਿਆਂ ਨੂੰ ਰੋਜ਼ ਲੈਸਨ ਦਿੰਦੇ ਆ, 15 ਮਿੰਟ ਦਾ ਲੈਸਨ ਹੁੰਦਾ ਉਹ ਐਪ ਤੇ ਉਪਲਬਧ ਹੋ ਰਿਹਾ ਉਹ, ਤਾਂ ਕਿ ਬੱਚਿਆਂ ਵਿੱਚ ਜਿਹੜੀਆਂ ਤੁਸੀਂ ਗੱਲਾਂ ਕਹਿੰਦੇ ਹੋ ਕਿ ਲੀਡਰਸ਼ਿਪ ਦਾ ਸਬਸਟੀਟਿਊਟ, ਦੇਖੋ ਜੀ ਇਹ ਓਵਰਨਾਈਟ ਨਹੀਂ ਪੈਦਾ ਹੋ ਜਾਣਾ। ਇਹ ਤਾਂ ਬਚਪਨ ਤੋਂ ਹੀ ਉਹ ਕਰੈਕਟਰ ਬਿਲਡ ਕਰਨਾ ਸੀ, ਉਹ ਕਿਸੇ ਨੇ ਕੀਤਾ ਹੀ ਨਹੀਂਗਾ। ਉਹ ਨਹੀਂ ਬਿਲਡ ਹੋਇਆ ਤੇ ਹਾਲਾਤ ਸਾਡੇ ਸਾਹਮਣੇ। ਇਹਦੇ ਸਾਨੂੰ ਕੋਈ ਕੁਇਕ ਫਿਕਸ ਸੋਲੂਸ਼ਨ ਨਹੀਂ ਮਿਲਣਗੇ, ਇਹਦੇ ਲਈ ਸਾਨੂੰ ਕੰਮ ਕਰਨਾ ਪਵੇਗਾ। ਹਾਂਜੀ, ਤੇ ਉਹ ਕੰਮ ਅਸੀਂ ਉਹ ਬੱਚਿਆਂ ਤੇ ਕਰ ਰਹੇ ਹਾਂ। ਉਹਨਾਂ ਨੂੰ ਡੇਲੀ ਜਿਹੜਾ ਅਸੀਂ ਦਿੰਨੇ ਆ ਲੈਸਨ, ਤੇ ਆ ਇੱਕ ਤੁਹਾਨੂੰ ਝਲਕ ਦਿਖਾ ਰਿਹਾ ਐਪ ਦੀ ਸਿਮਰ। ਸੋ ਫਿਰ ਉਹਦੇ ਵਿੱਚ ਕੀ ਹੁੰਦਾ, ਬੱਚਿਆਂ ਨੂੰ ਆਪਣਾ ਇੱਕ ਟਾਈਮ ਟੇਬਲ ਬਣਾਉਣਾ ਹੁੰਦਾ ਹੈ। ਉਹ 'ਚ ਬੱਚਾ ਆਪਣਾ ਸਾਰਾ ਕੁਝ ਦੱਸਦਾ ਹੈ। ਇਹ ਸਾਡੀ ਮੀਟਿੰਗ ਦਾ ਹੈ ਗਲੈਂਪਸ, ਅਸੀਂ ਉੱਥੇ ਇਹਨਾਂ ਕੋਲ ਗਏ ਸੀ ਸੰਗਰੂਰ ਆਪਣੇ ਸਵੰਤ ਦੇ ਕਾਲਜ ਦਾ। ਸੋ ਉਹਦੇ 'ਚ ਇੱਕ ਆਉਂਦਾ, ਬੱਚੇ ਨੇ ਆਪਣਾ ਟਾਈਮ ਟੇਬਲ ਬਣਾਉਣਾ। ਟਾਈਮ ਟੇਬਲ ਦੇ ਵਿੱਚ ਕੀ ਹੈ, ਬੱਚਾ ਸਵੇਰ ਤੋਂ ਰਾਤ ਤੱਕ ਨਾ, ਤੁਸੀਂ ਤਾਂ ਮੈਡਮ ਜੀ UK 'ਚ ਬੈਠੇ ਹੋ, ਤੁਸੀਂ ਤਾਂ ਸਮਝਦੇ ਹੋ ਟਾਈਮ ਟੇਬਲ ਦੀ ਇੰਪੋਰਟੈਂਸ ਕੀ ਹੈ ਨਾ। ਮੈਂ ਇੱਥੇ ਕੈਂਬਰਿਜ ਦੇ ਵਿੱਚ ਪੜ੍ਹਾਇਆ, ਜਦੋਂ ਕੰਮ ਕੀਤਾ ਤੇ ਮੈਂ ਦੇਖਿਆ ਸਾਰੇ ਸਟੂਡੈਂਟ ਦੇ ਟਾਈਮ ਟੇਬਲ ਕਿੰਨੇ ਮਤਲਬ ਕਿ ਆਪਣੇ ਆਪ ਨੂੰ ਟਾਈਟ ਰੱਖਦੇ ਨੇ ਕੰਮ ਦੇ ਵਿੱਚ, ਹੈ ਨਾ। ਪ੍ਰੋਫੈਸਰਸ ਵੀ ਉਸੇ ਤਰ੍ਹਾਂ ਇੱਕ ਸ਼ਡਿਊਲ ਵਿੱਚ ਬਣਿਆ ਹੋਇਆ। ਬੱਚੇ ਨੇ ਆਪਣਾ ਟਾਈਮ ਫਿਕਸ ਕਰ ਲੈਣਾ ਹੈ, ਕਿੰਨਾ ਸਮਾਂ ਖੇਡਣ ਤੇ ਲਾਉਣਾ, ਸਵੇਰੇ ਉੱਠ ਕੇ ਕੋਸਾ ਪਾਣੀ ਪੀਣਾ, ਉਹ ਵੀ ਪੁੱਛਦਾ ਵੀ ਅੱਜ ਸਵੇਰੇ ਕੋਸਾ ਪਾਣੀ ਪੀਤਾ ਸੀ ਕਿ ਨਹੀਂ, ਕਸਰਤ ਕੀਤੀ ਕਿ ਨਹੀਂ, ਦੰਦਾਂ ਦੀ ਸਫਾਈ ਕਈ ਵਾਰੀ ਰਾਤ ਨੂੰ ਬਹੁਤੀ ਵਾਰੀ ਆਪਾਂ ਕਰਦੇ ਹੀ ਨਹੀਂ ਹੈਗੇ, ਹੈ ਨਾ। ਕਿਉਂਕਿ ਬੜੀਆਂ ਨਿੱਕੀਆਂ ਨਿੱਕੀਆਂ ਗੱਲਾਂ, ਉਹ ਮਾਂ ਵਾਲੀਆਂ, ਦਾਦੀ ਵਾਲੀਆਂ ਗੱਲਾਂ, ਜਿਹੜੀਆਂ ਇਹ ਐਪ ਦਾਦੀ ਦਾ, ਨਾਨੀ ਦਾ ਰੋਲ ਅਦਾ ਕਰਦੀ ਹੈ। ਉਹਦੇ ਵਿੱਚ ਬਹੁਤ ਸਾਰੀਆਂ ਨਿੱਕੀਆਂ ਨਿੱਕੀਆਂ ਗੱਲਾਂ ਕਰਨ ਤੋਂ ਬਾਅਦ ਬੱਚਾ ਰਾਤ ਨੂੰ ਸਾਨੂੰ ਆਪਣੀ ਟਾਈਮ ਟੇਬਲ ਦੀ ਰਿਪੋਰਟ ਸਬਮਿਟ ਕਰਦਾ ਹੈ ਕਿ ਅੱਜ ਮੈਂ ਕਿੰਨਾ ਸਮਾਂ ਪੜ੍ਹਿਆ, ਕਿੰਨਾ ਸਮਾਂ ਖੇਡਿਆ, ਕਿੰਨਾ ਸਮਾਂ ਸੈਲਫ ਸਟੱਡੀ, ਕਿੰਨਾ ਸਮਾਂ ਸੌਫਟ ਸਕਿੱਲ ਦੇ ਵਿੱਚ, ਜੇ ਮੈਂ ਪੜ੍ਹਾਈ ਤੋਂ ਬਿਨਾਂ ਕਿਤਾਬਾਂ ਪੜ੍ਹੀਆਂ ਤਾਂ ਉਹ ਕਿਹੜੀਆਂ ਕਿਤਾਬਾਂ ਪੜ੍ਹੀਆਂ, ਉਹਨਾਂ ਚੋਂ ਮੈਂ ਕੀ ਸਿੱਖਿਆ। ਬੱਚੇ ਕਿਤਾਬ ਪੜ੍ਹ ਕੇ ਸਾਨੂੰ ਉਹਦਾ ਰਿਵਿਊ ਲਿਖ ਕੇ ਦਿੰਦੇ ਆ। ਮਤਲਬ ਕਿ ਜਦੋਂ ਦੇਖੋ ਬੱਚੇ ਬਚਪਨ 'ਚ ਹੀ ਕਿਤਾਬਾਂ ਦੇ ਰਿਵਿਊ ਲਿਖਣ ਲੱਗ ਪੈਣ, ਉਹਨਾਂ ਦਾ ਵਿਜ਼ਨ ਕਿੰਨਾ ਸਟਰੋਂਗ ਹੁੰਦਾ। ਸੋ ਇਹ ਕੰਮ ਇੱਕ ਵੱਡਾ ਕੰਮ ਹੈ। ਇਹ ਤੁਹਾਡੇ ਸਵਾਲ ਦਾ ਸਹੀ ਤੇ ਯੋਗ ਹੱਲ ਹੈ ਕਿ ਜੇ ਤੁਸੀਂ ਸਾਨੂੰ ਇਹਨਾਂ ਪ੍ਰੋਜੈਕਟਸ ਲਈ ਵੀ ਹੈਲਪ ਕਰੋ ਤਾਂ ਜਿਹੜੇ ਬੱਚੇ ਇਸ ਵੇਲੇ ਆਊਟ ਪਰਫਾਰਮਿੰਗ ਸਕੂਲਾਂ ਦੇ ਵਿੱਚ ਹਨ, ਅਸੀਂ ਉਹ 2, 4, 5% ਬੱਚੇ ਵੀ ਸੰਭਾਲ ਲਈਏ ਤੇ ਆਉਣ ਵਾਲੇ 10-15 ਸਾਲਾਂ ਨੂੰ ਇੱਕ ਬੜਾ ਵੱਡਾ ਕਾਫਲਾ ਹੋਵੇਗਾ ਜਿਹੜਾ ਸਾਡੇ ਸਕੂਲਾਂ ਦੇ ਪ੍ਰਿੰਸੀਪਲ, ਕਾਲਜਾਂ ਦੇ ਪ੍ਰਿੰਸੀਪਲ, ਯੂਨੀਵਰਸਿਟੀਆਂ ਦੇ ਵਾਈਸ ਚਾਂਸਲਰ, ਸਿੱਖਿਆ ਬੋਰਡ ਦੇ ਚੇਅਰਮੈਨ, ਸਾਡੇ MLA, ਸਾਡੇ MP, ਸਾਡੇ IAS ਅਫੀਸਰ, ਸਾਡੀਆਂ ਪ੍ਰਬੰਧਕ ਕਮੇਟੀਆਂ, ਉਹ ਐਕਚੁਅਲੀ ਕਿਸੇ ਨੇ ਪੈਦਾ ਨਹੀਂ ਕੀਤੀਆਂ ਤੇ ਉਹ ਅਸੀਂ ਪੈਦਾ ਕਰਨ ਦਾ ਯਤਨ ਕਰ ਰਹੇ ਹਾਂ। ਸੋ ਜੇ ਇਮੀਡੀਏਟ ਕੁਇਕ ਫਿਕਸ ਸੋਲੂਸ਼ਨ ਲੱਭਦੇ ਹੋ, ਉਹਦੇ ਲਈ ਤੁਹਾਨੂੰ ਸ਼ਾਇਦ ਕੋਈ ਹੋਰ ਪਲੇਟਫਾਰਮ ਦੇਖਣਾ ਪੈਣਾ ਤੇ ਪਰ ਲੌਂਗ ਟਰਮ ਸੋਲੂਸ਼ਨ ਅਸੀਂ ਤੁਹਾਡੀ ਸੇਵਾ ਦੇ ਵਿੱਚ ਯਤਨ ਕਰ ਰਹੇ ਹਾਂ ਵੀ ਸਚਾਰ ਮਨੁੱਖਾਂ ਦਾ ਕਾਫਲਾ ਬਣਾ ਕੇ ਪੇਸ਼ ਕਰ ਦਈਏ। ਤੇ ਪ੍ਰਮਾਤਮਾ ਕਿਰਪਾ ਕਰੇ ਇਹ ਦਿਨ ਛੇਤੀ ਆਉਣਗੇ, ਚੰਗੇ ਦਿਨ ਆਉਣਗੇ ਜੀ, ਅੱਛੇ ਦਿਨ ਆਉਣਗੇ। ਬਿਲਕੁਲ, ਹਾਂਜੀ, ਅੱਛੇ ਦਿਨ ਜਿਵੇਂ ਆਪਾਂ ਕਹਿੰਦੇ ਆ ਇਨ ਦ ਰੀਅਲ ਸੈਂਸ ਅੱਛੇ ਦਿਨ। ਮੈਂ ਤੁਹਾਨੂੰ ਪੁੱਛਣਾ ਸੀ, ਕਿਸੇ ਸਾਡੀ ਆਡੀਅנס ਨੇ ਇਹ ਵੀ ਸਵਾਲ ਪੁੱਛਿਆ ਹੈ ਕਿ ਜੋ ਇਸ ਸਮੇਂ ਜਿਹੜਾ ਆਪਾਂ ਫੈਮਲੀਜ਼ ਦੀ ਮਦਦ ਕਰ ਰਹੇ ਹਾਂ ਜਿਹੜੀਆਂ ਸ਼ਹੀਦ ਹੋਈਆਂ ਨੇ ਬਾਰਡਰਸ ਦੇ ਉੱਤੇ, ਉਹਨਾਂ ਦਾ ਜਿਹੜਾ ਡੇਟਾ ਹੈ, ਆਪਾਂ ਜਿਹੜੀਆਂ ਆਪਣੀਆਂ ਕਿਸਾਨ ਯੂਨੀਅਨਸ ਦੇ ਹੈਗੇ ਆ ਉਹਨਾਂ ਦੇ ਨਾਲ ਵੀ ਤੁਹਾਡਾ ਕੰਟੈਕਟ ਹੁੰਦਾ ਹੈ? ਤੁਹਾਨੂੰ ਡੇਟਾ ਕਿੱਥੋਂ ਮਿਲਦਾ ਹੈ ਜਿਹੜੀਆਂ ਫੈਮਲੀਜ਼ ਦੀ ਜੇ ਆਪਾਂ ਗੱਲ ਕਰ ਰਹੇ ਹਾਂ, ਉਹ ਕੌਣ ਤੁਹਾਨੂੰ ਦੇ ਰਿਹਾ ਹੈ? ਨਾਲ ਅਸੀਂ ਬਿਲਕੁਲ ਇਨ ਟੱਚ ਹੈਗੇ ਆ, ਮੈਂ ਫ੍ਰੀਕੁਐਂਟਲੀ ਉਹਨਾਂ ਨਾਲ ਗੱਲਬਾਤ ਕਰਦਾ ਰਹਿਣਾ ਇਹਦੇ ਬਾਰੇ ਤੇ ਬਟ ਅਨਫੋਰਚੂਨੇਟਲੀ ਉਹਨਾਂ ਕੋਲ ਵੀ ਇਦਾਂ ਦਾ ਆਥੈਂਟਿਕ ਡਾਟਾ ਨਹੀਂ ਹੁੰਦਾ, ਉਹਨਾਂ ਕੋਲ ਟਾਈਮ ਨਹੀਂ ਹੈਗਾ ਜਾਂ ਕਿਵੇਂ ਆ, ਉਹਨਾਂ ਨੇ ਇਸ ਤਰ੍ਹਾਂ ਦੀ ਕੋਈ ਅੰਬਰੇਲਾ ਨਹੀਂ ਬਣਾਈ ਜਿੱਥੋਂ ਸਾਨੂੰ ਇੱਕ ਥਾਂ ਤੋਂ ਮਿਲ ਜਾਵੇ। ਉਹ ਵੀ ਸਾਨੂੰ ਕੁਝ ਡਾਟਾ ਕਿਸੇ ਕਿਸਾਨ ਲੀਡਰ ਤੋਂ ਮਿਲ ਜਾਂਦਾ ਹੈ, ਕੋਈ ਕਿਸੇ ਤੋਂ, ਕੋਈ ਕਿਸੇ ਤੋਂ, ਕੋਈ ਅਖਬਾਰ ਤੋਂ, ਬਟ ਦੇ ਡੋਂਟ ਹੈਵ ਏ ਪ੍ਰੋਪਰ ਰਿਕਾਰਡ ਆਫ ਦੈਟ ਕਿ ਉਹਨਾਂ ਕੋਲ ਸਾਰਾ ਕੁਝ ਹੋਵੇ ਤੇ ਸਾਨੂੰ ਉੱਥੋਂ ਮਿਲ ਜਾਵੇ। ਜੋ ਪਤਾ ਵੀ ਲੱਗਦਾ ਉੱਥੇ ਲਿਖਿਆ ਹੁੰਦਾ ਫਲਾਣਾ ਸਿੰਘ ਫਲਾਣਾ ਪਿੰਡ, ਉੱਥੇ ਜਾ ਕੇ ਲੱਗਦਾ ਪਤਾ ਜੀ ਇਹ ਇਸ ਪਿੰਡ ਦਾ ਨਹੀਂ, ਕਿਸੇ ਹੋਰ ਪਿੰਡ ਦਾ, ਮਤਲਬ ਕਿ ਨਾਂ ਹੋਰ ਹੁੰਦਾ, ਪਿੰਡ ਹੋਰ ਹੁੰਦਾ। ਯਾਨੀ ਜੋ ਸਾਨੂੰ ਮਿਲਦਾ ਨਾ ਬਹੁਤ ਹੀ ਰਾਜਾ ਮਿਲਦਾ ਤੇ ਇਹੋ ਜਿਹਾ ਕੋਈ ਸੋਰਸ ਨਹੀਂ ਹੈਗਾ ਕਿਸਾਨ ਜਥੇਬੰਦੀਆਂ ਕੋਲੇ ਵੀ ਜਿੱਥੋਂ ਸਾਨੂੰ ਉਹ ਕਹਿਣ ਵੀ ਆਹ ਪਿਆ ਤੇ ਚੱਕ ਲਓ ਚਲੇ ਜਾਓ, ਨਹੀਂ ਇਦਾਂ ਦਾ ਨਹੀਂ। ਸਾਨੂੰ ਉਥੋਂ ਆਈਡੀਆ ਜੇ ਮਿਲ ਜਾਂਦੇ ਨੇ, ਫਿਰ ਸਾਨੂੰ ਗ੍ਰਾਸ ਰੂਟ ਤੇ ਕੰਮ ਕਰਕੇ ਲੱਭਣਾ ਪੈਂਦਾ ਵੀ ਵਾਕਈ ਉਹ ਫਾਰਮਰ ਕਿਹੜਾ। ਇਹਦੇ ਵਿੱਚ ਨਾ ਇੱਕ ਮਿੰਟ ਆਪਣਾ ਮੈਡਮ ਜੀ, ਮੈਂ ਮਤਲਬ ਉਹ ਡਾਟਾ ਜਿਹੜਾ ਮਤਲਬ ਫਾਈਂਡ ਆਊਟ ਕਿਵੇਂ ਮਤਲਬ ਹੁੰਦਾ ਹੈ?
ਜ਼ਿਆਦਾ ਤੌਰ ਤੇ ਮਤਲਬ ਸ਼ੁਰੂ ਦੇ ਵਿੱਚ ਜਿਹੜੇ ਮਤਲਬ ਕਿਸਾਨ ਮਤਲਬ ਇਹਦੇ ਵਿੱਚ ਕੰਸੀਡਰ ਕਰਨੇ ਸ਼ੁਰੂ ਹੋਏ ਵੀ ਜਿਹੜੇ ਦਿੱਲੀ ਗਏ ਹੋਏ, ਉੱਥੇ ਦਿੱਲੀ ਹੀ ਜਿਨ੍ਹਾਂ ਦਾ ਪੋਸਟਮਾਰਟਮ ਹੋ ਗਿਆ ਜਾਂ ਦਿੱਲੀ ਹੀ ਜਿਨ੍ਹਾਂ ਦੀ ਡੈਥ ਹੋ ਗਈ, ਪਹਿਲਾਂ ਮਤਲਬ ਉਹ ਪਰਿਵਾਰ ਇਹਦੇ ਵਿੱਚ ਆਉਣੇ ਸ਼ੁਰੂ ਹੋਏ। ਫਿਰ ਉਹਨਾਂ 'ਚੋਂ ਬਹੁਤੀ ਗਿਣਤੀ ਇਹੋ ਜਿਹੀ ਹੋਈ ਕਿ ਉਹ ਦਿੱਲੀ ਗਏ, ਦਿੱਲੀ ਬਿਮਾਰ ਹੋ ਗਏ, ਉਸ ਤੋਂ ਬਾਅਦ ਉਹ ਘਰ ਆ ਗਏ। ਘਰ ਆ ਕੇ ਉਹਨਾਂ ਦਾ 5-7 ਦਿਨ ਟ੍ਰੀਟਮੈਂਟ ਚੱਲਿਆ, ਉਸ ਤੋਂ ਬਾਅਦ ਡੈਥ ਹੋ ਗਈ। ਤੇ ਫਿਰ ਕਈ ਵੈਸੇ ਉਹ ਮੋਰਚੇ ਦੇ ਵਿੱਚ, ਕਿਉਂਕਿ ਹੁਣ ਪਿੰਡਾਂ ਦੇ ਵਿੱਚ ਨਾ ਇਹ ਮਤਲਬ ਵਾਰੀ ਬੰਨੀ ਹੋਈ ਹੈ ਕਿ ਹਫਤਾ ਜਿਹੜੇ ਪੰਜਾਬ ਦੇ ਤਕਰੀਬਨ ਸਾਰੇ ਪਿੰਡਾਂ ਦੇ ਵਿੱਚ ਹਾਂਜੀ ਇਕੱਲੇ ਘਰ ਦੇ ਮੈਂਬਰ ਨੇ ਉੱਥੇ ਮੋਰਚੇ ਦੇ ਵਿੱਚ 1 ਹਫ਼ਤੇ ਲਈ ਜਾਣਾ ਹੀ ਹੈ, ਹਫ਼ਤੇ ਤੋਂ 10 ਦਿਨ ਲਈ। ਫਿਰ ਜਿਹੜਾ ਮੈਂਬਰ ਪਰਿਵਾਰ ਦਾ ਨਹੀਂ ਜਾ ਸਕਦਾ, ਉਹ ਤੋਂ ਮਤਲਬ ਕਿ 500 ਮਤਲਬ 1000 ਰੁਪਇਆ ਉਹ ਤੋਂ ਮਤਲਬ ਕਿ ਫਿਰ ਉਹਦੀ ਮਤਲਬ ਉਹ ਲਈ ਜਾਂਦੀ ਹੈ ਵੀ ਨਹੀਂ, ਵੀ ਜੇ ਤੂੰ ਬੰਦਾ ਨਹੀਂ ਭੇਜ ਸਕਦਾ ਫਿਰ ਤੂੰ 1000 ਰੁਪਇਆ ਦੇ ਦੇ ਤੇਰੀ ਥਾਂ ਤੇ, ਉਹ ਫਿਰ ਆਪਦੀ ਥਾਂ ਤੇ ਕੋਈ ਹੋਰ ਬੰਦਾ ਭੇਜਦਾ। ਠੀਕ ਹੈ, ਠੀਕ। ਇਹ ਸਿਸਟਮ ਮਤਲਬ ਪਿੰਡਾਂ ਦੇ ਵਿੱਚ ਹੁਣ ਮੋਰਚੇ ਦਾ ਚੱਲ ਰਿਹਾ ਹੈ, ਜਿਹੜੇ ਹਫ਼ਤੇ ਦੇ ਵਿੱਚ, ਕਿਉਂਕਿ ਆਪਣੀਆਂ ਨਾ ਇੱਥੋਂ 10 ਬੱਸਾਂ ਜਾਂਦੀਆਂ ਨੇ ਹਰ ਸੰਡੇ ਮਸਤੋਆਣਾ ਸਾਹਿਬ ਤੋਂ, ਸਾਡੇ ਮਤਲਬ ਅਕੈਡਮੀ ਦੀਆਂ। ਹਾਂਜੀ ਕਿਸਾਨਾਂ ਨੂੰ ਉੱਥੇ ਛੱਡ ਕੇ ਆਉਂਦੀਆਂ ਨੇ ਤੇ ਜਿਹੜੇ ਉੱਥੇ ਗਏ ਹੁੰਦੇ ਨੇ ਉਹਨਾਂ ਨੂੰ ਲੈ ਆਉਂਦੀਆਂ ਨੇ। ਤੇ ਉਹਨਾਂ ਚੋਂ ਸਾਨੂੰ ਪਤਾ ਲੱਗਦਾ ਵੀ ਕਿਹੜੇ ਜਿਹੜੇ ਕਿਸਾਨ ਪਰਿਵਾਰ ਨਹੀਂ ਜਾਂਦੇ, ਜਿਨ੍ਹਾਂ ਦੇ ਮੈਂਬਰ ਜਾਣ ਵਾਲਾ ਕੋਈ ਨਹੀਂ ਹੈਗਾ, ਉਹ ਫਿਰ ਉਹਨਾਂ ਨੂੰ ਮਤਲਬ ਕਿ ਸੰਬੰਧਿਤ ਯੂਨੀਅਨ ਨੂੰ ਮਤਲਬ ਕਿ 1000 ਰੁਪਏ ਦੀ ਪੇਮੈਂਟ ਕਰਦੇ ਨੇ। ਫਿਰ ਉਹਨਾਂ ਤੋਂ ਪਤਾ ਲੱਗਦਾ ਹੈ ਵੀ ਕਈ ਮਤਲਬ ਬਿਮਾਰ ਵੀ ਇੱਥੇ ਹੀ ਹੁੰਦੇ ਨੇ ਤੇ ਉਹਨਾਂ ਦੀ ਡੈਥ ਵੀ ਇੱਥੇ ਹੋ ਜਾਂਦੀ ਹੈ। ਫਿਰ ਉਹਨਾਂ ਬਾਰੇ ਪਤਾ ਲੱਗ ਜਾਂਦਾ ਵੀ ਕੀ ਇਹਦੀ ਮੋਰਚੇ ਦੇ ਵਿੱਚ ਸ਼ਮੂਲੀਅਤ ਰਹੀ ਹੈ। ਹਾਂਜੀ ਹਾਂ, ਫਿਰ ਉਹ ਸੰਬੰਧਿਤ ਪਿੰਡ ਵਾਲੇ ਲੋਕ ਦੱਸਦੇ ਨੇ, ਜਾਂ ਉਹ ਪਿੰਡ ਜਿਹੜੇ ਲੀਡਰ ਨਹੀਂ ਦੱਸ ਸਕਦੇ, ਜਿਹੜੇ ਕਿਸਾਨ ਯੂਨੀਅਨ ਦੇ ਹਾਈ ਸਟੇਟ ਲੈਵਲ ਦੇ ਲੀਡਰ ਨੇ ਉਹ ਨਹੀਂ ਦੱਸ ਸਕਦੇ। ਸਾਨੂੰ ਜਿਹੜੇ ਲੋਕਲ ਲੀਡਰ ਪਿੰਡਾਂ ਦੇ ਵਿੱਚ ਕੰਮ ਕਰਦੇ ਨੇ ਇਹਨਾਂ ਯੂਨੀਅਨਾਂ ਦੇ, ਜਾਂ ਸਾਡੇ ਆਪਦੇ ਲਿੰਕ ਹੈਗੇ, ਉਹਨਾਂ ਤੋਂ ਫਿਰ ਇਹ ਪਤਾ ਲੱਗਦਾ ਵੀ ਹਾਂ ਇਹ ਮੋਰਚੇ ਦੇ ਵਿੱਚ 2-3 ਮਹੀਨੇ ਜਾਂਦਾ ਰਿਹਾ ਤੇ 1 ਮਹੀਨੇ ਤੋਂ ਪਰ ਇਹ ਘਰ ਹੀ ਸੀ, ਜਾਂ ਮਤਲਬ ਹੁਣ ਹਾੜ ਹੀ ਵੱਢਣ ਆ ਗਿਆ ਤੇ ਉਦੋਂ ਇਹ ਬਿਮਾਰ ਹੋ ਗਿਆ ਤੇ ਇੱਥੇ ਇਹਦੀ ਡੈਥ ਹੋ ਗਈ। ਮਤਲਬ 3 ਪਾਰਟਾਂ 'ਚ ਨੇ। ਉਹਨੂੰ ਵੀ ਅਸੀਂ ਸਮਝਦੇ ਹਾਂ ਵੀ ਇਹ ਮੋਰਚੇ ਦੇ ਵਿੱਚ ਇਹਦੀ ਸ਼ਮੂਲੀਅਤ ਤਾਂ ਹੈਗੀ ਸੀ ਨਾ, ਉਹਦੀ ਬਿਮਾਰ ਵੀ ਚਾਹੇ ਘਰ ਹੀ ਹੋਇਆ ਤੇ ਡੈਥ ਵੀ ਚਾਹੇ ਘਰ ਹੀ ਹੋ ਗਈ। ਤੇ ਇਸ ਲਈ ਮਤਲਬ ਉਹ ਮਤਲਬ ਮੇਨ ਹੈ ਵੀ ਬੇਸ਼ੱਕ ਡੈਥ ਉਹਦੀ ਕਿਤੇ ਮਰਜੀ ਹੋਇਆ, ਵੀ ਕੀ ਉਹਦੀ ਮੋਰਚੇ ਦੇ ਵਿੱਚ ਸ਼ਮੂਲੀਅਤ ਰਹੀ ਹੈ, ਸਰਗਰਮ ਸ਼ਮੂਲੀਅਤ। ਜੀ ਉਹਨੂੰ ਆਪਾਂ ਮਤਲਬ ਇਹ ਮੰਨ ਲੈਂਦੇ ਹਾਂ ਵੀ ਹਾਂ ਇਹ ਮਤਲਬ ਮੋਰਚੇ ਤੋਂ ਮਤਲਬ ਜਿਹੜਾ ਕਿਸਾਨ ਦਾ ਮੋਰਚੇ ਵਿੱਚ ਐਕਟਿਵ ਮੈਂਬਰ ਸੀ ਤੇ ਇਸ ਲਈ ਮਤਲਬ ਉਹਦੀ ਡੈਥ ਹੋ ਗਈ ਤੇ ਉਹਦੀ ਸਪੋਰਟ ਕਰਨੀ ਵੀ ਬਣਦੀ। ਜੀ ਸੋ ਮਤਲਬ ਆਬਵੀਅਸਲੀ ਆਈ ਥਿੰਕ ਐਟ ਦੈਟ ਲੈਵਲ ਸਾਨੂੰ ਥੋੜੀ ਕੋਆਰਡੀਨੇਸ਼ਨ, ਅਸੀਂ ਸਾਡੇ ਕਈ ਗਰੁੱਪ ਮੈਂਬਰਸ ਨੇ ਜਿਹੜੇ ਦਿੱਲੀ ਦੇ ਕੋਲ ਰਹਿੰਦੇ ਨੇ ਤੇ ਉਹ ਅਕਸਰ ਜਾਂਦੇ ਨੇ ਮੋਰਚੇ ਦੇ ਉੱਤੇ, ਸਪਲਾਈਜ਼ ਲੈ ਕੇ ਜਾਂਦੇ ਨੇ, ਉੱਥੇ ਸਪੋਰਟ ਕਰਦੇ ਨੇ। ਆਈ ਥਿੰਕ ਆਪਾਂ ਉਹਨਾਂ ਨਾਲ ਵੀ ਗੱਲ ਕਰ ਸਕਦੇ ਹਾਂ, ਕਿਉਂਕਿ ਉਹ ਜਦੋਂ ਆਪਣਾ ਦੌਰਾ ਕਰਦੀਆਂ ਨੇ ਸਾਡੇ ਗਰੁੱਪ ਮੈਂਬਰਸ ਨੇ, ਉਹ ਵੀ ਚੈੱਕ ਕਰ ਸਕਦੇ ਨੇ। ਜੇ ਕੋਈ ਅਸੀਂ ਉਸ ਤਰੀਕੇ ਨਾਲ ਤੁਹਾਡੀ ਹੈਲਪ ਕਰ ਸਕਦੇ ਹੋਏ, ਵੀ ਕੈਨ ਆਲਸੋ ਗੈਟ ਬੈਕ ਟੂ ਯੂ। ਤੇ ਮੇਰਾ ਖਿਆਲ ਕਿ ਆਪਾਂ ਕਾਫੀ ਲੰਬੀ ਆਪਣੀ ਡਿਸਕਸ਼ਨ ਮੋਸਟਲੀ 1.25 ਘੰਟੇ ਦੀ ਹੁੰਦੀ ਹੈ ਪਰ ਪਤਾ ਹੀ ਨਹੀਂ ਲੱਗਿਆ ਟਾਈਮ ਦਾ। ਬਸ ਮੈਂ ਇੱਕ ਆਖਰੀ ਬਸ ਇਹੀ ਸਾਰਿਆਂ ਦੇ ਕੋਲ ਇੱਕ ਵਾਰੀ ਮੈਂ ਜਾਣਾ ਚਾਹੂੰਗੀ ਤੇ ਸਿਰਫ ਆਪਣੇ 2-3 ਅੱਖਰਾਂ ਦੇ ਵਿੱਚ ਤੁਸੀਂ ਇੱਕ ਸੰਖੇਪ ਜਿਹਾ ਸਾਨੂੰ ਆਨਸਰ ਦੱਸੋ ਕਿ ਐਜ਼ ਅ ਗਰੁੱਪ ਐਂਡ ਐਜ਼ ਅ ਡਾਇਸਪੋਰਾ ਜਾਂ ਐਜ਼ ਐਨੀਬਡੀ ਅਸੀਂ ਕਿਸ ਤਰ੍ਹਾਂ ਤੁਹਾਡੀ ਹੈਲਪ ਕਰ ਸਕਦੇ ਹਾਂ, ਜਾਂ 2-3 ਲਫ਼ਜ਼ਾਂ ਦੇ ਵਿੱਚ ਤੁਸੀਂ ਸਾਨੂੰ ਇੱਕ ਜਿਵੇਂ ਪਾਰਟਿੰਗ ਸ਼ਾਟ ਜਿਹਨੂੰ ਆਪਾਂ ਕਹੀਦਾ ਇੰਗਲਿਸ਼ 'ਚ, ਉਹ ਕੋਈ ਆਪਣੀ ਸੰਖੇਪ 'ਚ ਸਾਨੂੰ ਇੱਕ ਮੈਸੇਜ ਦੇ ਦਿਓ। ਮੈਸੇਜ ਇਜ਼ ਅ ਪ੍ਰੋਪਰ ਵਰਡ। ਮੈਂ ਸਮਝਦਾ ਵੀ ਕੈਰੀ ਹੋਮ ਮੈਸੇਜ ਇਹੀ ਹੈ ਵੀ ਤੁਹਾਡੇ ਜਿਹੜੇ 10,000 ਮੈਂਬਰ ਨੇ ਨਾ, ਇਹ ਸਾਰੇ ਮੈਂਬਰ ਸਾਡੀ ਵੈਬਸਾਈਟ ਤੇ ਰਜਿਸਟਰ ਕਰ ਲੈਣ ਤੇ ਤਿਲ ਫੁੱਲ ਜੋ ਵੀ ਕਰ ਸਕਦੇ ਹੋ ਉੱਥੇ ਲਿਖ ਦੇਣ। ਮੈਂ ਸਮਝਦਾ ਇਹ ਕਰਕਸ ਹੈ ਸਾਰੀ ਗੱਲ ਦਾ ਵੀ ਤੁਹਾਡੇ ਕੋਲ 10,000 ਮੈਂਬਰ ਨੇ, ਉਹਨਾਂ ਨੂੰ ਰੈਗੂਲਰਲੀ ਇੰਸਪਾਇਰ ਕਰੋ ਵੀ ਸਾਡੀ ਵੈਬਸਾਈਟ ਤੇ ਰਜਿਸਟਰ ਕਰ ਲੈਣ ਤੇ ਜੋ ਤਿਲ ਫੁੱਲ ਕਰ ਸਕਦੇ ਉਹ ਕਰ ਦੇਣ। ਇਹਦੇ ਨਾਲ ਹੀ ਆਪਣੀ ਸਮੱਸਿਆ ਸੋਲਵ ਹੋ ਜਾਣੀ। ਠੀਕ ਹੈ, ਠੀਕ। ਨਛੱਤਰ ਸਿੰਘ ਜੀ, ਤੁਸੀਂ ਕੁਝ ਕਹਿਣਾ ਚਾਹੋਗੇ? ਬਸ ਇਹੀ ਹੈ ਕਿ ਜ਼ਰੂਰੀ ਨਹੀਂ ਕਿ ਪੈਸਾ ਹੀ ਕਰਨਾ, ਜੀ ਬਾਕੀ ਵੀ ਹੋਰ ਐਨੇ ਐਸਪੈਕਟ ਨੇ, ਐਨੇ ਸਫੀਅਰਸ ਨੇ ਜਿਨ੍ਹਾਂ ਦੇ ਨਾਲ ਉਹ ਕੰਟਰੀਬਿਊਟ ਕਰ ਸਕਦੇ। ਠੀਕ ਹੈ, ਵੈਲਕਮ। ਥੈਂਕ ਯੂ ਜੀ। ਸੁਖਵਿੰਦਰ ਸਿੰਘ ਜੀ, ਤੁਸੀਂ ਕੁਝ ਕਹਿਣਾ ਚਾਹੋਗੇ? ਲਾਸਟ ਫਿਊ ਮੈਸੇजेस। ਹਾਂਜੀ ਮੈਮ, ਇਹੀ ਮੈਸੇਜ ਹੈ ਵੀ
ਤਕਰੀਬਨ ਸਾਰਾ ਕੁਝ ਹੀ ਟਰਾਂਸਪੇਰੈਂਟ ਹੈ। ਈਚ ਐਂਡ ਐਵਰੀਥਿੰਗ ਇਜ਼ ਪਬਲਿਸ਼ਡ ਔਨ ਦਾ ਆਤਮ ਪ੍ਰਗਾਸ ਵੈਬਸਾਈਟ ਪੋਰਟਲ ਐਂਡ ਉੱਥੇ ਡੇ ਟੂ ਡੇ ਅਪਡੇਟ ਹੁੰਦਾ ਰਹਿੰਦਾ ਵੀ ਇੰਨੀਆਂ ਫੈਮਿਲੀਜ਼ ਅਸੈਸ ਹੋ ਗਈਆਂ, ਇੰਨੇ ਜਿਹੜੇ ਹੈਗੇ ਸਾਡੇ ਕੋਲ ਫੰਡਸ ਆ ਗਏ, ਇੰਨੇ ਫੰਡਸ ਦੀ ਰਿਕੁਆਇਰਮੈਂਟ ਹੈ, ਇਸ ਟਾਈਪ ਦੇ ਫੰਡ ਦੀ ਸਾਨੂੰ ਮੰਥਲੀ ਰਿਕੁਆਇਰਮੈਂਟ ਹੈ। ਇੱਕ ਤਾਂ ਪਾਰਟ ਉਹ ਰਹਿ ਗਿਆ ਸਾਡਾ ਫਾਈਨੈਂਸ ਦਾ। ਦੂਸਰਾ ਪਾਰਟ ਜਿਹੜਾ ਹੈਗਾ ਜਿਵੇਂ ਡਾਕਟਰ ਸਾਹਿਬ ਨੇ ਦੱਸਿਆ ਵੀ 10,000 ਮੈਂਬਰ ਸਾਡੇ ਸਾਰੇ ਰਜਿਸਟਰ ਕਰ ਜਾਣ ਤਾਂ ਉੱਥੇ ਅੱਗੇ ਸਾਡੇ ਕੋਲ 5-6 ਕੈਟੇਗਰੀਜ਼ ਹੈਗੀਆਂ। ਤੁਸੀਂ ਐਜ਼ ਏ ਕਾਉਂਸਲਰ ਰਜਿਸਟਰ ਕਰਨਾ ਹੈ, ਤੁਸੀਂ ਐਜ਼ ਏ ਕੋਆਰਡੀਨੇਟਰ ਰਜਿਸਟਰ ਕਰਨਾ ਹੈ, ਤੁਸੀਂ ਐਜ਼ ਏ ਟੀਚਰ ਮੈਂਟਰ, ਉੱਥੇ 6 ਟਾਈਪ ਦੀਆਂ ਸਾਡੇ ਕੋਲ ਜਿਹੜੀਆਂ ਹੈਗੀਆਂ ਰਿਸਪੌਂਸਿਬਿਲਿਟੀਜ਼ ਆ। ਉਹ ਤੋਂ ਸਿਵਾਏ ਫਿਰ ਅਸੀਂ ਉੱਥੇ ਇੱਕ ਟੈਕਸਟ ਬਾਕਸ ਦਿੱਤਾ ਹੋਇਆ ਹੈ ਵੀ ਅਗਰ ਤੁਸੀਂ ਉਹ ਤੋਂ ਸਿਵਾਏ ਵੀ ਕੋਈ ਹੋਰ ਟਾਈਪ ਦੀ ਜਿਹੜੀ ਹੈਗੀ ਹੈ ਕੋਈ ਸਪੋਰਟ ਕਰਨਾ ਚਾਹੁੰਦੇ ਹੋ ਤਾਂ ਉਸ ਟਾਈਪ ਦੀ ਸਪੋਰਟ ਤੁਸੀਂ ਉੱਥੇ ਲਿਖ ਕੇ ਰਜਿਸਟਰ ਕਰ ਸਕਦੇ ਹੋ। ਤੇ ਇਹ ਤੋਂ ਸਿਵਾਏ ਮੈਂ ਇੱਕ ਚੀਜ਼ ਹੋਰ ਜ਼ਰੂਰ ਮੈਨੂੰ ਲੱਗਦਾ ਹੈ ਮਿਸਿੰਗ ਹੈ। ਆਤਮ ਪ੍ਰਕਾਸ਼ ਦੀਆਂ ਜਿੰਨੀਆਂ ਵੀ ਡੋਨੇਸ਼ਨਸ ਹੈਗੀਆਂ ਇਹਦੇ ਰਿਬੇਟ ਹੈਗੀ ਹੈ, ਇੰਡੀਅਨ ਅਕਾਊਂਟ ਤੇ ਰਿਬੇਟ ਹੈ। ਜਿਸ ਤਰ੍ਹਾਂ ਇਨਕਮ ਟੈਕਸ ਡਿਪਾਰਟਮੈਂਟ ਵੱਲੋਂ ਰਿਬੇਟ ਹੈ, ਅਪਰੂਵਡ ਹੈ, ਇਹਨੂੰ ਮਹੀਨਾ ਕੀ ਹੋਇਆ ਅਪਰੂਵਲ ਮਿਲੀ ਨੂੰ ਸਾਨੂੰ। ਤੇ ਸੈਕੰਡਲੀ ਜਿਹੜੀ ਜਿੰਨੀਆਂ ਵੀ ਡੋਨੇਸ਼ਨਸ ਆਉਂਦੀਆਂ ਤਾਂ ਉਹ ਤੇ ਕਾਈਂਡਲੀ ਸਾਡਾ ਉੱਥੇ ਨੰਬਰ ਵੀ ਫਲੈਸ਼ ਕੀਤਾ ਹੋਇਆ ਵੀ ਉਹ ਨੰਬਰ ਤੇ ਅਸੀਂ ਅਪਡੇਟ ਕਰਕੇ ਵੀ ਜਿਹੜੀਆਂ ਅਸੀਂ ਡੋਨੇਸ਼ਨਸ ਦੇ ਰਹੇ ਹਾਂ। ਪਲੱਸ ਈਮੇਲ ਵੀ ਦਿੱਤੀ ਹੋਈ ਆ officeatampragas@gmail.com, ਉੱਥੇ ਵੀ ਅਸੀਂ ਜਿਹੜਾ ਹੈਗਾ ਅਸੀਂ ਇੰਟੀਮੇਸ਼ਨ ਦੇ ਸਕਦੇ ਹਾਂ ਸਪੋਰਟ ਤੋਂ ਬਾਅਦ। ਉਹਦੇ ਨਾਲ ਥੋੜਾ ਜਿਹਾ ਇਹ ਹੋ ਜਾਂਦਾ ਵੀ ਕੋਆਰਡੀਨੇਸ਼ਨ ਰਹਿੰਦੀ ਹੈ। ਬਿਲਕੁਲ, ਹਾਂਜੀ ਸਰ ਤੁਸੀਂ ਮੈਂ ਸਿਮਰਨ ਜੀ ਕਿ ਮੈਂ ਉੱਥੇ ਪੜ੍ਹ ਰਿਹਾ ਵੈਬਸਾਈਟ ਤੁਹਾਡੇ ਫੇਸਬੁੱਕ ਤੇ ਕਿਸੇ ਨੇ ਲਿਖਿਆ ਵੀ ਅਸੀਂ ਆਲਰੇਡੀ ਰਜਿਸਟਰ ਕਰ ਚੁੱਕੇ ਹਾਂ ਬਟ ਰਿਵਰਟ ਨਹੀਂ ਆਇਆ ਕੋਈ ਬੈਕ। ਸੋ ਇਹਦੇ ਵਿੱਚ ਬੇਨਤੀ ਹੈਗੀ ਵੀ ਅਸੀਂ ਸਾਰਿਆਂ ਨੂੰ ਬੈਕ ਰਿਵਰਟ ਕਰਨ ਦੇ ਲਈ ਮੈਂ ਬਹੁਤ ਪਾਰਟੀਕੂਲਰ ਰਹਿਣਾ, ਟੀਮ ਨੂੰ ਰਿਪੀਟਡਲੀ ਪੁੱਛਦਾ ਰਹਿਣਾ ਵੀ ਕੋਈ ਬੰਦਾ ਰਹਿ ਨਾ ਜਾਵੇ। ਤੁਸੀਂ ਪਲੀਜ਼ ਚੈੱਕ ਕਰਿਓ ਤੁਹਾਡਾ ਜਿਹੜਾ ਤੁਸੀਂ ਆਪਣਾ ਉੱਥੇ ਫੋਨ ਨੰਬਰ ਲਿਖਿਆ ਹੈ ਕਿਤੇ ਉਹਦੇ ਨਾਲ ਆਪਣਾ ਕੋਡ ਲਿਖਣਾ ਤਾਂ ਨਹੀਂ ਭੁੱਲ ਗਏ। ਤੇ ਸਾਡੇ ਕੋਲ ਕੁਝ ਕੇਸਿਸ ਇਹੋ ਜਿਹੇ ਨੇ ਜਿਨ੍ਹਾਂ ਨੇ ਆਪਣੇ ਫੋਨ ਨੰਬਰ ਦੇ ਨਾਲ ਆਪਣਾ ਜਿਹੜਾ ਕੋਡ ਨਹੀਂ ਲਿਖਿਆ, ਪਤਾ ਹੀ ਨਹੀਂ ਲੱਗਦਾ ਵੀ ਕਿਹੜੇ ਕੰਟਰੀ ਦਾ ਉਹ ਹੈਗਾ। ਸੋ ਜੇ ਆਪਣਾ ਇਹ ਜਿਨ੍ਹਾਂ ਨੇ ਲਿਖਿਆ ਪੀਕੇ ਸਿੰਘ ਜੀ, ਨਵਿੰਦਰ ਪੀਕੇ ਸਿੰਘ ਸੁਣ ਰਹੇ ਹੋਣਗੇ, ਸੋ ਪਲੀਜ਼ ਸਾਨੂੰ ਨਾ ਇੱਕ ਵਾਰੀ ਆਪਣਾ ਭਾਵੇਂ ਇੱਥੇ ਹੀ ਲਿਖ ਦਿਓ ਰਿਪਲਾਈ ਦੇ ਵਿੱਚ ਆਪਣਾ ਈਮੇਲ ਤੇ ਸਾਨੂੰ ਫੋਨ ਦਿਓ ਤੇ ਅਸੀਂ ਤੁਹਾਨੂੰ ਇਮੀਡੀਏਟਲੀ ਇਨ ਟੱਚ ਹੁੰਦੇ ਹਾਂ। ਬਾਕੀ ਇਹ ਹੈਗਾ ਵੀ ਸਾਡੇ ਕੋਲੇ ਅਸੀਂ ਕੋਸ਼ਿਸ਼ ਬਹੁਤ ਕਰ ਰਹੇ ਹਾਂ ਕਰਨ ਦੀ, ਬਟ ਕਈ ਵਾਰੀ ਸਮੇਂ ਦੀ ਘਾਟ ਕਾਰਨ ਸਾਡੇ ਕੋਲ ਆਫਿਸ ਸਟਾਫ ਨਹੀਂ, ਸਾਰੇ ਵੋਲੰਟੀਅਰ ਆ। ਸਾਡੇ ਕੋਲੇ ਸਿਰਫ ਇੱਕ ਹੀ ਵੀਰ ਹੈ ਸੁਖਚੈਨ ਸਿੰਘ ਜਿਹੜਾ ਫੁੱਲ ਟਾਈਮ ਇਸ ਨੂੰ ਦੇਖ ਰਿਹਾ, ਬਾਕੀ ਸਾਰੇ ਵੋਲੰਟੀਅਰ ਸਪੋਰਟ ਕਰਦੇ ਤੇ ਹੋ ਸਕਦਾ ਇਦਾਂ ਦਾ ਕੋਈ ਡਿਲੇ ਹੋਈ ਹੋਵੇ, ਉਹਦੇ ਲਈ ਮੈਂ ਖਿਮਾ ਵੀ ਮੰਗਦਾ। ਤੇ ਅਸੀਂ ਯਤਨ ਕਰਾਂਗੇ ਤੁਹਾਡੇ ਸਹਿਯੋਗ ਨਾਲ। ਅਸੀਂ ਆਪਣੀ ਟੀਮ ਦੇ ਵਿੱਚ 4-5 ਜਣੇ ਅਸੀਂ ਚਾਹੁੰਦੇ ਹਾਂ ਵੀ ਫੁੱਲ ਟਾਈਮ EMPLOYE ਕੀਤੇ ਜਾਣ, ਸਾਰੀ ਵੈਬਸਾਈਟ ਤੇ ਡਾਟਾ ਫਿਲ ਕਰਨਾ ਉਹ ਕਰਨਾ, ਕਿਉਂਕਿ ਐਡੀ ਟੀਮ ਦੇ ਵਿੱਚ ਥੋੜਾ ਜਿਹਾ ਆਫਿਸ ਸਟਾਫ ਚਾਹੀਦਾ ਜਿਹੜਾ ਸਾਰੇ ਕੰਮ ਨੂੰ ਹੈਂਡਲ ਕਰ ਸਕੇ। ਉਹ ਸਾਡੇ ਕੋਲੇ ਨਾ ਹੋਣ ਕਾਰਨ ਅਸੀਂ ਜੇ ਇਹਨਾਂ ਨੂੰ ਪੀਕੇ ਸਿੰਘ ਜੀ ਨੂੰ ਨਹੀਂ ਕਰ ਸਕੇ ਤਾਂ ਮੈਂ ਇਹਦੀ ਖਿਮਾ ਦਾ ਜਾਚਕ ਹਾਂ। ਤੇ ਬੇਨਤੀ ਆਪਣਾ ਈਮੇਲ ਤੇ ਸਾਨੂੰ ਇੱਕ ਵਾਰੀ ਕਾਈਂਡਲੀ ਦੁਬਾਰਾ ਦੱਸਿਓ ਤੇ ਤਾਂ ਕਿ ਇਸ ਤੋਂ ਇਮੀਡੀਏਟਲੀ ਪਹੁੰਚ ਕਰ ਸਕੀਏ। ਹੋਰ ਵੀ ਜੇ ਕਿਸੇ ਨੂੰ ਇਦਾਂ ਦਾ ਕੇਸ ਹੋਵੇ, ਅਸੀਂ ਤੁਹਾਡੇ ਵਿੱਚੋਂ ਹੀ ਆ ਤੇ ਕਾਈਂਡਲੀ ਸਾਨੂੰ ਦੁਬਾਰਾ ਇੱਕ ਵਾਰੀ ਈਮੇਲ ਜਾਂ ਮੈਸੇਜ, ਸਾਡਾ ਨੰਬਰ ਜ਼ਰੂਰ ਨੋਟ ਕਰ ਲਓ ਜਿੱਥੇ ਤੁਸੀਂ WhatsApp ਕਰ ਸਕਦੇ ਹੋ, ਫੋਨ ਕਰ ਸਕਦੇ ਹੋ। ਜੇ ਕਿਸੇ ਕਾਰਨ ਤੁਹਾਨੂੰ ਲੱਗੇ ਵੀ ਡਿਲੇ ਹੋ ਰਹੀ ਹੈ ਤਾਂ ਮੈਂ ਨੰਬਰ ਬੋਲ ਦਿੰਦਾ 82 880 10 532 ਤੇ 33, 82 880 10 532 ਤੇ 33। ਇਹਨਾਂ ਨੰਬਰਾਂ ਤੇ ਤੁਸੀਂ ਸਾਨੂੰ 32/33 ਹੈ। ਜੇ ਕੋਈ ਡਿਲੇ ਕਿਤੇ ਹੋਵੇ ਤੇ ਕਾਈਂਡਲੀ ਸਾਨੂੰ ਇੱਕ ਵਾਰੀ ਮਤਲਬ ਕਿ ਅਪਰੋਚ ਕਰ ਲਓ ਤਾਂ ਕਿ ਕੋਈ ਜਿਹੜੀ ਗੈਪ ਹੈ ਅਸੀਂ ਉਹਨੂੰ ਫਿਲ ਕਰ ਸਕੀਏ। ਮੈਂ ਐਕਚੁਅਲੀ ਜਦੋਂ ਵੀ ਆਪਣੀ ਇਹ ਕੋਈ ਡਿਸਕਸ਼ਨ ਹੁੰਦੀ ਹੈ ਜੀ, ਵੀ ਆਲਵੇਜ਼ ਮੇਕ ਅ ਲਿਟਲ ਸਮਰੀ ਤੇ ਸਾਰੇ ਤੁਹਾਡੇ ਨੰਬਰਸ, ਸਾਰੀਆਂ ਤੁਹਾਡੀਆਂ ਡਿਟੇਲਸ ਅਸੀਂ ਇੱਕ ਵਾਰੀ ਫੇਰ ਅਪਲੋਡ ਕਰਾਂਗੇ ਪੇਜ ਦੇ ਉੱਤੇ। ਤੇ ਜਸਵੰਤ ਸਿੰਘ ਜੀ, ਤੁਹਾਡਾ ਮੈਂ ਪੁੱਛਣਾ ਸੀਗਾ ਕੋਈ ਤੁਸੀਂ ਮੈਸੇਜ ਦੇਣਾ ਚਾਹੋਗੇ, ਕੋਈ ਟੇਕ ਹੋਮ? ਬਾਕੀਆਂ ਸਾਰਿਆਂ ਨੂੰ ਮੈਂ ਪੁੱਛ ਲਿਆ। ਬਸ ਇਹੀ ਕਹਿਣਾ ਚਾਹਾਂਗੇ ਕਿ ਹੋਰ ਵੀ ਜਿਹੜੀਆਂ ਆਰਗੇਨਾਈਜੇਸ਼ਨ ਇਸ ਸੇਮ ਕਾਜ਼ ਲਈ ਮਤਲਬ ਕੰਮ ਕਰ ਰਹੀਆਂ ਨੇ ਤੇ ਉਹਨਾਂ ਨੂੰ ਵੀ ਨਾਲ ਜੋੜਿਆ ਜਾਵੇ ਤਾਂ ਕਿ ਇਹ ਪਲੇਟਫਾਰਮ ਹੋਰ ਵੱਡਾ ਹੋ ਜਾਏ। ਤੇ ਮਤਲਬ ਇਹੀ ਹੈ ਵੀ ਸਾਰੀਆਂ ਆਰਗੇਨਾਈਜੇਸ਼ਨਾਂ ਨੂੰ ਮਤਲਬ ਇੱਕ ਹੋਰਾਂ ਨੂੰ ਵੀ ਮਤਲਬ ਕਿ ਇਸ ਤਰ੍ਹਾਂ ਨਾਲ ਜੋੜ ਲਿਆ ਜਾਵੇ ਜਿਹੜੀਆਂ ਇਸੇ ਮਤਲਬ ਇਸ਼ੂ ਤੇ ਕੰਮ ਕਰ ਰਹੀਆਂ ਨੇ ਤਾਂ ਕਿ ਪਲੇਟਫਾਰਮ ਹੋਰ ਵੱਡਾ ਹੋ ਜਾਏ, ਕਿਉਂਕਿ ਇਹ ਫੈਮਿਲੀ ਦੀ ਗਿਣਤੀ ਬਹੁਤ ਜ਼ਿਆਦਾ ਹੈ, ਇਸ ਲਈ ਪਲੇਟਫਾਰਮ ਹੋਰ ਵੱਡਾ ਕਰਨ ਦੀ ਮਤਲਬ ਲੋੜ ਹੈ। ਹਾਂਜੀ, ਜਿਵੇਂ ਆਪਾਂ ਕਹਿੰਦੇ ਆ ਕਿ two heads are better than one, united we stand stronger, so ਇੱਕ I think need of the hour is ਕਿ ਜੋ ਵੀ ਜਿਸ ਤਰ੍ਹਾਂ ਤੁਸੀਂ ਕਿਹਾ ਜਿੰਨੀਆਂ ਵੀ ਕੋਈ ਹੋਰ ਛੋਟੀਆਂ ਆਰਗੇਨਾਈਜੇਸ਼ਨਸ ਨੇ ਸਾਰਿਆਂ ਨੂੰ ਅਸੀਂ ਸਾਰਿਆਂ ਦੀ ਜਾਣਕਾਰੀ ਲੈ ਕੇ ਤੁਹਾਡੇ ਨਾਲ ਕੰਟੈਕਟ ਕਰਾ ਸਕਦੇ ਹਾਂ। ਤੇ ਬਾਕੀ ਕਿਰਨ, do you want to say something, because I'm so overwhelmed ਕਿ ਇੱਕ ਇੰਨੀ ਵਿਸਤਾਰ ਦੇ ਨਾਲ ਸਾਨੂੰ ਸਾਡੀ ਪ੍ਰੋਸੈਸ ਤੁਹਾਡੀ ਪਤਾ ਲੱਗ ਗਈ ਹੈ, ਐਂਡ ਆਈ ਐਮ ਸ਼ੋਰ ਕਿ ਜਿੰਨੇ ਆਪਣੇ ਵਿਊਅਰਸ ਨੇ
who have seen this episode and seen the discussion are in no doubt ਕਿ ਇੱਕ ਇਸ ਤਰ੍ਹਾਂ ਦੀ ਆਰਗੇਨਾਈਜੇਸ਼ਨ ਨਾਲ ਅਸੀਂ ਜੁੜਨਾ ਸਾਡੇ ਲਈ ਬਹੁਤ ਫਖਰ ਦੀ ਗੱਲ ਹੈ। ਕਿਰਨ, anything? Simran, in fact, for me itself, it's very overwhelming. As in a panel of experts ਅੱਜ ਇੱਥੇ ਆਏ and they have spent more than 2 hours, I would say, with such a lot of patience. ਕਿੰਨੀ humility ਹੈਗੀ ਹੈ। ਤੇ ਸਭ ਤੋਂ ਵੱਡੀ ਜਿਹੜੀ ਚੀਜ਼ ਮੈਨੂੰ ਟੇਕ ਅਵੇ ਜਿਹੜਾ ਸਮਝ ਚ ਆਇਆ ਹੈ ਕਿ we have so much of moral wealth in our own scriptures. ਤੇ ਉਹ ਵਾਲੀ ਜਿਹੜੀ ਉਹਦਾ correlation with our real life, to be humble, we must learn from our panel, to be equal in all terms, to be so gentle, to be so giving. ਅਸੀਂ ਹਮੇਸ਼ਾ ਲੈਣ ਦੀ ਗੱਲ ਕਰਦੇ ਲੇਕਿਨ ਗਿਵਿੰਗ ਦੀ ਗੱਲ ਜਿਹੜੀ ਸਾਡੀ ਗੁਰੂਆਂ ਨੇ ਸਾਨੂੰ ਸਿਖਾਈ ਹੈ ਤੇ ਉਹ ਜੇ ਅਸੀਂ ਗਿਵਿੰਗ ਦੀ ਗੱਲ ਕਰਨੀ ਸ਼ੁਰੂ ਕਰ ਦਈਏ, I think ਜ਼ਿਆਦਾ ਨਹੀਂ ਤੇ ਸਾਡੀ at least a beginning would have been made, So all of us, ਜੇ ਅਸੀਂ ਉਹ ਜਿਹੜਾ 10% ਹੈ ਜਾਂ ਜਿੰਨੀ ਵੀ ਸਾਡੀ ਕੈਪੈਸਿਟੀ ਹੈ ਉਹਨੂੰ honestly follow ਕਰ ਲਈਏ ਤੇ ਮੇਰੀ ਇਹ ਰਿਕੁਐਸਟ ਹੈ ਜਿਹੜੇ ਸਾਡੇ 10,000 ਗਰੁੱਪ ਮੈਂਬਰਸ ਨੇ ਤੇ ਜਿਹੜੇ ਇਸ ਵੇਲੇ ਲਾਈਵ ਸਟ੍ਰੀਮ ਤੇ ਜਿਹੜੇ ਜੁੜੇ ਹੋਏ ਨੇ ਨਾਲ, ਤੇ ਸਾਡਾ ਸਰ from our side also we promise you this ਕਿ ਅਸੀਂ ਆਪਣੀ ਪੂਰੀ ਕੋਸ਼ਿਸ਼ ਕਰਾਂਗੇ, that will be our endeavor, and ਨਾਲ ਦੂਜਿਆਂ ਨੂੰ ਵੀ ਜੋੜ ਕੇ ਤੇ ਇਹ ਜਿਹੜੀ ਆਰਗੇਨਾਈਜੇਸ਼ਨ ਦਾ ਜਿਹੜਾ ਇੰਨਾ ਕਿ ਮੈਂ ਇਹਨੂੰ ਪਵਿੱਤਰ ਹੀ ਕਵਾਂਗੀ, this is sacred. I mean, to me this is a sacred cause. ਤੇ ਇਹ ਮਤਲਬ ਸਾਡੇ ਪੰਜਾਬ ਦਾ, ਸਾਡੇ ਮੁਲਕ ਦਾ and in a way ਪੂਰੇ ਵਰਲਡ ਦੀ ਜਿਹੜੀ ਬੈਨੀਫਿਟ ਹੈ ਉਹ ਹੈ when we adopt and imbibe these spiritual values. ਤੇ ਇਹ ਟੇਕ ਅਵੇ ਬਹੁਤ ਹੀ important ਹੈਗਾ ਤੇ in addition to the knowledge which you have given us, sir, ਇਹ ਟੇਕ ਅਵੇ ਸਾਡੇ ਲਈ ਤੇ ਸਾਡੇ ਜਿਹੜੇ ਇਹ ਦੇਖ ਰਹੇ ਨੇ ਉਹਨਾਂ ਲਈ I think it's a great lesson today, sir. ਤੇ ਮੇਰੀ ਹੱਥ ਜੋੜ ਕੇ ਸਾਰਿਆਂ ਨੂੰ ਤੁਹਾਨੂੰ ਬਹੁਤ ਸ਼ੁਕਰਾਨਾ ਬਹੁਤ ਜ਼ਿਆਦਾ, and really you have enlightened us. and ਇਹ ਤੋਂ ਅੱਗੇ ਅਸੀਂ ਜਿਵੇਂ ਸਿਮਰਨ ਨੇ ਪਹਿਲਾਂ ਮੈਂਸ਼ਨ ਕੀਤਾ ਸੀ ਕਿ ਹੋਲਿਸਟਿਕ ਐਂਡ ਸਸਟੇਨੇਬਲ ਫਾਰਮਿੰਗ ਵਾਲੇ ਪਾਸੇ ਸਰ ਉੱਥੇ ਵੀ ਤੁਸੀਂ ਚਾਨਣਾ ਕਿਤੇ ਨੈਕਸਟ ਟਾਈਮ ਵੈਨ ਯੂ ਹੈਵ ਦ ਪੋਸੀਬਿਲਿਟੀ ਤੁਸੀਂ ਪਾਓਗੇ ਤੇ ਅਸੀਂ ਵੀ ਵਿਲ ਰੀਅਲੀ ਬੀ ਸੋ ਗ੍ਰੇਟਫੁਲ ਐਂਡ ਤੁਹਾਡੇ ਨਾਲ ਜੁੜਨ ਦਾ, ਤੁਹਾਡੇ ਨਾਲ ਕੰਮ ਕਰਨ ਦਾ, ਤੁਹਾਨੂੰ ਸੁਣਨ ਦਾ ਜਿਹੜਾ ਮੌਕਾ ਮਿਲਿਆ ਨਾ ਉਹ ਸਾਡੇ ਲਈ ਬਹੁਤ ਹੀ ਵੱਡਾ ਹੈਗਾ ਸਰ। ਮਤਲਬ ਕਿ ਇਟਸ ਅ ਵਨ ਟਾਈਮ ਐਕਸਪੀਰੀਅੰਸ ਜਿਹੜਾ ਕਿ ਇੱਕਦਮ ਅਸੀਂ ਕਦੀ we can't ever forget it. So and thank you so much. ਤੇ ਆਪਾਂ ਸ਼ੁਰੂ ਕੀਤਾ ਸੀ ਚੜ੍ਹਦੀ ਕਲਾ ਦੇ ਨਾਲ ਤੇ I think we are ending this panel discussion on a real message of hope ਕਿ ਜੇ ਤੁਹਾਡੇ ਵਰਗਿਆਂ ਨਾਲ ਅਸੀਂ ਜੁੜੇ ਹਾਂ ਤੇ ਕਿਤੇ ਨਾ ਕਿਤੇ ਤੇ there is a light at the end of the tunnel. So thank you so much and thank you Simar. I can't see him for organizing this live session and making me a little more tech savvy. And again thank you everybody and ਅਸੀਂ hope ਕਰਦੇ ਹਾਂ ਕਿ ਆਪਾਂ ਥੋੜੇ ਹਫ਼ਤਿਆਂ ਬਾਅਦ ਇੱਕ ਹੋਰ ਸੈਸ਼ਨ ਜੇ ਕਰ ਸਕੀਏ ਤੁਹਾਡੇ ਟਾਈਮ ਡਿਪੈਂਡੈਂਟ। ਡਾਕਟਰ ਤੇਂਦਰਜੀਤ ਸਿੰਘ ਹੋਰਾਂ ਦਾ ਵੀ ਬਹੁਤ ਧੰਨਵਾਦ ਜਿਹੜੇ ਬੈਕ ਤੇ ਰਹਿ ਕੇ ਸਾਰੇ ਕੰਮ ਨੂੰ ਕੋਆਰਡੀਨੇਟ ਕਰਦੇ ਨੇ, ਬੈਂਸ ਸਾਹਿਬ ਐਂਡ ਹਾਂਜੀ ਡਾਕਟਰ ਬੈਂਸ ਔਰ ਸਾਰੇ ਕੰਮ ਨੂੰ ਬਹੁਤ ਮਿਹਨਤ ਨਾਲ ਉਹ ਲੱਗੇ ਹੋਏ ਨੇ। ਹਾਂਜੀ ਬਹੁਤ ਹੰਬਲ ਔਰ ਕੂਲ ਪਰਸਨੈਲਿਟੀ ਨੇ, ਉਹਨਾਂ ਦਾ ਵਿਸ਼ੇਸ਼ ਧੰਨਵਾਦ ਕਿ ਤੁਹਾਨੂੰ ਉਹਨਾਂ ਨੇ ਮਿਲਾਇਆ ਸਾਨੂੰ। ਹਾਂਜੀ ਐਂਡ ਤੁਸੀਂ ਸਾਰੇ ਮਤਲਬ ਸਾਡੇ ਲਈ ਇੱਕ ਇਨਸਪੀਰੇਸ਼ਨ ਹੋ ਤੇ ਬਸ ਮੇਰਾ ਇਹ ਹੁਣ ਜੀ ਕਰ ਰਿਹਾ ਕਿ ਅਸੀਂ ਜਿੰਨੀ ਛੇਤੀ ਔਰ ਜਿੰਨੇ ਸਸਟੇਨੇਬਲ ਤਰੀਕੇ ਨਾਲ ਆਪਾਂ ਸਾਰੇ ਇਕੱਠੇ ਰਲ ਮਿਲ ਕੇ ਕੰਮ ਕਰੀਏ ਐਂਡ ਮੇਕ ਅ ਡਿਫਰੈਂਸ, ਮੇਕ ਦਿਸ ਵਰਲਡ। we are humbled by your feelings. ਥੈਂਕ ਯੂ ਸਰ। ਮੇਰਾ ਤਾਂ ਥੋੜਾ ਰੋਣਾ ਵੀ ਨਿਕਲ ਰਿਹਾ ਸੋ ਆਈ ਐਮ ਗੋਇੰਗ ਟੂ ਲੀਵ ਇਟ। ਥੈਂਕ ਯੂ ਸੋ ਮਚ। ਹਾਂਜੀ ਸਤਿ ਸ਼੍ਰੀ ਅਕਾਲ। ਥੈਂਕ ਯੂ ਸੋ ਮਚ। ਚੜ੍ਹਦੀ ਕਲਾ everyone. Bye bye. Thanks.